ਟੀਚਰ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਯਾਰ ਨਿਆਣੇ ਨੂੰ ਐਜੂਕੇਟ ਕਰਨਾ, ਉਹਨੂੰ ਬਦਲਣਾ ਨਹੀਂ, ਹੈ ਨਾ। ਅੱਜ ਕੱਲ੍ਹ ਦੀ ਜਿਹੜੀ ਸਿੱਖਿਆ ਵਾ ਉਹਦੀ ਡੈਫੀਨੇਸ਼ਨ ਇਹੀ ਆ ਕਿ ਨਿਆਣੇ ਦੀ ਆਪਣੀ ਸੋਚ ਨੂੰ ਖਤਮ ਕਰਕੇ ਉਹਨੂੰ ਇੱਕ ਗਧਾ ਬਣਾ ਦਿਓ। ਕਿ ਜਿਹੜੇ ਨਿਆਣੇ ਸਕੂਲਾਂ 'ਚ ਪੜ੍ਹਨ ਆ ਰਹੇ ਨੇਗੇ ਕਿ ਉਹਨਾਂ ਦੇ ਜੋ ਵਖਰੇਵਾਂ ਵਾ ਜਾਂ ਉਹਨਾਂ ਦੀ ਜਿਹੜੀ ਵਿਭਿੰਨਤਾ ਉਹਨੂੰ ਸਭ ਨੂੰ ਖਤਮ ਕਰਕੇ ਅਸੀਂ ਇੱਕੋ ਹੀ ਸਟਰਕਚਰ 'ਚ ਫਿੱਟ ਹੋਣ ਵਾਲੇ ਨਿਆਣੇ ਬਣਾ ਦਈਏ। ਤੇ ਜੇ ਕੋਈ ਨਿਆਣਾ ਉਸ ਸਟਰਕਚਰ 'ਚ ਫਿੱਟ ਨਹੀਂ ਹੁੰਦਾ ਤਾਂ ਅਸੀਂ ਉਹਨੂੰ ਮਿਸਫਿਟ ਅਤੇ ਬੈਡ ਚਾਈਲਡ ਦਾ ਲੇਬਲ ਦੇ ਦਿੰਦੇ ਹਾਂ, ਹੈ ਨਾ। ਅਸੀਂ ਨਿਆਣਿਆਂ ਦੀ ਕ੍ਰੀਏਟੀਵਿਟੀ ਨੂੰ ਜਾਂ ਉਹਨਾਂ ਦੀ ਜਿਹੜੀ ਆਪਣੀ ਇੱਕ ਖੂਬਸੂਰਤੀ ਹੁੰਦੀ ਹੈ ਨਿਆਣਿਆਂ ਦੀ, ਉਹਨਾਂ ਨੂੰ ਅਸੀਂ ਮਾਡਰਨ ਐਜੂਕੇਸ਼ਨ ਦੇ ਨਾਮ ਹੇਠ ਖਤਮ ਨਾ ਕਰੀਏ। ਤਾਂ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਉਹ ਮਾਂ-ਬਾਪ ਗਲਤ ਜਾਂ ਫੇਲ ਮਾਂ-ਬਾਪ ਮੰਨੇ ਜਾਂਦੇ ਨੇ ਜਿਹੜੇ ਕਿ ਵੱਡੀ ਉਮਰ 'ਚ ਨਿਆਣਿਆਂ ਨੂੰ, ਵੱਡੀ ਉਮਰ ਨਹੀਂ ਉਹਦੀ ਸਹੀ ਉਮਰ ਦੇ ਵਿੱਚ ਸਕੂਲ ਪਾਉਂਦੇ ਨੇ ਨਿਆਣਿਆਂ ਨੂੰ, ਹੈ ਨਾ। ਜਿਹੜੀ ਚੀਜ਼ ਸਾਡੇ ਸਿੱਖਣ ਲਈ ਬਣੀ ਆ ਨਾ, ਉਹਨੂੰ ਸਿਖਾਉਣ 'ਚ ਹੀ ਸਾਡੇ ਕੋਲ ਸਭ ਤੋਂ ਜ਼ਿਆਦਾ ਕਮੀਆਂ ਨੇ। ਜਦੋਂ ਵੀ ਟੀਚਰ ਕਹੇ ਤੂੰ ਮੈਨੂੰ ਆਹ ਸੁਣਾ ਤਾਂ ਉਹ ਉਦੋਂ ਹੀ ਸੁਣਾਉਣ ਲੱਗ ਜਾਵੇ। ਮੈਨੂੰ ਲੱਗਦਾ ਕਿ ਇੱਕ ਟੀਚਰ ਨੂੰ ਪਤਾ ਹੋਣਾ ਚਾਹੀਦਾ ਕਿ ਜਿਹੜਾ ਨਿਆਣਾ ਇੱਕ ਘਰ ਦੇ ਮਾਹੌਲ 'ਚੋਂ ਨਿਕਲ ਕੇ ਆਇਆ, ਉਹਨੂੰ ਇਸ ਮਾਹੌਲ 'ਚ ਆਉਂਦਿਆਂ ਐਡਜਸਟ ਕਰਦਿਆਂ ਥੋੜਾ ਵਕਤ ਲੱਗੂਗਾ, ਹੈ ਨਾ। ਉਹਨਾਂ ਨੂੰ ਇਹ ਲੱਗਦਾ ਕਿ ਜਦੋਂ ਤੁਸੀਂ ਨਰਸਰੀ ਜਾਂ LKG 'ਚ ਆਪਣਾ ਨਿਆਣਾ ਦਾਖਲ ਕਰਾਉਣ ਜਾਂਦੇ ਹੋ ਨਾ, ਤਾਂ ਉੱਥੇ ਫਾਰਮ 'ਤੇ ਲਿਖਿਆ ਹੁੰਦਾ ਕਿ ਇਹਦਾ ਪਿਛਲਾ ਸਕੂਲ ਕਿਹੜਾ ਸੀਗਾ। 4 ਸਾਲ ਤੋਂ ਪਹਿਲਾਂ ਨਿਆਣਾ ਕਿਹੜੇ ਸਕੂਲ 'ਚ ਜਾ ਸਕਦਾ ਭੈਣੇ? ਕਿਵੇਂ ਕਿਸੇ ਰਿਸ਼ਤੇਦਾਰ ਨੂੰ ਜਾਂ ਮਹਿਮਾਨ ਨੂੰ ਤੁਸੀਂ ਵੈਲਕਮ ਕਰਨਾ ਆ, ਹੈ ਨਾ। ਮੈਨੂੰ ਲੱਗਦਾ ਕਿ ਉਹ ਟਾਈਮ ਹੁੰਦਾ ਤੁਹਾਡੇ ਕੋਲ ਜਦੋਂ ਤੁਸੀਂ ਬੱਚੇ ਨੂੰ ਇਹ ਚੀਜ਼ਾਂ ਸਿਖਾ ਸਕਦੇ ਆ ਜਿਹੜੀਆਂ ਕਿ ਉਹਦੇ ਸਕੂਲ ਦੇ ਸਿਲੇਬਸ ਦਾ ਹਿੱਸਾ ਨਹੀਂ ਹੁੰਦੀਆਂ, ਹੈ ਨਾ। ਸੀਗੀਆਂ ਜਿਹੜਾ ਨਿਆਣਾ ਸਕੂਲ ਦੇ ਇਨਵਾਇਰਨਮੈਂਟ ਤੋਂ ਵਾਕਿਫ ਹੀ ਨਹੀਂ ਹੈਗਾ, ਉਹ ਕਿਸੇ ਸਟਰਕਚਰ 'ਚ ਪਹਿਲਾਂ ਗਿਆ ਹੀ ਨਹੀਂ ਹੈਗਾ, ਤਾਂ ਓਬਵੀਅਸਲੀ ਉਹ ਇੱਕਦਮ ਆਪਣੇ ਮਾਂ-ਬਾਪ ਤੋਂ ਜਦੋਂ 4 ਘੰਟੇ ਲਈ ਵੀ ਪਰੇ ਜਾ ਰਿਹਾ ਤਾਂ ਉਹਨੂੰ ਇਹ ਲੱਗਦਾ ਕਿ ਮੇਰੇ ਨਾਲ ਕੁਝ ਹੋ ਗਿਆ। ਸਾਡੇ ਜਿਹੜੇ ਟੀਚਰ ਨੇ ਨਾ, ਉਹਨਾਂ ਨੂੰ ਇਹੀ ਲੱਗਦਾ ਕਿ ਨਿਆਣਾ ਜਦੋਂ ਸਕੂਲ ਦਾ ਗੇਟ ਐਂਟਰ ਕਰ ਗਿਆ, ਜਿੰਨਾ ਕੁਝ ਘਰ ਦਾ ਉਹਦੇ ਦਿਮਾਗ 'ਚ ਭਰਿਆ ਹੋਇਆ ਸੀ ਉਹ ਸਭ ਕੁਝ ਛੱਡ ਦੇਵੇ, ਤੇ ਸਭ ਤੋਂ ਪਹਿਲੀ ਚੀਜ਼ ਉਹ ਬੋਲੀ ਛੱਡ ਦੇਵੇ, ਹੈ ਨਾ। ਆਪਣੀ ਇਮੇਜਿਨੇਸ਼ਨ ਕਿੰਨੀ ਜ਼ਿਆਦਾ ਸਟਰੋਂਗ ਆ, ਹੈ ਨਾ। ਇਸ ਲਈ ਕਹਿੰਦੇ ਨੇ ਕਿ ਜਿਹੜਾ ਟੀਵੀ ਆ ਉਹ ਇਡੀਅਟ ਬਾਕਸ ਆ, ਜਿਹੜਾ ਰੇਡੀਓ ਆ ਉਹ ਤੁਹਾਡੀ ਇਮੇਜਿਨੇਸ਼ਨ ਨੂੰ ਡਿਵੈਲਪ ਕਰਦਾ ਆ। ਪਰ ਜਿੰਨਾ ਕੁਝ ਅਸੀਂ ਸਿਖਾ ਕੇ ਭੇਜ ਰਹੇ ਹਾਂ, ਤੁਸੀਂ ਤਾਂ ਉਹਨੂੰ ਵੀ ਖਤਮ ਕਰ ਰਹੇ ਹੋ। ਤੁਹਾਨੂੰ ਇਹ ਲੱਗਦਾ ਹੈ ਕਿ ਪੜ੍ਹਾਈ ਤੋਂ ਇਲਾਵਾ ਨਿਆਣੇ ਦੀ ਜ਼ਿੰਦਗੀ ਦਾ ਹੋਰ ਕੋਈ ਪਾਰਟ ਹੀ ਨਹੀਂ ਹੋਣਾ ਚਾਹੀਦਾ, ਹੈ ਨਾ। ਨਿਆਣੇ ਕੋਲ ਕੋਈ ਵੱਖਰਾ ਸ਼ੌਂਕ ਹੀ ਨਹੀਂ ਹੋਣਾ ਚਾਹੀਦਾ। ਹੁਣ ਜੇ ਅੱਜ ਤੁਸੀਂ ਸਕੂਲਾਂ ਦੇ ਵਿੱਚ ਲਿਜਾ ਕੇ ਨਿਆਣੇ ਦੀ ਸੋਚ ਨੂੰ ਹੀ ਖਤਮ ਕਰ ਦੋਗੇ ਤਾਂ ਤੁਸੀਂ ਇੱਕ ਅਨਸਕਸੈਸਫੁਲ ਬੱਚਾ ਸਕੂਲ ਦੇ ਵਿੱਚੋਂ ਪੜ੍ਹਾ ਕੇ ਬਾਹਰ ਕੱਢ ਰਹੇ ਹੋ। ਬਿਲਕੁਲ। ਸਤਿ ਸ਼੍ਰੀ ਅਕਾਲ, ਮੈਂ ਰੁਪਿੰਦਰ ਕੌਰ ਸੰਧੂ। ਤੁਹਾਨੂੰ ਸਾਰਿਆਂ ਨੂੰ ਪ੍ਰੋਗਰਾਮ ਗੱਲ ਤੇ ਗੱਲ 'ਚ ਜੀ ਆਇਆਂ ਕਹਿੰਦੇ ਆ। ਅੱਜ ਦਾ ਜਿਹੜਾ ਸਾਡਾ ਵਿਸ਼ਾ ਹੈ, ਬਹੁਤ ਸੋਚ ਸਮਝ ਕੇ ਅਸੀਂ ਇਸ ਵਿਸ਼ੇ ਨੂੰ ਚੁਣਿਆ, ਕਿਉਂਕਿ ਸਾਡੇ ਸਮੇਤ ਬਹੁਤ ਸਾਰੇ ਮਾਪਿਓ ਨੇ ਜਿਹੜੇ ਜਦੋਂ ਆਪਾਂ ਆਪਣੇ ਨਿਆਣੇ ਨੂੰ ਸਕੂਲ ਭੇਜਦੇ ਹਾਂ ਇਹਨਾਂ ਚੀਜ਼ਾਂ ਦਾ ਸਾਹਮਣਾ ਕਰਦੇ ਨੇ। ਜਦੋਂ ਸਾਡਾ ਵਕਤ ਹੁੰਦਾ ਸੀਗਾ ਤਾਂ ਅਸੀਂ, ਮੈਨੂੰ ਲੱਗਦਾ ਕੋਈ ਵੀ ਸਾਡੇ 'ਚੋਂ 5 ਸਾਲ ਤੋਂ ਪਹਿਲਾਂ ਸਕੂਲ ਨਹੀਂ ਸੀ ਗਿਆ। ਨਾ ਹੀ ਸਾਨੂੰ ਕੋਈ ਊੜਾ ਆੜਾ ਆਉਂਦਾ ਸੀਗਾ, ਨਾ ਹੀ ਸਾਨੂੰ ਮੈਨੂੰ ਲੱਗਦਾ ABC ਆਉਂਦੀ ਸੀ। ਰੰਗਾਂ ਦੇ ਨਾਂ ਤੱਕ ਨਹੀਂ ਸੀ ਸਾਨੂੰ ਪੂਰੇ ਪਤਾ ਹੁੰਦੇ। ਪਰ ਫਿਰ ਵੀ ਬਹੁਤ ਸਾਰੇ ਅਧਿਆਪਕ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਨੂੰ ਮਹਿਸੂਸ ਹੁੰਦਾ ਕਿ ਉਹਨਾਂ ਕੋਲ ਇੱਕ ਨਿਆਣਾ ਆਇਆ ਅਤੇ ਉਹਨਾਂ ਨੇ ਉਹਨੂੰ ਸਿਖਾਉਣਾ ਹੈ। ਪਰ ਅੱਜ ਕੱਲ੍ਹ ਦਾ ਜਿਹੜਾ ਸਕੂਲੀ ਕਲਚਰ ਆ ਉਹ ਇਸ ਤਰੀਕੇ ਦਾ ਹੋ ਗਿਆ ਕਿ ਜੇ ਤੁਸੀਂ 4 ਸਾਲ ਦੇ ਨਿਆਣੇ ਨੂੰ ਵੀ ਸਕੂਲ ਭੇਜ ਰਹੇ ਹੋ ਤਾਂ ਤੁਹਾਨੂੰ ਪੁੱਛਿਆ ਜਾਂਦਾ ਹੈ ਕਿ ਪਹਿਲਾਂ ਤੁਸੀਂ ਇਹਨੂੰ ਕਿੱਥੇ ਭੇਜਿਆ, ਮਤਲਬ ਕਿਹੜੇ ਪਲੇਵੇ 'ਚ ਪੜ੍ਹ ਕੇ ਆਇਆ। ਬੜੀ ਹੈਰਾਨੀ ਹੁੰਦੀ ਹੈ ਕਿ ਕੀ ਨਿਆਣੇ ਨੂੰ ਜੰਮਦਿਆਂ ਸਕੂਲ ਭੇਜ ਦਿੱਤਾ ਜਾਣਾ ਚਾਹੀਦਾ। ਸਭ ਨੂੰ ਪਤਾ ਹੁੰਦਾ ਕਿ ਜੇ ਘਰ 'ਚ 2 ਜਵਾਕ ਨੇ ਤਾਂ ਦੋਨਾਂ ਦਾ ਮਿਜ਼ਾਜ ਨਹੀਂ ਮਿਲਦਾ। ਮੇਰੇ 2 ਬੱਚੇ ਨੇ, ਇੱਕ ਬੜਾ ਸ਼ਰਾਰਤੀ ਹੈ ਅਤੇ ਇੱਕ ਬਹੁਤ ਸ਼ਾਂਤ ਹੈ। ਅਤੇ ਇਹੀ ਚੀਜ਼ ਮੈਨੂੰ ਲੱਗਦਾ ਸਕੂਲ ਵਾਲਿਆਂ ਨੂੰ ਵੀ ਸਮਝਣੀ ਚਾਹੀਦੀ ਹੈ ਕਿ ਜੇ ਸਕੂਲ 'ਚ 40 ਬੱਚੇ ਨੇ ਤਾਂ 40 ਦਾ ਮਿਜ਼ਾਜ ਨਹੀਂ ਮਿਲ ਸਕਦਾ। ਅਤੇ ਨਾ ਹੀ ਮਾਂ-ਬਾਪ ਤੁਹਾਡੇ ਕੋਲ ਕੋਈ ਗੁੱਡਾ ਭੇਜ ਰਹੇ ਨੇ ਕਿ ਜਿਹਨੂੰ ਤੁਸੀਂ ਚਾਬੀ ਦੇ ਕੇ ਜੋ ਕਹੋਗੇ ਉਹ ਬੋਲਣ ਲੱਗ ਜਾਏਗਾ। ਡਾਕਟਰ ਕਪੂਰ ਕਹਿੰਦੇ ਹੁੰਦੇ ਨੇ ਕਿ ਇੱਕ ਅਧਿਆਪਕ ਹੁੰਦਾ ਜਿਹੜਾ ਨਿਆਣੇ ਦੀ ਜ਼ਿੰਦਗੀ ਬਣਾ ਵੀ ਸਕਦਾ, ਅਤੇ ਉਹੀ ਅਧਿਆਪਕ ਹੁੰਦਾ ਜਿਹੜਾ ਉਹਨੂੰ ਬਿਲਕੁਲ ਆਫ ਟਰੈਕ ਕਰ ਸਕਦਾ। ਇਸ ਵਿਸ਼ੇ 'ਤੇ ਆਪਾਂ ਗੱਲਬਾਤ ਕਰਾਂਗੇ ਕਿ ਜੇਕਰ ਅਸੀਂ ਆਪਣੇ ਬੱਚੇ ਨੂੰ ਸਕੂਲ ਭੇਜ ਰਹੇ ਹਾਂ ਤਾਂ ਇੱਕ ਅਧਿਆਪਕ ਨੂੰ ਉਸ ਨਿਆਣੇ ਨੂੰ ਕਿਵੇਂ ਸਮਝਣਾ ਚਾਹੀਦਾ, ਜਾਂ ਫਿਰ ਕਈ ਵਾਰੀ ਅਸੀਂ ਮਾਂ ਪਿਓ ਜਦੋਂ ਅਧਿਆਪਕਾਂ ਨੂੰ ਮਿਲਣ ਜਾਂਦੇ ਹਾਂ ਤਾਂ ਉਹ ਕਈ ਵਾਰ ਇਹੋ ਜਿਹੀਆਂ ਗੱਲਾਂ ਕਹਿ ਦਿੰਦੇ ਨੇ ਜਿਹੜੀਆਂ ਸਾਨੂੰ ਪਤਾ ਨਹੀਂ, ਤਾਂ ਅਸੀਂ ਵੀ ਫਿਰ ਜ਼ਮਾਨੇ ਦੇ ਹਿਸਾਬ ਨਾਲ ਚੱਲਣ ਲੱਗ ਜਾਂਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਅਸੀਂ ਇੱਕਦਮ ਆ ਕੇ ਘਰੇ ਆਪਦੇ ਨਿਆਣੇ 'ਚ ਬਦਲਾਅ ਕਰ ਦਈਏ। ਅਸੀਂ ਨਿਆਣੇ ਨੂੰ ਝਿੜਕਣ ਲੱਗ ਜਾਂਦੇ ਹਾਂ ਜਾਂ ਜ਼ਬਰਦਸਤੀ ਉਹਨੂੰ ਉਹ ਚੀਜ਼ਾਂ ਸਿਖਾਉਣੀਆਂ ਸ਼ੁਰੂ ਕਰ ਦਿੰਦੇ ਹਾਂ ਜਿਹੜੀਆਂ ਕਿ ਹਲੇ ਉਹਦੀ ਉਮਰ ਮੁਤਾਬਕ ਸਹੀ ਵੀ ਨਹੀਂ ਹੁੰਦੀਆਂ। ਅਤੇ ਇਹਦੇ ਲਈ ਆਪਾਂ ਗੁਰਦੀਪ ਹੁਣਾਂ ਨੂੰ ਜੀ ਆਇਆਂ ਕਹਿੰਦੇ ਹਾਂ।
ਸਤਿ ਸ਼੍ਰੀ ਅਕਾਲ ਗੁਰਦੀਪ। ਸਤਿ ਸ਼੍ਰੀ ਅਕਾਲ ਭੈਣੇ, ਕਿੱਦਾਂ ਹਾਲ ਆ? ਤੁਸੀਂ? ਵਧੀਆ, ਠੀਕ ਠਾਕ। ਮੈਂ ਨਾ ਸੋਚ ਰਹੀ ਸੀ ਕਿ ਜਿਹੜੀਆਂ ਚੀਜ਼ਾਂ ਜੋ ਮੈਂ ਬਹੁਤ ਸਾਲ ਪਹਿਲਾਂ ਲੰਘਿਆ ਹੀ ਨਾ ਤੁਸੀਂ ਅੱਜ ਲੰਘ ਰਹੇ ਹੋ। ਪਰ ਮੈਨੂੰ ਮਤਲਬ ਬਹੁਤ ਬਹੁਤ ਸਕੂਨ ਆ ਇਸ ਚੀਜ਼ ਦਾ ਕਿ ਮੇਰੇ ਨਿਆਣਿਆਂ ਨੂੰ ਸੱਚੀ ਬਹੁਤ ਚੰਗੇ ਅਧਿਆਪਕ ਮਿਲੇ ਸੀਗੇ ਕਿ ਜਿਨ੍ਹਾਂ ਨੇ ਮੈਨੂੰ ਕਦੀ ਇੱਕ ਦਿਨ ਵੀ ਨਹੀਂ ਆ ਕੇ ਕਿਹਾ ਕਿ ਤੁਹਾਡੇ ਨਿਆਣੇ ਮਤਲਬ ਬਹੁਤ ਹੀ ਠੇਠ ਨੇ, ਪੇਂਡੂ ਮਾਹੌਲ ਚੋਂ ਆਏ ਨੇ। ਜਾਂ ਫਿਰ ਮੈਂ ਜਿਵੇਂ ਮੈਂ ਤੁਹਾਨੂੰ ਦੱਸਿਆ, ਮੈਂ ਆਪਦੇ ਦੋਨਾਂ ਨਿਆਣਿਆਂ ਨੂੰ ਕਿਤੇ ਨਹੀਂ ਭੇਜਿਆ ਹੈ ਨਾ, ਦੋਨੇ 4.5 ਸਾਲ ਦੀ ਉਮਰ 'ਚ ਸਕੂਲ ਗਏ। ਤੇ ਇੱਕ ਨੂੰ ਤਾਂ ਮੈਨੂੰ ਲੱਗਦਾ ਇਹ ਵੀ ਨਹੀਂ ਸੀ ਪਤਾ ਕਿ ਅੰਗਰੇਜ਼ੀ 'ਚ ਰੰਗਾਂ ਦਾ ਹੈ ਨਾ, ਮਤਲਬ ਜਿਵੇਂ ਆਪਾਂ ਕਹਿੰਦੇ ਕਿ ਔਰੇਂਜ, ਯੈਲੋ, ਉਹਨੂੰ ਤਾਂ ਟਿਪੀਕਲ ਸਾਰਾ ਕੁਝ ਇਹੀ ਪਤਾ ਸੀ ਕਿ ਇਹ ਪੀਲਾ ਹੁੰਦਾ, ਇਹ ਸੰਤਰੀ ਹੁੰਦਾ। ਤੇ ਫਿਰ ਵੀ ਮੈਨੂੰ ਲੱਗਦਾ ਟੀਚਰ ਨੇ ਉਹਨੂੰ ਇੰਨੀ ਚੰਗੀ ਤਰ੍ਹਾਂ ਸਮਝਿਆ। ਤੇ ਬੜਾ ਮੈਨੂੰ ਆਪ ਨੂੰ ਨਾ ਜਦੋਂ ਕੁਝ ਕੁ ਚੀਜ਼ਾਂ ਹੁਣ ਆਪਾਂ ਸੁਣਦੇ ਹਾਂ, ਮੈਨੂੰ ਦੁੱਖ ਹੁੰਦਾ ਕਿ ਟੀਚਰ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਯਾਰ ਨਿਆਣੇ ਨੂੰ ਐਜੂਕੇਟ ਕਰਨਾ, ਉਹਨੂੰ ਬਦਲਣਾ ਨਹੀਂ, ਹੈ ਨਾ। ਤੇ ਪਤਾ ਨਹੀਂ ਕਿਉਂ ਹੁਣ ਅਸੀਂ ਕਿਹੜੀ ਮਤਲਬ ਦੌਰ 'ਚ ਪੈ ਗਏ ਜਾਂ ਕਿਹੜੀ ਦੌੜ 'ਚ ਪੈ ਗਏ ਕਿ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਇੱਕ ਬਣਿਆ ਬਣਾਇਆ ਹੈ ਨਾ ਨਿਆਣਾ ਤੁਸੀਂ ਦੇ ਦਿਓ ਜਿਹਨੇ ਸਭ ਕੁਝ ਪਹਿਲਾਂ ਸਿੱਖਿਆ ਹੋਵੇ, ਤੇ ਫਿਰ ਅਸੀਂ ਉਹਨੂੰ ਅੱਗੋਂ ਆਪਣੇ ਮੁਤਾਬਕ ਢਾਲਣਾ ਸ਼ੁਰੂ ਕਰੀਏ। ਮੈਨੂੰ ਲੱਗਦਾ ਨਾ ਕਿ ਇੱਕ ਜਿਹੜਾ ਹੁਣ ਆਪਾਂ ਨਵੀਂ ਬਹਿਸ ਦਾ ਮੁੱਦਾ ਟ੍ਰੈਡੀਸ਼ਨਲ ਐਜੂਕੇਸ਼ਨ ਵਰਸਸ ਮਾਡਰਨ ਐਜੂਕੇਸ਼ਨ ਹੈ ਨਾ, ਇਹ ਵਿਸ਼ਾ ਉੱਠਣਾ ਹੀ ਨਹੀਂ ਸੀਗਾ ਜੇ ਅਸੀਂ ਐਜੂਕੇਸ਼ਨ ਸਿਸਟਮ 'ਚ ਇੰਨੀ ਜ਼ਿਆਦਾ ਤਬਦੀਲੀ ਨਾ ਲੈ ਕੇ ਆਉਂਦੇ, ਹੈ ਨਾ। ਤੇ ਨਾ ਹੀ ਸ਼ਾਇਦ ਬੱਚਿਆਂ ਨੂੰ ਜਾਂ ਮਾਪਿਆਂ ਨੂੰ ਜਾਂ ਅਧਿਆਪਕਾਂ ਨੂੰ ਇੰਨੀਆਂ ਜ਼ਿਆਦਾ ਚੁਣੌਤੀਆਂ ਜਾਂ ਇੰਨਾ ਜ਼ਿਆਦਾ ਸਟਰਗਲ ਕਰਨਾ ਪੈਂਦਾ ਕਿ ਜੇ ਆਪਾਂ ਉਹਨਾਂ ਚੀਜ਼ਾਂ ਨੂੰ ਨਾ ਹੀ ਬਦਲਦੇ। ਕੁਝ ਚੀਜ਼ਾਂ ਮੈਨੂੰ ਲੱਗਦਾ ਹੈ ਕਿ ਜਿਹੜੀਆਂ ਆਪਣੇ ਸਕੂਲ ਟਾਈਮ ਸੀਗੀਆਂ, ਮੈਨੂੰ ਆਪਣਾ ਕੋਈ ਸਕੂਲ ਟਾਈਮ ਕੋਈ ਬਹੁਤਾ ਜ਼ਿਆਦਾ ਚੰਗਾ ਨਹੀਂ ਲੱਗਦਾ। ਹਾਲਾਂਕਿ ਮੈਂ ਬ੍ਰਿਲੀਅੰਟ ਸਟੂਡੈਂਟ ਸੀ, ਪਰ ਮੈਨੂੰ ਹਮੇਸ਼ਾ ਸਕੂਲ ਦੇ ਮਾਹੌਲ ਤੋਂ ਘਬਰਾਹਟ ਆਉਂਦੀ ਹੁੰਦੀ ਸੀ। ਮੈਨੂੰ ਜਾ ਕੇ ਥੋੜ੍ਹਾ ਉਦੋਂ ਵਧੀਆ ਲੱਗਿਆ ਜਦੋਂ ਅਸੀਂ +1 'ਚ ਜਾ ਕੇ ਕਾਲਜ ਜੁਆਇਨ ਕੀਤਾ। ਮੈਨੂੰ ਐਂ ਲੱਗਿਆ ਵੀ ਜਿਵੇਂ ਮੈਨੂੰ ਕਿਸੇ ਨੇ ਪਿੰਜਰੇ 'ਚੋਂ ਆਜ਼ਾਦ ਕੀਤਾ ਹੁੰਦਾ ਹੈ ਨਾ। ਪਰ ਫਿਰ ਵੀ ਸਕੂਲ ਟਾਈਮ ਦੇ ਕੁਝ ਟੀਚਰਸ ਮੈਨੂੰ ਸਿਰਫ ਉਹੀ ਯਾਦ ਨੇ ਜਿਨ੍ਹਾਂ ਨੇ ਮੈਨੂੰ ਲਾਈਫ ਲੈਸਨਸ ਵੀ ਦਿੱਤੇ ਨੇ, ਕਲਾਸ ਲੈਸਨਸ ਤੋਂ ਹਟ ਕੇ, ਹੈ ਨਾ। ਮੈਨੂੰ ਲੱਗਦਾ ਕਿ ਇੱਕ ਟੀਚਰ ਸਿਰਫ ਉਹ ਨਹੀਂ ਹੋਣਾ ਚਾਹੀਦਾ ਕਿ ਜਿਹੜਾ ਤੁਹਾਨੂੰ ਸਿਰਫ ਇਹੀ ਸਿਖਾ ਰਿਹਾ ਵੀ ਊੜਾ ਊਂਠ ਹੁੰਦਾ, ਇਹ ਐਪਲ ਹੁੰਦੀ ਆ, ਹੈ ਨਾ, ਜਾਂ 1 ਤੇ 2 ਦਾ ਟੇਬਲ ਕੀ ਹੁੰਦਾ, 3 ਦਾ ਪਹਾੜਾ ਕੀ ਹੁੰਦਾ। ਉਹ ਤੁਹਾਨੂੰ ਜ਼ਿੰਦਗੀ ਦੀਆਂ ਕੈਲਕੂਲੇਸ਼ਨਸ ਵੀ ਸਿਖਾਵੇ, ਤੁਹਾਨੂੰ ਜ਼ਿੰਦਗੀ 'ਚ ਵੀ ਦੱਸੇ ਕਿ ਜ਼ਿੰਦਗੀ ਦੇ ਮਾਇਨੇ ਅਸਲ 'ਚ ਕੀ ਹੁੰਦੇ ਨੇ, ਹੈ ਨਾ। ਆਪਣੇ ਵਕਤ ਕੁਝ ਟੀਚਰ ਉੱਦਾਂ ਦੇ ਸੀਗੇ ਭੈਣੇ ਕਿ ਜਿਹੜੇ ਨਿਆਣੇ ਦੀ ਐਬਿਲਿਟੀ ਨੂੰ ਪਛਾਣਦੇ ਸੀ। ਉਹਨਾਂ ਨੂੰ ਪਤਾ ਹੁੰਦਾ ਸੀ ਕਿ ਇਹ ਨਿਆਣਾ ਥੋੜ੍ਹਾ ਜਿਹਾ ਬਾਕੀ ਨਿਆਣਿਆਂ ਨਾਲੋਂ ਅਲੱਗ ਵਾ, ਤੇ ਇਹਨੂੰ ਉਵੇਂ ਦੇ ਮਾਹੌਲ 'ਚ ਲਿਜਾ ਕੇ ਹੀ ਸਾਨੂੰ ਪੜ੍ਹਾਉਣਾ ਪਊਗਾ ਜਾਂ ਉਹੋ ਜਿਹੇ ਮਾਹੌਲ 'ਚ ਲਿਜਾ ਕੇ ਹੀ ਸਾਨੂੰ ਸਮਝਣਾ ਪਊਗਾ, ਹੈ ਨਾ। ਪਰ ਅੱਜ ਕੱਲ੍ਹ ਮੈਂ ਕਹਿੰਦੀ ਹਾਂ ਕਿ ਜਿਵੇਂ ਹੁਣ ਆਪਾਂ ਪਿੰਡਾਂ ਵਾਲੇ ਸ਼ਹਿਰ 'ਚ ਤਾਂ ਆ ਗਏ, ਤੇ ਮੈਂ ਜਦੋਂ ਆਪਣੀ ਬੇਟੀ ਦਾ ਹੁਣ ਸਕੂਲ ਸ਼ੁਰੂ ਕੀਤਾ, ਮੈਨੂੰ ਲੱਗਦਾ ਕਿ ਆਪਣੇ ਪਿੰਡਾਂ ਵਾਲਿਆਂ ਲਈ ਸਭ ਤੋਂ ਵੱਡਾ ਸਟਰਗਲ ਇਹ ਵੀ ਹੈ ਕਿ ਪਿੰਡਾਂ ਦੇ ਨਿਆਣਿਆਂ ਨੂੰ ਸ਼ਹਿਰਾਂ 'ਚ ਲਿਆ ਕੇ ਪੜ੍ਹਾਉਣਾ ਵੀ ਬਹੁਤ ਵੱਡਾ ਔਖਾ ਕੰਮ ਆ। ਬਿਲਕੁਲ। ਕਿਉਂਕਿ ਆਪਣੇ ਨਿਆਣਿਆਂ ਦੀ ਜਿਹੜੇ ਹੁਣ ਆਪਾਂ ਪਿੰਡਾਂ 'ਚ ਪਲੇ ਹੋਏ ਮਾਂ-ਬਾਪ ਆ, ਤਾਂ ਆਪਣੇ ਨਿਆਣਿਆਂ ਦੀ ਜਿਹੜੀ ਅਪਬ੍ਰਿੰਗਿੰਗ ਆਪਾਂ ਕਰਦੇ ਹਾਂ, ਪਾਲਣ ਪੋਸ਼ਣ ਆਪਾਂ ਉਹ ਬਿਲਕੁਲ ਹੀ ਨਹੀਂ ਬਦਲ ਸਕਦੇ ਹੈਗੇ, ਹੈ ਨਾ। ਕਿਉਂਕਿ ਆਪਣੀਆਂ ਜੜ੍ਹਾਂ ਜੁੜੀਆਂ ਹੋਈਆਂ ਨੇ, ਤੁਸੀਂ ਜਿੰਨਾ ਮਰਜ਼ੀ ਬਦਲ ਕੇ ਦੇਖ ਲਓ, ਕਿਤੇ ਨਾ ਕਿਤੇ ਸਾਡੇ 'ਚ ਉਹੀ ਚੀਜ਼ਾਂ ਝਲ ਕੇ ਆਉਂਦੀਆਂ ਨੇ, ਹੈ ਨਾ। ਤੇ ਦੂਸਰੀ ਗੱਲ ਹੈ ਨਿਆਣਿਆਂ ਦੇ ਜਿਹੜੇ ਗ੍ਰੈਂਡ ਪੇਰੈਂਟਸ, ਦਾਦਾ ਦਾਦੀ ਜਾਂ ਨਾਨਾ ਨਾਨੀ ਕਹਿ ਲਓ, ਤੁਸੀਂ ਉਹਨਾਂ ਨੂੰ ਨਹੀਂ ਨਾ ਇਹ ਚੀਜ਼ਾਂ ਸਮਝਾ ਸਕਦੇ ਹੈਗੇ ਕਿ ਮਾਡਰਨ ਐਜੂਕੇਸ਼ਨ ਅੱਜ ਕੱਲ੍ਹ ਕੀ ਮੰਗਦੀ ਹੈ, ਕਿਹੋ ਜਿਹਾ ਨਿਆਣਾ ਮੰਗਦੀ ਆ। ਉਹ ਇੱਕ ਪਰਫੈਕਟ ਸਟਰਕਚਰ ਦੇ ਵਿੱਚ ਇੱਕ ਨਿਆਣਾ ਮੰਗਦੀ ਆ ਜਿਹੜਾ ਕਿ ਉਹਨਾਂ ਦੀਆਂ ਕਮਾਂਡਸ ਨੂੰ ਫੋਲੋ ਕਰਦਾ ਰਹੇ, ਹੈ ਨਾ। ਪਰ ਉਹ ਚੀਜ਼ ਮੈਨੂੰ ਲੱਗਦਾ ਕਿ ਹੋਣੀ ਨਹੀਂ ਸੀ ਚਾਹੀਦੀ। ਇੱਦਾਂ ਅਸੀਂ ਨਿਆਣਿਆਂ ਦੀ ਡਾਇਵਰਸਿਟੀ ਨੂੰ ਖਤਮ ਕਰਦੇ ਜਾ ਰਹੇ ਹਾਂ। ਅਸੀਂ ਸਾਰੀਆਂ ਚੀਜ਼ਾਂ ਹੁਣ ਆਪਾਂ ਨੂੰ ਕਈ ਵਾਰੀ ਆਪਾਂ ਇਸ ਗੱਲ 'ਤੇ ਕਿੰਨੀ ਡਿਸਕਸ਼ਨ ਕਰਦੇ ਹਾਂ ਵੀ ਯਾਰ ਗੁਰਦੁਆਰਾ ਸਾਹਿਬ ਸਾਰੇ ਇੱਕੋ ਜਿਹੇ ਲੱਗੀ ਜਾਂਦੇ ਨੇ, ਹੈ ਨਾ। ਉਹਨਾਂ ਦੀਆਂ ਇਮਾਰਤਾਂ, ਉਹਨਾਂ ਦੀ ਬਣਤਰ ਦਾ ਢੰਗ ਸਾਰਾ ਇੱਕੋ ਜਿਹਾ ਹੀ ਹੋ ਗਿਆ ਵੀ ਕਈ ਵਾਰ ਇਹ ਵੀ ਨਹੀਂ ਪਤਾ ਲੱਗਦਾ ਕਿ ਫਰਕ ਕੀ ਆ, ਹੈ ਨਾ। ਉਵੇਂ ਮੈਨੂੰ ਲੱਗਦਾ ਕਿ ਅਸੀਂ ਸਾਰੀਆਂ ਚੀਜ਼ਾਂ 'ਚ ਉਹ ਚੀਜ਼ਾਂ ਇੰਪਲੀਮੈਂਟ ਕਰਨ ਲੱਗ ਗਏ ਕਿ ਸਕੂਲ 'ਚ ਜਿਹੜੇ ਨਿਆਣੇ ਵੀ ਆਉਂਦੇ ਨੇ ਤਾਂ ਸਾਰੇ ਇੱਕੋ ਜਿਹੇ ਹੀ ਨਿਆਣੇ ਹੋਣੇ ਚਾਹੀਦੇ ਨੇ। ਤੇ ਸਾਡੇ ਲਈ ਇੱਕ ਗੁੱਡ ਸਟੂਡੈਂਟ ਦੀ ਐਗਜ਼ਾਮਪਲ ਇਹ ਸੈੱਟ ਕਰ ਦਿੱਤੀ ਜਾਂਦੀ ਹੈ ਕਿ ਜਿਹੜਾ ਟੀਚਰ ਦੀ ਹਰ ਕਮਾਂਡ ਨੂੰ ਫੋਲੋ ਕਰਦਾ ਆ, ਹੈ ਨਾ। ਮੈਂ ਇੱਕ ਕਹਾਣੀ ਨਹੀਂ, ਕਿਸੇ ਨੇ ਡਾਕੂਮੈਂਟਰੀ ਇਸੇ ਹੀ ਵਿਸ਼ੇ ਦੇ ਉੱਪਰ ਕੀਤੀ ਹੋਈ ਸੀਗੀ ਕਿ ਅੱਜ ਕੱਲ੍ਹ ਦੀ ਜਿਹੜੀ ਸਿੱਖਿਆ ਵਾ ਉਹਦੀ ਡੈਫੀਨੇਸ਼ਨ ਇਹੀ ਆ ਕਿ ਨਿਆਣੇ ਦੀ ਆਪਣੀ ਸੋਚ ਨੂੰ ਖਤਮ ਕਰਕੇ ਉਹਨੂੰ ਇੱਕ ਗਧਾ ਬਣਾ ਦਿਓ। ਮਤਲਬ ਕਿ ਗਧਾ ਇਨ ਦਾ ਸੈਂਸ ਵੀ ਉਹਨੂੰ ਆਪਦੇ ਇਸ਼ਾਰਿਆਂ ਤੇ ਚੱਲਣ ਵਾਲਾ ਇੱਕ ਨਿਆਣਾ ਬਣਾ ਦਿਓ ਜਿਹੜਾ ਕਿ ਤੁਹਾਡੀਆਂ ਕਮਾਂਡਸ ਫੋਲੋ ਕਰਦਾ। ਉਹਦੀ ਆਪਣੀ ਕੀ ਸੋਚ ਆ, ਆਪਣਾ ਥਾਟ ਪ੍ਰੋਸੈਸ ਕੀ ਆ, ਉਹਦੀ ਆਪਣੀ ਕ੍ਰੀਏਟੀਵਿਟੀ ਕੀ ਆ, ਉਹਨੂੰ ਬਿਲਕੁਲ ਹੀ ਖਤਮ ਕਰ ਦਿੱਤਾ ਜਾਵੇ। ਉਹ ਕਹਿੰਦੇ ਵੀ ਇਹ ਇੱਕ ਸਾਜ਼ਿਸ਼ ਦੇ ਤਹਿਤ ਆਇਆ ਸੀਗਾ।
ਵੀ ਜਦੋਂ ਦੇਖਿਆ ਕਿ ਇਹ ਲੋਕ ਬੜੇ ਰਿਬੇਲੀਅਨ ਨੇਗੇ, ਇਹ ਬੜੇ ਸੰਘਰਸ਼ੀ ਲੋਕ ਨੇਗੇ, ਇਹ ਬਹੁਤ ਕ੍ਰਾਂਤੀਕਾਰੀ ਲੋਕ ਨੇਗੇ, ਵੀ ਇਹਨਾਂ ਨੂੰ ਬਦਲਿਆ ਕਿਵੇਂ ਜਾਵੇ। ਉਹ ਕਹਿੰਦੇ ਫਿਰ ਉਹਨਾਂ ਨੇ ਇਸ ਚੀਜ਼ ਤੇ ਸਟੱਡੀ ਕੀਤੀ। ਉਹ ਕਹਿੰਦੇ ਵੀ ਇਹ ਤਾਂ ਇਹਨਾਂ ਨੂੰ ਛੋਟੇ ਹੁੰਦਿਆਂ ਤੋਂ ਹੀ ਇਹਨਾਂ ਦੀ ਟ੍ਰੇਨਿੰਗ ਇਦਾਂ ਦੀ ਹੋਣੀ ਚਾਹੀਦੀ ਆ ਕਿ ਇਹ ਇੱਕ ਕਠਪੁਤਲੀ ਵਾਂਗ ਜਾ ਕੇ ਬਿਹੇਵ ਕਰਨ, ਵੀ ਇਹ ਵਿਦਰੋਹ ਕਰਨ, ਜੰਗਾਂ ਕਰਨੋਂ ਜਾਂ ਫਿਰ ਮੁਜ਼ਾਹਰੇ ਕਰਨੋਂ ਹਟ ਜਾਣ, ਆਪਣੀਆਂ ਮੰਗਾਂ ਰੱਖਣੋਂ ਹਟ ਜਾਣ। ਤਾਂ ਇਹਨਾਂ ਦੀ ਜਿਹੜੀ ਟ੍ਰੇਨਿੰਗ ਹੀ ਇਦਾਂ ਦੀ ਹੋਣੀ ਚਾਹੀਦੀ। ਉਹ ਕਹਿੰਦੇ ਇੱਕ ਟਾਈਮ ਸੀ ਜਦੋਂ ਡੰਡੇ ਦੇ ਜ਼ੋਰ ਤੇ ਨਿਆਣਿਆਂ ਨੂੰ ਸਕੂਲ ਲਿਜਾਇਆ ਜਾਂਦਾ ਸੀ। ਉਸ ਵੇਲੇ ਨਿਆਣੇ ਸਕੂਲਾਂ 'ਚ ਨਹੀਂ ਸੀ ਜਾਂਦੇ ਹੁੰਦੇ, ਤੇ ਕਹਿੰਦੇ ਉਹਨਾਂ ਨੂੰ ਉੱਥੇ ਲਿਜਾਇਆ ਜਾਂਦਾ ਸੀ। ਫਿਰ ਕਹਿੰਦੇ ਉਹਨਾਂ ਨੇ ਉੱਦਾਂ ਦੇ ਨਿਆਣੇ ਬਣਾਏ ਜਿੱਦਾਂ ਦੇ ਉਹ ਚਾਹੁੰਦੇ ਸੀਗੇ ਕਿ ਇਹ ਕੱਲ੍ਹ ਨੂੰ ਉੱਠ ਕੇ ਸਾਡੇ ਖਿਲਾਫ ਕੋਈ ਵਿਦਰੋਹ ਨਾ ਖੜਾ ਕਰ ਦੇਣ, ਹੈ ਨਾ। ਮੈਨੂੰ ਲੱਗਦਾ ਕਿ ਉਸੇ ਚੀਜ਼ ਨੂੰ ਅੱਜ ਅਸੀਂ ਮਾਡਰਨ ਐਜੂਕੇਸ਼ਨ ਦਾ ਨਾਮ ਦੇ ਦਿੱਤਾ, ਹੈ ਨਾ। ਤੇ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਨਿਆਣੇ ਸਕੂਲਾਂ 'ਚ ਪੜ੍ਹਨ ਆ ਰਹੇ ਨੇਗੇ ਕਿ ਉਹਨਾਂ ਦੇ ਜੋ ਵਖਰੇਵਾਂ ਵਾ ਜਾਂ ਉਹਨਾਂ ਦੀ ਜਿਹੜੀ ਵਿਭਿੰਨਤਾ, ਉਹਨੂੰ ਸਭ ਨੂੰ ਖਤਮ ਕਰਕੇ ਅਸੀਂ ਇੱਕੋ ਹੀ ਸਟਰਕਚਰ 'ਚ ਫਿੱਟ ਹੋਣ ਵਾਲੇ ਨਿਆਣੇ ਬਣਾ ਦਈਏ। ਤੇ ਜੇ ਕੋਈ ਨਿਆਣਾ ਉਸ ਸਟਰਕਚਰ 'ਚ ਫਿੱਟ ਨਹੀਂ ਹੁੰਦਾ ਤਾਂ ਅਸੀਂ ਉਹਨੂੰ ਮਿਸਫਿਟ ਅਤੇ ਬੈਡ ਚਾਈਲਡ ਦਾ ਲੇਬਲ ਦੇ ਦਿੰਦੇ ਹਾਂ, ਹੈ ਨਾ, ਜਾਂ ਇਨਡਿਸਪਲਿਨਡ ਚਾਈਲਡ ਦਾ ਅਸੀਂ ਲੇਬਲ ਦੇ ਦਿੰਦੇ ਹਾਂ। ਮੈਨੂੰ ਬਹੁਤ ਹੈਰਾਨੀ ਹੁੰਦੀ ਹੈ ਕਿ ਉੱਦਾਂ ਸਕੂਲਾਂ ਵਾਲੇ ਕਹਿੰਦੇ ਨੇ ਕਿ ਬੱਚਿਆਂ ਨੂੰ ਟਾਈਮ ਦੇਣਾ ਚਾਹੀਦਾ ਮਾਂ-ਬਾਪ ਨੂੰ, ਹੈ ਨਾ। ਫਿਰ ਉਹੀ ਮਾਂ-ਬਾਪ ਦਾ ਦਿੱਤਾ ਟਾਈਮ ਜਾਂ ਉਹੀ ਮਾਵਾਂ ਦੀ ਬੁੱਕਲਾਂ ਦਾ ਨਿੱਘ ਉਹਨਾਂ ਨੂੰ ਇਹ ਲੱਗਣ ਲੱਗ ਜਾਂਦਾ ਕਿ ਤੁਸੀਂ ਇਹਨਾਂ ਨੂੰ ਪੈਂਪਰ ਕੀਤਾ ਹੋਇਆ। ਸਹੀ ਗੱਲ ਹੈ ਨਾ। ਉਹ ਚੀਜ਼ਾਂ ਮੈਨੂੰ ਲੱਗਦਾ ਕਿ ਥੋੜ੍ਹਾ ਡਿਫਰੈਂਸ ਕਰਨ ਦੀ ਲੋੜ ਹੈਗੀ ਆ। ਅਸੀਂ ਨਿਆਣਿਆਂ ਦੀ ਕ੍ਰੀਏਟੀਵਿਟੀ ਨੂੰ ਜਾਂ ਉਹਨਾਂ ਦੀ ਜਿਹੜੀ ਆਪਣੀ ਇੱਕ ਖੂਬਸੂਰਤੀ ਹੁੰਦੀ ਹੈ ਨਿਆਣਿਆਂ ਦੀ, ਉਹਨਾਂ ਨੂੰ ਅਸੀਂ ਮਾਡਰਨ ਐਜੂਕੇਸ਼ਨ ਦੇ ਨਾਮ ਹੇਠ ਖਤਮ ਨਾ ਕਰੀਏ, ਹੈ ਨਾ। ਇਸ ਚੀਜ਼ ਨੂੰ ਮੈਨੂੰ ਲੱਗਦਾ ਕਿ ਸਮਝਣ ਦੇ ਲਈ ਨਾ ਹੀ ਤਾਂ ਪੇਰੈਂਟਸ ਐਫਰਟ ਕਰਦੇ ਨੇ ਤੇ ਨਾ ਹੀ ਟੀਚਰਸ ਹੀ ਐਫਰਟ ਕਰਦੇ ਨੇ। ਹੁਣ ਅੱਜ ਕੱਲ੍ਹ ਦੇ ਟਾਈਮ 'ਚ ਅੱਗੇ ਆਪਾਂ ਨੂੰ ਲੱਗਦਾ ਹੁੰਦਾ ਸੀ, ਆਪਾਂ ਕਿੰਨੇ ਕਿਸੇ ਨੂੰ ਕਹਿੰਦੇ ਹੁੰਦੇ ਸੀ ਯਾਰ ਇਹਨਾਂ ਨੇ ਜੰਮਦਾ ਹੀ ਨਹੀਂ ਆਉਣਾ ਸਕੂਲ ਪਾਤਾ। ਉਹ ਪੇਰੈਂਟਸ ਨੂੰ ਆਪਾਂ ਗਲਤ ਕਹਿੰਦੇ ਹੁੰਦੇ ਸੀ ਵੀ ਯਾਰ ਤੁਹਾਨੂੰ ਏਡੀ ਕੀ ਆਫਤ ਸੀਗੀ ਕਿ ਸਿੱਖਣ ਵਾਲੀ ਉਮਰ 'ਚ ਇਹਨੇ ਸਭ ਕੁਝ ਸਿੱਖ ਹੀ ਲੈਣਾ ਆ, ਵੀ ਇਹਨੂੰ ਤੁਸੀਂ ਘੱਟੋ ਘੱਟ ਖੇਡਣ ਵਧਣ ਫੁੱਲਣ ਦਾ ਤਾਂ ਮੌਕਾ ਦੇਵੋ। ਆਪਣੇ ਕਹਿੰਦੇ ਨੇ ਕਿ 7 ਸਾਲ ਬੱਚੇ ਦੀ ਜ਼ਿੰਦਗੀ ਦੇ ਬਹੁਤ ਇੰਪੋਰਟੈਂਟ ਹੁੰਦੇ ਨੇ, ਤੇ ਉਹ 7 ਸਾਲ ਸਿਰਫ ਇਹ ਨਹੀਂ ਗਾ ਕਿ ਉਹ ਸਕੂਲ ਜਾ ਕੇ ਪੜ੍ਹਨਾ ਹੀ ਸਿੱਖੇ। 7 ਸਾਲ ਉਹਦੇ ਇਹ ਵੀ ਹੁੰਦੇ ਨੇ ਕਿ 7 ਸਾਲ ਦੀ ਉਮਰ ਤੱਕ ਉਹਨੂੰ ਆਪਦੀ ਮਾਂ ਬੋਲੀ ਤੋਂ ਇਲਾਵਾ ਕਿਸੇ ਹੋਰ ਬੋਲੀ ਦੇ ਵਿੱਚ ਨਾ ਪੜ੍ਹਾਇਆ ਜਾਵੇ। 7 ਸਾਲ ਤੱਕ ਬੱਚੇ ਦੀ ਖੁਰਾਕ ਚੰਗੀ ਹੋਣੀ ਚਾਹੀਦੀ ਆ। 7 ਸਾਲ ਤੱਕ ਬੱਚੇ ਦੀ ਮਾਨਸਿਕ ਸਿਹਤ ਚੰਗੀ ਹੋਣੀ ਚਾਹੀਦੀ, ਮਤਲਬ ਉਹਨਾਂ ਤੇ ਕੋਈ ਬੇਲੋੜਾ ਉੱਦਾਂ ਦਾ ਬੋਝ ਨਹੀਂ ਹੋਣਾ ਚਾਹੀਦਾ ਕਿ ਜਿਹਦੇ ਨਾਲ ਬੱਚੇ ਦੀ ਮਾਨਸਿਕ ਜਾਂ ਸਰੀਰਕ ਸਿਹਤ ਕਿਸੇ ਪੱਖੋਂ ਵੀ ਸਫਰ ਕਰੇ। ਪਰ ਸਾਨੂੰ ਲੱਗਦਾ ਹੈ ਕਿ 7 ਸਾਲ ਮਤਲਬ ਕਿ ਨਿਆਣੇ ਦਾ ਸਕੂਲ ਅਰਲੀ ਏਜ 'ਚ ਸ਼ੁਰੂ ਕਰ ਦਿਓ। ਹਾਂ, ਅਸੀਂ 2-2 ਸਾਲ ਦੇ ਨੂੰ ਭੇਜ ਰਹੇ ਹਾਂ। ਅੱਜ ਦਾ ਟਾਈਮ ਇਹ ਆ ਗਿਆ ਭੈਣੇ ਵੀ ਜਿਹੜਾ ਮਾਂ-ਬਾਪ ਇਹ ਸੋਚਦੇ, ਜਿਵੇਂ ਤੁਸੀਂ ਕਹਿੰਦੇ ਹੋ ਕਿ ਤੁਹਾਡੇ ਬੱਚੇ ਲੇਟ ਸਕੂਲ ਗਏ ਨੇ, 4.5 ਸਾਲ ਦੀ ਉਮਰ 'ਚ ਗਏ ਨੇ, ਹੈ ਨਾ, ਤੇ ਅਸੀਂ ਆਪਣੀ ਬੇਟੀ ਨੂੰ 4 ਸਾਲ ਦੀ ਉਮਰ 'ਚ ਸਕੂਲ ਲਾਇਆ। ਤਾਂ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਉਹ ਮਾਂ-ਬਾਪ ਗਲਤ ਜਾਂ ਫੇਲ ਮਾਂ-ਬਾਪ ਮੰਨੇ ਜਾਂਦੇ ਨੇ ਜਿਹੜੇ ਕਿ ਵੱਡੀ ਉਮਰ 'ਚ ਨਿਆਣੇ ਨੂੰ, ਵੱਡੀ ਉਮਰ ਨਹੀਂ ਉਹਦੀ ਸਹੀ ਉਮਰ ਦੇ ਵਿੱਚ ਸਕੂਲ ਪਾਉਂਦੇ ਨੇ ਨਿਆਣਿਆਂ ਨੂੰ, ਹੈ ਨਾ। ਉਹ ਚੀਜ਼ਾਂ ਮੈਨੂੰ ਲੱਗਦਾ ਕਿ ਮਾਂ-ਬਾਪ ਨੂੰ ਵੀ, ਸਕੂਲ ਟੀਚਰਸ ਨੂੰ ਵੀ, ਸਾਡੇ ਐਕੈਡੈਮਿਕ ਸਿਸਟਮ ਨੂੰ ਵੀ ਸਮਝਣੀਆਂ ਚਾਹੀਦੀਆਂ ਨੇ। ਇੱਕ ਏਜ ਲਿਮਿਟ ਤੈਅ ਕਰ ਦੇਣੀ ਚਾਹੀਦੀ ਆ ਕਿ ਤੁਸੀਂ 4 ਸਾਲ ਤੋਂ ਘੱਟ ਉਮਰ ਦਾ ਬੱਚਾ ਸਕੂਲ 'ਚ ਲੈ ਹੀ ਨਹੀਂ ਸਕਦੇ। ਇਹ ਹੋਣਾ ਚਾਹੀਦਾ ਵਾ। ਆਪਣੇ ਐਜੂਕੇਸ਼ਨ ਮਿਨਿਸਟਰ ਪੰਜਾਬ ਦੇ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਬਹੁਤ ਸਾਰੇ ਕੰਮ ਕਰ ਰਹੇ ਨੇ, ਪਰ ਮੈਨੂੰ ਲੱਗਦਾ ਹੈ ਕਿ ਜਿੱਥੇ ਸਾਨੂੰ ਸਭ ਤੋਂ ਜ਼ਿਆਦਾ ਧਿਆਨ ਦੇਣ ਦੀ ਲੋੜ ਆ ਉੱਥੇ ਅਸੀਂ ਧਿਆਨ ਹੀ ਨਹੀਂ ਦੇ ਰਹੇ ਹੈਗੇ। ਇਹੀ ਚੀਜ਼ ਅਗਰਦੀ ਪਰ ਜਿਹੜੀ ਚੀਜ਼ ਸਾਡੇ ਸਿੱਖਣ ਲਈ ਬਣੀ ਆ ਨਾ, ਉਹਨੂੰ ਸਿਖਾਉਣ 'ਚ ਹੀ ਸਾਡੇ ਕੋਲ ਸਭ ਤੋਂ ਜ਼ਿਆਦਾ ਕਮੀਆਂ ਨੇ। ਹੁਣ ਤੁਸੀਂ ਦੇਖੋ, ਆਪਾਂ ਸਕੂਲ ਮੀਟਿੰਗ ਤੇ ਜਾਂਦੇ ਆ, ਅਸੀਂ ਤਾਂ ਵੈਸੇ ਬਹੁਤ ਹੀ ਘੱਟ ਜਾਂਦੇ ਆ ਨਾ, ਪਰ ਕਦੀ ਤੁਹਾਨੂੰ ਕਿਸੇ ਟੀਚਰ ਨੇ ਪੜ੍ਹਾਈ ਤੋਂ ਇਲਾਵਾ ਕੋਈ ਗੱਲ ਕੀਤੀ ਆ ਵੀ ਤੁਹਾਡਾ ਬੱਚਾ, ਉਹ ਤੁਹਾਨੂੰ ਇਹੀ ਦੱਸੇਗਾ ਕਿ ਇਹਦੀ ਇਹ ਪਰਸੈਂਟੇਜ ਆ, ਇਹ ਫਲਾਣੇ ਸਬਜੈਕਟ 'ਚੋਂ ਵੀਕ ਆ, ਆਹ ਸਬਜੈਕਟ ਇਹਦਾ ਬਹੁਤ ਵਧੀਆ। ਕਦੀ ਉਹਨਾਂ ਨੇ ਤੁਹਾਡੇ ਨਿਆਣੇ ਦੀਆਂ ਆਦਤਾਂ ਬਾਰੇ ਗੱਲ ਕੀਤੀ ਆ ਵੀ ਤੁਹਾਡਾ ਨਿਆਣਾ ਆਉਂਦੇ ਨੂੰ, ਮਤਲਬ ਜਦੋਂ ਮੈਂ ਕਲਾਸ 'ਚ ਆਉਂਦੀ ਹਾਂ ਮੈਨੂੰ ਵਿਸ਼ ਕਰਦਾ ਜਾਂ ਬੱਚਿਆਂ ਨਾਲ ਕੋਈ ਚੀਜ਼ ਸ਼ੇਅਰ ਕਰਦਾ, ਜਾਂ ਤੁਹਾਡਾ ਨਿਆਣਾ ਆ ਇੱਕ ਵੱਖਰੀ ਹੌਬੀ ਰੱਖਦਾ? ਕਿਉਂ ਨਹੀਂ ਕਰਦੇ? ਕਿਉਂਕਿ ਟੀਚਰ ਨੇ ਕਦੀ ਉਸ ਚੀਜ਼ ਬਾਰੇ ਬੱਚੇ ਨਾਲ ਗੱਲ ਹੀ ਨਹੀਂ ਕੀਤੀ ਹੁੰਦੀ। ਮੈਨੂੰ ਲੱਗਦਾ ਪੀਟੀਐਮ ਦਾ ਮਤਲਬ ਹੀ ਇਹੀ ਬਣਾਇਆ ਹੋਇਆ ਕਿ ਨਿਆਣੇ ਦੀਆਂ ਜਿੰਨੀਆਂ ਨੈਗੇਟਿਵ ਜਾਂ ਸ਼ਰਾਰਤ ਵਾਲੀਆਂ ਗੱਲਾਂ ਨੇ ਉਹੀ ਤੁਸੀਂ ਦੱਸਣੀਆਂ ਨੇ, ਤੁਸੀਂ ਦੱਸੋਗੇ, ਹੈ ਨਾ। ਤੇ ਇੱਕ ਮਤਲਬ ਨਿਆਣੇ ਨੂੰ ਕਦੀ, ਮੈਨੂੰ ਲੱਗਦਾ ਕੋਈ ਹੀ ਟੀਚਰ ਹੋਊਗਾ ਜਿਹੜਾ ਫਰੋਲ ਕੇ ਦੇਖਦਾ ਹੋਊਗਾ ਕਿ ਇਹ ਨਿਆਣਾ ਮੇਰੇ ਕੋਲ ਪੜ੍ਹ ਰਿਹਾ ਤਾਂ ਇਹ ਵੱਖਰਾ ਕੀ ਸੋਚਦਾ ਜਾਂ ਇਹਦੀਆਂ ਆਦਤਾਂ ਕਿਵੇਂ ਦੀਆਂ ਨੇ, ਹੈ ਨਾ। ਉਹਨਾਂ ਨੂੰ ਸਿਰਫ ਤੁਹਾਡਾ ਨਿਆਣਾ ਸਰਟੀਫਿਕੇਟ 'ਚ ਕਿੰਨੇ ਨੰਬਰ ਲੈ ਕੇ ਆ ਰਿਹਾ ਉਸ ਚੀਜ਼ ਤੱਕ ਮਤਲਬ ਹੁੰਦਾ ਹੈ। ਇੰਨੀਆਂ ਜ਼ਿਆਦਾ ਕਮੀਆਂ ਨੇ ਕਿ ਤੁਸੀਂ ਦੇਖੋ
ਕਿ ਇੱਕ 2.5 ਸਾਲ ਦਾ ਬੱਚਾ ਜਿਹਨੂੰ ਖਾਣਾ ਤੱਕ ਨਹੀਂ ਆਉਂਦਾ, ਜਿਹਨੂੰ ਅਸੀਂ ਡਾਈਪਰ ਲਾ ਕੇ ਸਕੂਲ ਭੇਜ ਰਹੇ ਹਾਂ, ਸਕੂਲ ਵਾਲਿਆਂ ਨੂੰ ਉਹ ਤਾਂ ਮਨਜ਼ੂਰ ਹੈ, ਪਰ ਇੱਕ ਨਿਆਣਾ ਜਿਹੜਾ ਮੈਨੂੰ ਲੱਗਦਾ ਥੋੜਾ ਸ਼ਰਾਰਤੀ ਵੀ ਆ, ਆਪਦੇ ਬਾਰੇ ਸਮਝ ਰੱਖਦਾ, ਜਿਹਨੂੰ ਇਹ ਪਤਾ ਕਿ ਜੇ ਮੈਂ ਆਪਦੇ ਮਾਪਿਓ ਤੋਂ ਦੂਰ ਆ ਗਿਆ ਤਾਂ ਮੈਂ ਰੋ ਵੀ ਸਕਦਾ, ਮੈਂ ਆਪਣੇ ਇਮੋਸ਼ਨਸ ਐਕਸਪ੍ਰੈਸ ਕਰ ਸਕਦਾ, ਉਹ ਬੱਚਾ ਜਿਹੜਾ ਸਕੂਲ ਵਾਲਿਆਂ ਨੂੰ ਮਨਜ਼ੂਰ ਨਹੀਂ ਹੈਗਾ, ਹਨਾ। ਹੁਣ ਕਿੰਨੀਆਂ ਚੀਜ਼ਾਂ ਨੇ ਜਿਹੜੀਆਂ ਅਸੀਂ ਸਕੂਲਾਂ 'ਚ ਵਾਪਰਦੀਆਂ ਦੇਖਦੇ ਹਾਂ, ਹਨਾ। ਕਿੰਨੇ ਬੱਚਿਆਂ ਨੂੰ ਅਬਿਊਜ਼ ਕੀਤਾ ਜਾਂਦਾ, ਕਾਹਦੇ ਲਈ ਕੀਤਾ ਜਾਂਦਾ, ਕਿਉਂਕਿ ਇੰਨੇ ਛੋਟੇ ਬੱਚੇ ਨੂੰ ਕੀ ਪਤਾ ਕਿ ਮੇਰੇ ਨਾਲ ਕੀ ਹੋ ਰਿਹਾ, ਹਨਾ। ਮੈਨੂੰ ਕੋਈ ਚੰਗੇ ਤਰੀਕੇ ਨਾਲ ਟੱਚ ਕਰ ਰਿਹਾ ਜਾਂ ਮੈਨੂੰ ਬੁਰੇ ਤਰੀਕੇ ਨਾਲ ਟੱਚ ਕਰ ਰਿਹਾ। ਜਦੋਂ ਆਪਾਂ ਸਕੂਲ ਜਾਂਦੇ ਸੀ, ਕਦੀ ਤੁਹਾਨੂੰ ਲੱਗਿਆ ਸੀ ਕਿ ਸਕੂਲ ਭੇਜਦੇ ਵਕਤ ਸਾਡੇ ਮਾਪਿਓ ਦੇ ਚਿਹਰੇ ਤੇ ਫਿਕਰ ਹੁੰਦਾ ਸੀਗਾ, ਹਨਾ। ਹੁਣ ਅਸੀਂ ਆਪਣੇ ਬੱਚੇ ਨੂੰ ਭੇਜਦੇ ਹਾਂ, ਜੇ ਸਾਡਾ ਬੱਚਾ 10 ਮਿੰਟ ਵੀ ਲੇਟ ਹੋ ਜਾਂਦਾ ਅਸੀਂ ਕਿੰਨਾ ਫਿਕਰ ਕਰਦੇ ਹਾਂ। ਜਦ ਖਾਸ ਕਰਕੇ ਜਦੋਂ ਉਹ ਬੱਚਾ ਕੁੜੀ ਹੁੰਦੀ ਆ, ਅਸੀਂ ਉਹਨੂੰ ਸਕੂਲ ਭੇਜਣ ਤੋਂ ਪਹਿਲਾਂ 10 ਚੀਜ਼ਾਂ ਨੋਟਿਸ ਕਰਦੇ ਆ ਕਿ ਬੱਸ 'ਚ ਇੱਕ ਮੇਡ ਆ ਜਿਹੜੀ ਉਹ ਫੀਮੇਲ ਹੈਗੀ ਆ, ਹਨਾ, ਜਾਂ ਇਹੋ ਜਿਹੀਆਂ ਕਿੰਨੀਆਂ ਚੀਜ਼ਾਂ ਸਾਡੇ ਦਿਮਾਗ 'ਚ ਨਾ ਚਾਹੁੰਦੇ ਵੀ ਚੱਲਦੀਆਂ ਰਹਿੰਦੀਆਂ ਨੇ। ਕਿਉਂਕਿ ਅਸੀਂ ਜਿਹੜੇ ਬੱਚੇ ਨੂੰ ਸੋਝੀ ਨਹੀਂ ਆ ਰਹੀ ਅਸੀਂ ਉਹਨੂੰ ਭੇਜ ਰਹੇ ਹਾਂ, ਤੇ ਇਹ ਸਾਡੀ ਮਜਬੂਰੀ ਬਣੀ ਹੋਈ ਆ। ਮੈਨੂੰ ਲੱਗਦਾ ਕਿ ਮੈਂ ਤਾਂ ਕਦੀ ਪਹਿਲਾਂ 10 ਸਾਲ ਪਹਿਲਾਂ ਆਪਾਂ ਇਹ ਵੀ ਨਹੀਂ ਸੀ ਸੁਣਿਆ ਹੁੰਦਾ ਕਿ ਜੌਬ ਲਈ ਇੰਟਰਵਿਊ ਹੁੰਦੀ ਆ। ਅੱਜ ਕੱਲ੍ਹ ਸਕੂਲ 'ਚ ਬੱਚੇ ਦੀ ਇੰਟਰਵਿਊ ਹੋ ਰਹੀ ਆ, ਹਨਾ। ਆਪਣੇ ਘਰੇ ਰਿਸ਼ਤੇਦਾਰ ਆਉਂਦੇ ਆ, ਕਈ ਵਾਰੀ ਸਾਡਾ ਬੱਚਾ ਉਹਨਾਂ ਨੂੰ ਜਾ ਕੇ ਬੁਲਾਉਂਦਾ ਵੀ ਨਹੀਂ, ਉਹਨੂੰ ਪਤਾ ਹੁੰਦਾ ਵੀ ਮੇਰੇ ਘਰੇ ਕੋਈ ਓਪਰਾ ਆਇਆ, ਹਨਾ। ਤੇ ਇੱਕ ਕਲਾਸ 'ਚ ਲਿਜਾ ਕੇ ਤੁਸੀਂ ਨਿਆਣੇ ਨੂੰ ਬਿਠਾ ਦਿਓ ਤੇ ਓਪਰੇ ਬੰਦੇ ਸਾਹਮਣੇ ਉਹਨੂੰ ਪਹਿਲੇ ਦਿਨ ਹੀ ਜਾ ਕੇ ਕਹੋ ਵੀ ਅੱਛਾ ਤੂੰ ਦੱਸ ਤੋਤੇ ਨੂੰ ਕੀ ਕਹਿੰਦੇ ਆ, ਅੱਛਾ ਤੂੰ ਦੱਸ ਫਲਾਣੇ ਰੰਗ ਨੂੰ ਕੀ ਕਹਿੰਦੇ ਆ। ਮੈਨੂੰ ਲੱਗਦਾ ਹੈ ਕਿ ਜੇ ਉਹ ਬੱਚਾ ਸਮਝਦਾਰ ਆ ਉਹ ਕਦੀ ਨਹੀਂ ਖੁੱਲਦਾ ਉਹਦੇ ਨਾਲ। ਸਾਡੇ ਇੱਕ ਪ੍ਰਿੰਸੀਪਲ ਹੁੰਦੇ ਸੀਗੇ ਭਗਤ ਪੂਰਨ ਸਿੰਘ ਸਕੂਲ 'ਚ ਜਿੱਥੇ ਮੈਂ ਪੜ੍ਹਦੀ ਸੀਗੀ ਰਾਜੇਵਾਲ, ਉਹ ਕਹਿੰਦੇ ਹੁੰਦੇ ਸੀ, ਕਹਿੰਦੇ ਮੇਰੇ ਇੱਕ ਰਿਸ਼ਤੇਦਾਰ ਮੇਰੇ ਘਰੇ ਆਏ, ਉਹਨਾਂ ਨੇ ਸਾਨੂੰ ਬਹੁਤ ਵਾਰ ਇਹ ਗੱਲ ਸੁਣਾਈ ਅਸੈਂਬਲੀ 'ਚ, ਹਨਾ। ਉਹ ਕਹਿੰਦੇ ਕਿ ਰਿਸ਼ਤੇਦਾਰ ਘਰ ਆਏ, ਉਹਨਾਂ ਦਾ ਨਿਆਣਾ ਭੱਜ ਕੇ ਮੇਰੀ ਗੋਦੀ 'ਚ ਆ ਗਿਆ, ਹਨਾ। ਕਹਿੰਦੇ ਮੈਂ ਕਿਹਾ ਵੀ ਤੁਹਾਡਾ ਤਾਂ ਨਿਆਣਾ ਬੜਾ ਬੁੱਧੂ ਆ। ਉਹ ਕਹਿੰਦੇ ਨਹੀਂ ਖੁਸ਼ ਮਿਜਾਜ ਆ, ਹਰੇਕ ਕੋਲ ਚਲਿਆ ਜਾਂਦਾ। ਕਹਿੰਦੇ ਮੈਂ ਕਿਹਾ ਇਹ ਖੁਸ਼ ਮਿਜਾਜ ਨਹੀਂ ਹੈਗਾ, ਇਹ ਅਕਲਮੰਦ ਨਹੀਂ ਹੈਗਾ, ਇਹਨੂੰ ਪਤਾ ਹੀ ਨਹੀਂ ਕਿ ਓਪਰਾ ਤੇ ਆਪਣਾ ਕੌਣ ਆ, ਹਨਾ। ਕਹਿੰਦੇ ਮੈਂ ਕਿਹਾ ਤੁਹਾਨੂੰ ਤਾਂ ਇਸ ਬੱਚੇ ਨੂੰ ਬਹੁਤ ਸਿਖਾਉਣਾ ਚਾਹੀਦਾ ਕਿ ਕਿਸੇ ਵੀ ਓਪਰੇ ਕੋਲ ਇੱਕਦਮ ਨਹੀਂ ਚਲੇ ਜਾਣਾ ਹੁੰਦਾ, ਹਨਾ। ਤੇ ਅੱਜ ਕੱਲ ਸਾਨੂੰ ਕਹਿੰਦੇ ਨੇ ਕਿ ਤੁਸੀਂ ਘਰੋਂ ਇੰਨਾ ਸਿਖਾ ਕੇ ਲਿਆਓ ਕਿ ਜਦੋਂ ਉਹ ਸਕੂਲ ਦੀ ਕਿਸੇ ਇੰਟਰਵਿਊ ਤੇ ਆਉਂਦਾ ਜਾਂ ਫਿਰ ਸਕੂਲ 'ਚ ਆ ਕੇ ਬੱਚਾ ਬੈਠਦਾ, ਜਿਵੇਂ ਟੀਚਰ ਉਹਨੂੰ ਕਮਾਂਡ ਕਰਦੀ ਆ ਉਹ ਮੰਨੀ ਜਾਵੇ, ਜਾਂ ਫਿਰ ਜਦੋਂ ਵੀ ਟੀਚਰ ਕਹੇ ਤੂੰ ਮੈਨੂੰ ਆ ਸੁਣਾ ਤਾਂ ਉਹ ਉਦੋਂ ਹੀ ਸੁਣਾਉਣ ਲੱਗ ਜਾਵੇ। ਮੈਨੂੰ ਲੱਗਦਾ ਕਿ ਇੱਕ ਟੀਚਰ ਨੂੰ ਪਤਾ ਹੋਣਾ ਚਾਹੀਦਾ ਕਿ ਜਿਹੜਾ ਨਿਆਣਾ ਇੱਕ ਘਰ ਦੇ ਮਾਹੌਲ 'ਚੋਂ ਨਿਕਲ ਕੇ ਆਇਆ, ਉਹਨੂੰ ਇਸ ਮਾਹੌਲ 'ਚ ਆਉਂਦਿਆਂ ਐਡਜਸਟ ਕਰਦਿਆਂ ਥੋੜਾ ਵਕਤ ਲੱਗੂਗਾ, ਹਨਾ। ਡਾਕਟਰ ਕਪੂਰ ਜਿਵੇਂ ਕਹਿੰਦੇ ਹੁੰਦੇ ਨਾ ਕਿ ਅਧਿਆਪਕ ਆ ਜਿਹੜਾ ਉਹ ਨਲਾਇਕ ਹੁੰਦਾ, ਬੱਚਾ ਨਹੀਂ ਨਲਾਇਕ ਹੁੰਦਾ, ਹਨਾ। ਮੈਨੂੰ ਲੱਗਦਾ ਕਿ ਸਾਡੇ ਅਧਿਆਪਕਾਂ ਦੀ ਇੰਟਰਵਿਊ 'ਚ ਇਹ ਚੀਜ਼ਾਂ ਸ਼ਾਮਿਲ ਹੋਣੀਆਂ ਚਾਹੀਦੀਆਂ ਨੇ ਕਿ ਪੜ੍ਹਾਉਣ ਤੋਂ ਇਲਾਵਾ ਤੁਸੀਂ ਨਿਆਣੇ ਲਈ ਕੀ ਕਰ ਸਕਦੇ ਹੋ, ਹਨਾ। ਜੇ ਤੁਹਾਡੇ ਕੋਲ ਕੋਈ ਇਹੋ ਜਿਹਾ ਜਵਾਕ ਆ ਗਿਆ ਜਿਹੜਾ ਤੁਹਾਨੂੰ ਲੱਗਦਾ ਹੈ ਕਿ ਉਹਦਾ ਮਿਜਾਜ ਆ ਜਿਹੜਾ ਬਾਕੀ ਨਿਆਣਿਆਂ ਨਾਲੋਂ ਵੱਖਰਾ, ਉਹਨੂੰ ਤੁਸੀਂ ਕਿਵੇਂ ਹੈਂਡਲ ਕਰੋਗੇ। ਜਾਂ ਜੇ ਤੁਹਾਨੂੰ ਇੱਕ ਦਿਨ ਇੱਕ ਬੱਚੇ ਨੂੰ ਵਕਤ ਦੇਣਾ ਵੀ ਪੈ ਗਿਆ, ਤੁਹਾਡਾ ਇੱਕ ਸਿਲੇਬਸ ਦਾ ਇੱਕ ਚੈਪਟਰ ਮਿਸ ਵੀ ਹੋ ਗਿਆ, ਤਾਂ ਤੁਸੀਂ ਉਹਨੂੰ ਆਪਣੇ ਆਪ ਤੇ ਹਾਵੀ ਨਹੀਂ ਕਰ ਲੈਣਾ, ਹਨਾ। ਜਦ ਕਿ ਸਾਡਾ ਸਿਸਟਮ ਇਹੀ ਆ ਸਾਡੇ ਪੜ੍ਹਾਉਣ ਦਾ ਕਿ ਸਾਡਾ ਸਿਲੇਬਸ ਨਹੀਂ ਕਦੇ ਵੀ ਪਿੱਛੇ ਰਹਿ ਜਾਣਾ ਚਾਹੀਦਾ। ਨਿਆਣਾ ਜੋ ਮਰਜ਼ੀ ਸੋਚੀ ਜਾਵੇ, ਅਸੀਂ ਨਿਆਣੇ ਤੇ ਧਿਆਨ ਨਹੀਂ ਦਿੰਦੇ। ਤੇ ਬਹੁਤ ਸਾਰੇ ਮਾਂ ਪਿਓ ਵੀ ਇਹ ਮੂਰਖਤਾਵਾਂ ਕਰਦੇ ਆ ਕਿ ਜਦੋਂ PTM ਤੇ ਜਾਂਦੇ ਆ ਨਾ, ਨਿਆਣੇ ਬਾਰੇ ਇੱਕ ਨੈਗੇਟਿਵ ਗੱਲ ਹੋ ਗਈ, ਉਹ ਘਰੇ ਆ ਕੇ ਉਹਦੇ ਨਾਲ ਕਿੱਦਾਂ ਦਾ ਵਰਤਾਅ ਕਰਦੇ ਆ ਆਪਾਂ ਸੋਚ ਨਹੀਂ ਸਕਦੇ ਨਾ। ਉਹ ਬਿਲਕੁਲ ਹੀ ਨਹੀਂ ਨੋਟਿਸ ਕਰਦੇ ਕਿ ਇਸ ਨਿਆਣੇ ਨੂੰ ਅਸੀਂ ਪਾਲਿਆ, ਮਤਲਬ ਗਲਤੀ ਸਾਡੇ 'ਚ ਵੀ ਹੋ ਸਕਦੀ ਹੈ। ਜਾਂ ਫਿਰ ਜੇ ਨਿਆਣੇ ਨੇ ਕੁਛ ਇਹੋ ਜਿਹਾ ਕਰਤਾ ਤੇ ਨਿਆਣਾ, ਅਸੀਂ ਨਿਆਣੇ ਵਾਲਾ ਕਨਸੈਪਟ ਤਾਂ ਕੱਢ ਹੀ ਦਿੱਤਾ ਦਿਮਾਗ 'ਚੋਂ, ਕੱਢ ਵੀ ਦਿੰਨੇ। ਤਾਂ ਆਪਾਂ ਇਹ ਨਹੀਂ ਸੋਚਦੇ ਕਿ ਮੈਂ ਆਪਣੇ ਨਿਆਣੇ ਨੂੰ ਪਿਛਲੇ 4 ਸਾਲਾਂ ਤੋਂ ਓਬਜ਼ਰਵ ਕਰ ਰਿਹਾ, ਇਹਦੇ 'ਚ ਕੀ ਚੰਗਾ ਕੀ ਮਾੜਾ ਜਾਂ ਕਿਵੇਂ ਦਾ ਇਹ ਇਨਸਾਨ ਆ, ਜਾਂ ਇੱਕ ਟੀਚਰ ਸਿਰਫ ਇਹਨੂੰ 2 ਮਹੀਨਿਆਂ ਤੋਂ ਓਬਜ਼ਰਵ ਕਰ ਰਿਹਾ, ਉਹ ਵੀ ਉਸ ਇਨਵਾਇਰਨਮੈਂਟ 'ਚ ਜਿਹਦੇ ਲਈ ਨਿਆਣਾ ਪਹਿਲਾਂ ਫੈਮਿਲੀਅਰ ਹੈ ਹੀ ਨਹੀਂ ਸੀਗਾ, ਹਨਾ। ਆਪਾਂ ਏਡੇ ਹੋ ਗਏ। ਹੁਣ ਵੀ ਮੰਮੀ 4 ਮਹੀਨੇ ਲਾ ਕੇ ਜਦੋਂ ਵਾਪਸ ਆਸਟ੍ਰੇਲੀਆ ਗਏ ਨੇ, ਹਨਾ, ਮੇਰਾ ਕਿੰਨੇ ਦਿਨ ਦਿਲ ਨਹੀਂ ਲੱਗਿਆ। ਬਿਲਕੁਲ ਆਪਦੇ ਮਾਪਿਆਂ ਨੂੰ ਚਿਰਾਂ ਬਾਅਦ ਦੇਖ ਕੇ ਆਪਾਂ ਮਾਂ-ਬਾਪ ਨੂੰ ਮਿਸ ਕਰਦੇ ਆ, ਹਨਾ। ਈਵਨ ਆਪਣੇ ਭੈਣ ਭਰਾਵਾਂ ਨੂੰ, ਮਤਲਬ ਜਿਨ੍ਹਾਂ ਨਾਲ ਤੁਹਾਡਾ ਸਟਰੋਂਗ ਐਂਡ ਸਿਕਿਉਰ ਬੌਂਡ ਹੁੰਦਾ, ਤੁਸੀਂ ਉਹਨਾਂ ਦੇ ਨਾਲ ਚੰਗਾ ਮਹਿਸੂਸ ਕਰਦੇ ਹੋ, ਤੁਸੀਂ ਉਹਨਾਂ ਦੀ ਕੰਪਨੀ ਇੰਜੋਏ ਕਰਦੇ ਹੋ। ਮਤਲਬ 33 ਸਾਲ ਦੀ ਉਮਰ 'ਚ ਵੀ ਆ ਕੇ ਮੈਂ ਆਪਣੀ ਮਦਰ ਨੂੰ ਮਿਸ ਕੀਤਾ ਕਿ ਜਦੋਂ ਉਹ ਵਾਪਸ ਆਸਟ੍ਰੇਲੀਆ ਗਏ ਨੇ, ਹਨਾ। ਪਰ ਅੱਜ ਕੱਲ੍ਹ ਸਕੂਲਾਂ ਦੇ ਵਿੱਚ ਨਾ ਨਿਆਣਿਆਂ ਦਾ ਪਹਿਲੇ ਦਿਨ ਜਾ ਕੇ ਰੋਣਾ ਵੀ ਅਬਨੋਰਮਲ ਮੰਨਿਆ ਜਾਂਦਾ ਵਾ। ਮੈਨੂੰ ਲੱਗਦਾ ਕਿ ਜਿਹੜੇ ਪ੍ਰੀ ਸਕੂਲਾਂ ਦਾ ਕਨਸੈਪਟ ਆ ਨਾ, ਹੋ ਸਕਦਾ ਕਿਸੇ ਨੂੰ ਇਹ ਗੱਲ ਨਾ ਚੰਗੀ ਲੱਗੇ, ਇਹ ਮੈਨੂੰ ਲੱਗਦਾ ਖਤਮ ਕਰ ਦੇਣਾ ਚਾਹੀਦਾ।
ਇਹ ਇੱਕ ਸਟ੍ਰੈਟਜੀ ਤਹਿਤ ਲਿਆਂਦੇ ਗਏ ਨੇ ਕਿ ਸਕੂਲ ਦੇ ਵਿੱਚ ਟੀਚਰਸ ਨੂੰ ਬੱਚੇ ਤੇ ਮਿਹਨਤ ਨਾ ਕੀਤੀ ਜਾਂ ਕਰਨੀ ਪਵੇ, ਉਹਨੂੰ ਇੱਕ ਬਣਿਆ ਬਣਾਇਆ ਇੱਕ ਪੀਸ ਮਿਲ ਜਾਵੇ ਜਿਹਨੂੰ ਅੱਗੇ ਉਹ ਫਿਰ ਉਹ ਆਪਣੇ ਹਿਸਾਬ ਨਾਲ ਘੜਦਾ ਰਹੇ, ਹੈ ਨਾ। ਉਹਨਾਂ ਨੂੰ ਇਹ ਲੱਗਦਾ ਕਿ ਜਦੋਂ ਤੁਸੀਂ ਨਰਸਰੀ 'ਚ LKG 'ਚ ਆਪਣਾ ਨਿਆਣਾ ਦਾਖਲ ਕਰਾਉਣ ਜਾਂਦੇ ਹੋ ਨਾ, ਤਾਂ ਉੱਥੇ ਫਾਰਮ 'ਤੇ ਲਿਖਿਆ ਹੁੰਦਾ ਹੈ ਕਿ ਇਹਦਾ ਪਿਛਲਾ ਸਕੂਲ ਕਿਹੜਾ ਸੀਗਾ। 4 ਸਾਲ ਤੋਂ ਪਹਿਲਾਂ ਨਿਆਣਾ ਕਿਹੜੇ ਸਕੂਲ 'ਚ ਜਾ ਸਕਦਾ ਭੈਣੇ? ਕਿਹੜੇ ਮਾਂ-ਬਾਪ ਨੂੰ ਜਾਂ ਕਿਹੜੇ ਬੱਚੇ ਨੂੰ ਇਹ ਜ਼ਰੂਰਤ ਫੀਲ ਹੁੰਦੀ ਹੈ? ਮੈਂ ਕਹਿੰਦੀ ਹਾਂ ਕਿ ਸੱਚੀ ਫਿਰ ਅਸੀਂ ਬੇਵਕੂਫਾਂ ਜੇ ਸਾਨੂੰ ਵੀ ਮਹਿਸੂਸ ਹੁੰਦਾ ਕਿ 4 ਸਾਲ ਤੋਂ ਪਹਿਲਾਂ ਮੇਰੇ ਨਿਆਣੇ ਨੂੰ ਕਿਸੇ ਸਕੂਲ ਦੀ ਜ਼ਰੂਰਤ ਹੈ, ਇਹਦਾ ਮਤਲਬ ਤੁਸੀਂ ਉਹਨੂੰ ਘਰੇ ਕੁਝ ਨਹੀਂ ਸਿਖਾ ਰਹੇ ਹੈਗੇ। ਜਦ ਤੁਸੀਂ ਉਹਨੂੰ ਇੰਨਾ ਵਕਤ ਨਹੀਂ ਦੇਣਾ ਚਾਹੁੰਦੇ। ਅਸੀਂ ਦੋਵੇਂ ਬਹੁਤ ਜ਼ਿਆਦਾ ਬਿਜ਼ੀ ਸੀ। ਅਨੰਤ ਬਹੁਤ ਸ਼ਰਾਰਤੀ ਆ, ਬਹੁਤ ਜ਼ਿਆਦਾ ਧਿਆਨ ਮੰਗਦੀ ਆ, ਮਤਲਬ ਅਸੀਂ ਅੱਖ ਨਹੀਂ ਝਮਕ ਸਕਦੇ ਹੈਗੇ, ਉਹਦਾ ਇੰਨਾ ਕਈ ਵਾਰੀ ਖਿਆਲ ਰੱਖਣਾ ਪੈਂਦਾ ਹੈ ਨਾ। ਬਾਵਜੂਦ ਵੀ ਇਸ ਦੇ ਅਸੀਂ ਕਦੇ ਇਹ ਨਹੀਂ ਕਿਹਾ ਕਿ ਸਾਡੇ ਗਲੋਂ ਫਾਹਾ ਲਵੇ। ਘੱਟੋ ਘੱਟ ਇਹਨੂੰ 2 ਘੰਟੇ ਕਿਸੇ ਸਕੂਲ 'ਚ ਪਾਇਆ ਹੈਗੇ, ਹੈ ਨਾ। ਸਾਨੂੰ ਲੱਗਿਆ ਸੀ ਕਿ ਇਹਨੇ ਸਾਰੀ ਉਮਰ ਹੀ ਘਰ ਤੋਂ ਬਾਹਰ ਪੈਰ ਰਹਿਣਾ ਇਹਦਾ, ਜੇ ਮਤਲਬ ਸਾਡੇ ਕੋਲ ਸਿਰਫ 4 ਸਾਲ ਨੇ ਇਹਨੂੰ ਹੋਮਲੀ ਇਨਵਾਇਰਨਮੈਂਟ ਦੇਣ ਦੇ, ਇਹਨੂੰ ਉਹ ਚੀਜ਼ਾਂ ਸਿਖਾਉਣ ਦੀ ਜਿਹੜੀਆਂ ਸ਼ਾਇਦ ਸਕੂਲ ਦੇ ਸਿਲੇਬਸ 'ਚ ਨਹੀਂ ਹੈਗੀਆਂ। ਇਹਦੇ ਲਈ ਗੁਰੂ ਘਰ ਵੀ ਜ਼ਰੂਰੀ ਹੋਣਾ ਚਾਹੀਦਾ। ਇਹਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਮੇਰਾ ਗੁਰਦੁਆਰਾ ਸਾਹਿਬ ਜਾਣਾ ਜ਼ਰੂਰੀ ਹੈ। ਇਹਨੂੰ ਇਹ ਪਤਾ ਹੋਣਾ ਚਾਹੀਦਾ ਕਿ ਮੈਨੂੰ ਪਾਠ ਹੋਣਾ, ਘਰੋਂ ਨਿਕਲਦੇ ਵਕਤ ਮੇਰੇ ਲਈ ਮੱਥਾ ਟੇਕ ਕੇ ਨਿਕਲਣਾ ਵੀ ਜ਼ਰੂਰੀ ਹੁੰਦਾ। ਘਰੇ ਆਏ ਗਏ ਨੂੰ ਅਸੀਂ ਕਿਵੇਂ ਬੁਲਾਉਣਾ ਆ, ਕਿਵੇਂ ਕਿਸੇ ਰਿਸ਼ਤੇਦਾਰ ਨੂੰ ਜਾਂ ਮਹਿਮਾਨ ਨੂੰ ਤੁਸੀਂ ਵੈਲਕਮ ਕਰਨਾ ਆ, ਹੈ ਨਾ। ਮੈਨੂੰ ਲੱਗਦਾ ਕਿ ਉਹ ਟਾਈਮ ਹੁੰਦਾ ਤੁਹਾਡੇ ਕੋਲ ਜਦੋਂ ਤੁਸੀਂ ਬੱਚੇ ਨੂੰ ਇਹ ਚੀਜ਼ਾਂ ਸਿਖਾ ਸਕਦੇ ਆ ਜਿਹੜੀਆਂ ਕਿ ਉਹਦੇ ਸਕੂਲ ਦੇ ਸਿਲੇਬਸ ਦਾ ਹਿੱਸਾ ਨਹੀਂ ਹੁੰਦੀਆਂ, ਹੈ ਨਾ। ਹੁਣ ਜੇ ਉਹਦੇ 'ਚ ਵੀ ਮਤਲਬ ਐਜੂਕੇਸ਼ਨ ਸਿਸਟਮ ਨੂੰ ਇਹ ਲੱਗਦਾ ਹੈ ਕਿ ਮਾਂ-ਬਾਪ ਫੇਲ ਨੇਗੇ ਜੇ ਤੁਸੀਂ ਉਹਨੂੰ 4 ਸਾਲ ਦੀ ਉਮਰ 'ਚ ਸਕੂਲ ਆ ਰਹੇ, ਤਾਂ ਮੈਨੂੰ ਲੱਗਦਾ ਹੈ ਕਿ ਮਾਂ-ਬਾਪ ਨਹੀਂ, ਸਾਡੇ ਸਿਸਟਮ 'ਚ ਕਮੀਆਂ ਨੇ, ਹੈ ਨਾ। ਜਾਂ ਕਈ ਪੇਰੈਂਟਸ ਵੀ ਇਹ ਸੋਚਦੇ ਨੇਗੇ ਕਿ ਜਿਵੇਂ ਹੁਣ ਅਨੰਤ 3 ਸਾਲ ਦੀ ਸੀਗੀ ਜਦੋਂ ਸਾਨੂੰ ਕਈ ਵਾਰ ਆਲੇ ਦੁਆਲੇ ਵੀ ਲੋਕੀ ਕਹਿ ਦਿੰਦੇ ਸੀ ਇਹਨੂੰ ਤੁਸੀਂ ਸਕੂਲ ਪਾਓ, ਘਰੇ ਇੰਨਾ ਤੰਗ ਕਰਦੀ ਆ ਇਹ। ਮੈਂ ਕਹਿਣਾ ਵੀ ਆਪਦੇ ਨਿਆਣੇ ਤੋਂ ਤੁਸੀਂ ਕਿਵੇਂ ਅੱਕ ਸਕਦੇ ਹੋ? ਜੇ ਮੈਂ ਤੰਗ ਹੋ ਸਕਦੀ ਹਾਂ ਆਪਦੇ ਨਿਆਣੇ ਤੋਂ, ਤੇ ਜਿਨ੍ਹਾਂ ਕੋਲ ਮੈਂ ਭੇਜੂੰਗੀ ਕਿ ਉਹ ਨਹੀਂ ਇਹਦੇ ਤੋਂ ਤੰਗ ਹੋਣਗੇ। ਇਹ ਚੀਜ਼ ਨਹੀਂ ਅਸੀਂ ਮੈਂ ਤਾਂ ਸਬਰ ਕਰ ਲੂੰਗੀ ਕਿ ਮੈਂ ਮਾਂ ਇਹਦੀ, ਜਾਂ ਇਹ ਪਿਓ ਨੇ ਇਹਨਾਂ ਦੇ, ਨਾ ਮਤਲਬ ਪਿਓ ਸਬਰ ਕਰ ਲੂਗਾ ਕਿ ਮੇਰਾ ਬੱਚਾ ਯਾਰ ਸ਼ਰਾਰਤ ਵੀ ਕਰੂਗਾ, ਉਹਨੂੰ ਗੁੱਸਾ ਵੀ ਜੇ ਆਊਗਾ ਬੰਦਾ ਟਾਲ ਵੀ ਲਊਗਾ, ਕਿਸੇ ਤਰੀਕੇ ਨਾਲ ਨਿਆਣੇ ਨੂੰ ਸਮਝਾ ਵੀ ਲਊਗਾ। ਦੂਜਾ ਬੰਦਾ ਕਿਹੜਾ ਕਿਸੇ ਨਿਆਣੇ ਦੀ ਸ਼ਰਾਰਤ ਜਰਦਾ ਹੁੰਦਾ? ਨਹੀਂ ਜਰਦਾ ਹੁੰਦਾ ਨਾ। ਤਾਂ ਉੱਥੋਂ ਤੁਹਾਡੇ ਨਿਆਣੇ ਨੂੰ ਇੱਕ ਸਟਰਕਚਰ 'ਚ ਪਾਉਣਾ ਸ਼ੁਰੂ ਕਰ ਦਿੰਦੇ ਨੇ। ਮੈਨੂੰ ਉਹਦੇ ਸਕੂਲ ਦਾ ਪਹਿਲਾ ਦਿਨ ਯਾਦ ਆ, ਕਿਉਂਕਿ ਆਪਾਂ 5 ਸਾਲ ਦੀ ਉਮਰ 'ਚ ਸਕੂਲ ਜਾਣ ਲੱਗਿਆ। ਮੈਨੂੰ ਇਹ ਵੀ ਯਾਦ ਆ ਕਿ ਵੀ ਮੈਂ ਰੋਈ ਸੀ ਤੇ ਮੇਰੇ ਪੇਰੈਂਟਸ ਨੂੰ ਕਿਸੇ ਨੇ ਨਹੀਂ ਸੀ ਕਿਹਾ ਕਿ ਇਹਨੂੰ ਕੋਈ ਦਿੱਕਤ ਆ, ਕਿ ਇਹ ਰੋ ਰਹੀ ਆ, ਕਿਉਂਕਿ ਉਹ ਨੋਰਮਲ ਚੀਜ਼ਾਂ ਸੀਗੀਆਂ। ਜਿਹੜਾ ਨਿਆਣਾ ਸਕੂਲ ਦੇ ਇਨਵਾਇਰਨਮੈਂਟ ਤੋਂ ਵਾਕਿਫ ਹੀ ਨਹੀਂ ਹੈਗਾ, ਉਹ ਕਿਸੇ ਸਟਰਕਚਰ 'ਚ ਪਹਿਲਾਂ ਗਿਆ ਹੀ ਨਹੀਂ ਹੈਗਾ, ਤਾਂ ਓਬਵੀਅਸਲੀ ਉਹ ਇੱਕਦਮ ਆਪਣੇ ਮਾਂ-ਬਾਪ ਤੋਂ ਜਦੋਂ 4 ਘੰਟੇ ਲਈ ਵੀ ਪਰੇ ਜਾ ਰਿਹਾ, ਤਾਂ ਉਹਨੂੰ ਇਹ ਲੱਗਦਾ ਕਿ ਮੇਰੇ ਨਾਲ ਕੁਝ ਹੋ ਗਿਆ। ਪਿਛਲੇ 4 ਸਾਲਾਂ 'ਚ ਤਾਂ ਕਦੇ ਇੱਦਾਂ ਹੋਇਆ ਨਹੀਂ। ਉਹਨੂੰ ਚੇਂਜ ਐਕਸੈਪਟ ਕਰਨ ਨੂੰ ਟਾਈਮ ਲੱਗੂਗਾ, ਤਾਂ ਇਹ ਚੀਜ਼ਾਂ ਅਸੀਂ ਸਮਝਦੇ ਹੀ ਨਹੀਂ ਹੈਗੇ। ਗੁਰੂ ਇਕਬਾਲ ਭਾਜੀ ਨੇ ਉਹਨਾਂ ਨਾਲ ਇੱਕ ਅਸੀਂ ਗੱਲ ਕਰ ਰਹੇ ਸੀਗੇ, ਜਿਵੇਂ ਉਹ ਇਵੈਂਟਸ ਕਰਦੇ ਨੇਗੇ ਤੇ ਹੁਣ ਉਹਨਾਂ ਦਾ ਕੈਨੇਡਾ ਪ੍ਰੋਗਰਾਮ, ਉਹ ਕਹਿੰਦੇ ਮੈਂ ਇਸ ਚੀਜ਼ 'ਤੇ ਗੱਲ ਕਰਨਾ ਚਾਹੁੰਦਾ ਕਿ ਬੱਚਿਆਂ ਦੀ ਐਜੂਕੇਸ਼ਨ ਉਹਨੂੰ ਲੈ ਕੇ। ਉਹ ਕਹਿੰਦੇ ਕਿ ਕਿਸੇ ਸਕੂਲ ਦੇ ਵਿੱਚ ਕਿਸੇ ਪ੍ਰਿੰਸੀਪਲ ਜਾਂ ਕਿਸੇ ਟੀਚਰ ਨੂੰ ਅੱਜ ਤੱਕ ਇਹ ਜ਼ਰੂਰੀ ਨਹੀਂ ਲੱਗਿਆ ਕਿ ਅਸੀਂ ਚਾਈਲਡ ਸਾਈਕੋਲੋਜੀ ਦੀਆਂ ਕਲਾਸਾਂ ਲਈਏ। ਟੀਚਰ ਮੈਨੂੰ ਲੱਗਦਾ ਹੈ ਕਿ ਸਭ ਤੋਂ ਵਧੀਆ ਸਾਈਕੋਲੋਜਿਸਟ ਵੀ ਹੋਣਾ ਚਾਹੀਦਾ। ਸਭ ਤੋਂ ਪਹਿਲਾਂ ਉਹਦੀ ਆਪਣੀ ਸਾਈਕੋਲੋਜੀ ਚੰਗੀ ਹੋਣੀ ਚਾਹੀਦੀ ਹੈ, ਫਿਰ ਹੀ ਤੁਸੀਂ ਨਿਆਣਿਆਂ ਦੀ ਸਾਈਕੋਲੋਜੀ ਨੂੰ ਸਮਝ ਪਾਉਂਦੇ ਹੋ ਨਾ। ਹੁਣ ਤੁਸੀਂ ਕਿਹਾ ਕਿ ਇੰਨੇ ਛੋਟੇ ਬੱਚੇ ਨੂੰ ਤੁਸੀਂ ਬਾਹਰ ਭੇਜਣਾ, ਆਪਾਂ ਕਹਿੰਦੇ ਕਿ ਬੱਚੇ ਘਰੇ ਆ ਕੇ ਗੱਲ ਕਿਉਂ ਨਹੀਂ ਕਰਦੇ? ਕਿਉਂਕਿ ਕਈ ਵਾਰੀ ਸਕੂਲ ਵੀ ਤੁਹਾਡੀ ਸਾਈਕੋਲੋਜੀ 'ਚ ਡਰ ਪਾਉਂਦਾ ਆ। ਨਿਆਣੇ ਨੂੰ, ਅਗਰ ਉਹ ਨਿਆਣਾ ਸ਼ਰਾਰਤਾਂ ਕਰ ਰਿਹਾ ਕਲਾਸ ਦੇ ਵਿੱਚ, ਤਾਂ ਤੁਸੀਂ ਉਹਨੂੰ ਮਤਲਬ ਬਿਹੇਵ ਸਿਖਾਉਣ ਦੇ ਲਈ ਕਈ ਵਾਰੀ ਉਹਨੂੰ ਤੁਸੀਂ ਡਰ ਦਿੰਦੇ ਹੋ ਕਿ ਮੈਂ ਤੈਨੂੰ ਐਂ ਕਰ ਦੂੰਗਾ, ਮੈਂ ਤੈਨੂੰ ਡਾਰਕ ਰੂਮ 'ਚ ਸਿੱਟ ਦੂੰਗਾ। ਇਹ ਸਕੂਲਾਂ 'ਚ ਉਹ ਲੈਂਗੁਏਜ ਯੂਜ਼ ਕੀਤੀ ਜਾਂਦੀ ਆ। ਤੁਸੀਂ ਇਹ ਨਹੀਂ ਸੋਚਦੇ ਕਿ ਤੁਸੀਂ ਨਿਆਣੇ ਦੀ ਸਾਈਕੋਲੋਜੀ 'ਚ ਡਰ ਪਾ ਰਹੇ ਹੋ। ਉਹ ਡਰ ਉਹਨੂੰ ਘਰੇ ਜਾ ਕੇ ਕਿੰਨੀਆਂ ਚੀਜ਼ਾਂ ਦੱਸਣ ਤੋਂ ਰੋਕਦਾ ਆ, ਕਿੰਨੀਆਂ ਚੀਜ਼ਾਂ ਉਹਦੇ ਨਾਲ ਗਲਤ ਹੋ ਸਕਦੀਆਂ ਨੇ, ਤੇ ਉਹ ਕਹਿ ਕੇ ਉਹਨੂੰ ਕੋਈ ਵੀ ਡਰਾ ਸਕਦਾ ਹੈ ਕਿ ਮੈਂ ਤੈਨੂੰ ਐਂ ਕਰ ਦੂੰ ਜੇ ਤੂੰ ਘਰ ਜਾ ਕੇ ਦੱਸਿਆ। ਮਤਲਬ ਡਰ ਨਾ ਪਾਓ, ਨਿਆਣੇ ਨੂੰ ਸਿਖਾਓ ਤੁਸੀਂ। ਇਹ ਚੀਜ਼ਾਂ ਬਹੁਤ ਔਖੀਆਂ ਹੁੰਦੀਆਂ ਨੇ। ਸ਼ਾਇਦ ਆਪਾਂ ਕਹੀਏ ਕਈ ਵਾਰੀ ਆਪਾਂ ਆਪਣੇ ਇੱਕ ਨਿਆਣੇ ਤੋਂ ਵੀ ਅੱਕ ਜਾਂਦੇ ਹਾਂ। ਮਤਲਬ ਸਕੂਲਾਂ ਦੇ ਵਿੱਚ ਇੱਕ ਕਲਾਸ ਦੇ ਵਿੱਚ ਮਤਲਬ 25 ਤੋਂ 30 ਬੱਚੇ ਹੁੰਦੇ ਹੀ ਹੁੰਦੇ ਨੇਗੇ, ਤੇ ਇੱਕ ਟੀਚਰ ਦੇ ਲਈ ਵੀ ਬਹੁਤ ਔਖਾ ਇੰਨੇ ਸਾਰੇ ਬੱਚਿਆਂ ਨੂੰ ਮੈਨੇਜ ਕਰਨਾ, ਉਹਨਾਂ ਨੂੰ ਸਿਖਾਉਣਾ। ਪਰ ਮੈਨੂੰ ਲੱਗਦਾ ਹੁੰਦਾ ਕਿ ਸਾਡੇ ਲਈ ਚੈਲੰਜ ਵੀ ਇਹੀ ਚੀਜ਼ਾਂ ਨੇ, ਹੈ ਨਾ। ਇੱਕ ਨਿਆਣੇ ਨੂੰ ਬਿਨਾਂ ਡਰਾਏ, ਬਿਨਾਂ ਧਮਕਾਏ ਤੁਸੀਂ ਕਿੱਦਾਂ ਸਮਝ ਕੇ ਸਿਖਾ ਰਹੇ ਹੋ, ਉਹ ਮੈਨੂੰ ਲੱਗਦਾ ਹੈ ਕਿ ਅਸਲੀ ਤੁਹਾਡਾ ਗੁਣ ਹੋਣਾ ਚਾਹੀਦਾ, ਬਜਾਏ ਇਸ ਦੇ ਕਿ ਤੁਸੀਂ ਇਹ ਚਾਹੋ ਕਿ ਤੁਹਾਡੇ ਕੋਲ ਇੱਕ ਟ੍ਰੇਨਡ ਬੱਚਾ ਆਵੇ
4 ਸਾਲ ਦੀ ਜਾਂ 3 ਸਾਲ ਦੀ ਉਮਰ ਦੇ ਵਿੱਚ ਇਹਦਾ ਇੱਕ ਪ੍ਰੀਵੀਅਸ ਸਕੂਲ ਹੋਣਾ ਚਾਹੀਦਾ ਸੀਗਾ, ਜਾਂ ਇਸ ਤੋਂ ਇਲਾਵਾ ਇਹ ਉੱਦਾਂ ਦਾ ਇੱਕ ਬੱਚਾ ਹੋਣਾ ਚਾਹੀਦਾ ਵਾ ਜਿਹੜਾ ਕਿ ਜੇ ਮੈਂ ਕਹਿੰਦਾ ਵੀ ਧੁੱਪ ਨੂੰ ਧੁੱਪ, ਛਾਂ ਨੂੰ ਛਾਂ, ਉੱਠ ਜਾ ਤਾਂ ਉੱਠ ਜਾਵੇ, ਬੈਠ ਜਾ ਤਾਂ ਬੈਠ ਜਾਵੇ, ਹੈ ਨਾ। ਕਿੰਨੀਆਂ ਚੀਜ਼ਾਂ ਨੇ, ਕਿੰਨੀਆਂ ਸ਼ਰਾਰਤਾਂ ਮੈਨੂੰ ਆਪਣੀਆਂ ਯਾਦ ਨੇ ਜਿਹੜੀਆਂ ਆਪਾਂ ਸਕੂਲ ਦੇ ਵਿੱਚ ਕਰਦੇ ਹੁੰਦੇ ਸੀ ਤੇ ਟੀਚਰ ਨੇ ਕਦੇ ਘਰੇ ਨਹੀਂ ਸੀ ਕਿਹਾ ਕਿ ਇਹ ਇਦਾਂ ਕਰਦੇ ਨੇਗੇ। ਆਪਾਂ ਨੂੰ ਵੀ ਪਤਾ ਹੁੰਦਾ ਹੈ ਕਿ ਯਾਰ ਇਹਨਾਂ ਨੇ ਲੜ ਲੁੜ ਕੇ ਬਾਅਦ ਚੋਂ ਇੱਕੋ ਜਿਹੀ ਹੋ ਜਾਣਾ ਵਾ। ਆਪਣੇ ਪੇਰੈਂਟਸ ਵੀ ਆਪਾਂ ਨੂੰ ਇਹ ਕਹਿੰਦੇ ਹੁੰਦੇ ਸੀ ਕਿ ਯਾਰ ਆਪਦੀ ਗੱਲ ਆਪ ਹੀ ਨਿਮੇੜੋ ਤੁਸੀਂ, ਹਨਾ। ਕਿੰਨੀਆਂ ਚੀਜ਼ਾਂ ਨੇ ਆਪਾਂ ਆਪਸ 'ਚ ਬਾਹਰ ਸੌਟ ਆਊਟ ਕਰ ਲੈਂਦੇ ਹੁੰਦੇ ਸੀਗੇ। ਪੇਰੈਂਟਸ ਵੀ ਨਹੀਂ ਸੀ ਦਖਲਅੰਦਾਜ਼ੀ ਕਰਦੇ ਹੁੰਦੇ। ਹਾਂ, ਅਨਲੈਸ ਕੋਈ ਬਹੁਤ ਜ਼ਿਆਦਾ ਸੀਰੀਅਸ ਕੋਈ ਚੀਜ਼ ਹੋ ਗਈ ਉਦੋਂ ਪੇਰੈਂਟਸ ਇਨਵੋਲਵ ਹੁੰਦੇ ਸੀ, ਜਾਂ ਟੀਚਰਸ ਉਦੋਂ ਇਨਵੋਲਵ ਹੁੰਦੇ ਸੀ ਜਦੋਂ ਕੋਈ ਬਹੁਤ ਜ਼ਿਆਦਾ ਨਿਆਣਿਆਂ 'ਚ ਸੀਰੀਅਸ ਕੋਈ ਉਹ ਹੋ ਗਿਆ, ਹਨਾ। ਮਤਲਬ ਇਹ ਛੋਟੀਆਂ ਚੀਜ਼ਾਂ ਵੀ ਕਈ ਵਾਰੀ ਨਾ ਉਹ ਤੁਹਾਡੇ ਲਈ ਕੰਪਲੇਨਿੰਗ ਹੋ ਜਾਂਦੀਆਂ ਨੇਗੀਆਂ ਕਿ ਇਹਨੂੰ ਇੱਦਾਂ ਨਹੀਂ ਆਉਂਦਾ, ਇਹਨੂੰ ਬਹਿਣਾ ਨਹੀਂ ਆਉਂਦਾ, ਇਹਨੂੰ ਖੜਨਾ ਨਹੀਂ ਆਉਂਦਾ, ਇਹਨੂੰ ਹਲੇ ਲਿਖਣਾ ਨਹੀਂ ਆਉਂਦਾ ਹੈਗਾ। ਮੈਨੂੰ ਲੱਗਦਾ ਕਿ ਉਹ ਚੀਜ਼ਾਂ ਥੋੜ੍ਹੀਆਂ ਜਿਹੀਆਂ ਸਕੂਲਾਂ ਵਾਲਿਆਂ ਨੂੰ ਅਤੇ ਪੇਰੈਂਟਸ ਨੂੰ ਵੀ ਇਹ ਚੀਜ਼ਾਂ ਸਮਝਣੀਆਂ ਚਾਹੀਦੀਆਂ ਨੇ। ਹੁਣ ਆਪਾਂ ਭੈਣੇ ਮੰਨ ਲਾ ਆਪਾਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਘਰ ਸ਼ਿਫਟ ਕਰਨਾ ਹੋਵੇ, ਆਪਾਂ ਕਿੰਨਾ ਟਾਈਮ ਪਹਿਲਾਂ ਆਪਣੇ ਦਿਮਾਗ ਨੂੰ ਪ੍ਰਪੇਅਰ ਕਰਦੇ ਹਾਂ। ਸਾਨੂੰ ਦੂਜੀ ਜਗ੍ਹਾ ਤੇ ਜਾ ਕੇ 10 ਦਿਨ ਨੀਂਦ ਨਹੀਂ ਆਉਂਦੀ। ਹੁਣ ਆਪਾਂ ਨੂੰ ਕੋਈ ਕਹਿ ਦੇਵੇ ਕਿ ਜੌਬ ਚੇਂਜ ਕਰ ਲਾ, ਉਹ ਨਹੀਂ ਯਾਰ ਨਵੀਂ ਥਾਂ ਪਤਾ ਨਹੀਂ ਕਿਵੇਂ ਲੱਗੂਗਾ, ਹਨਾ। ਇਹ ਚੀਜ਼ ਨਾ ਹੀ ਤਾਂ ਪੇਰੈਂਟਸ ਸਮਝਦੇ ਨੇ ਕਿ ਇੱਕਦਮ ਹੀ ਤੁਹਾਡਾ ਬੱਚਾ ਉਸ ਮਾਹੌਲ ਨੂੰ ਐਕਸੈਪਟ ਨਹੀਂ ਕਰੂਗਾ, ਹਨਾ। ਜਿੰਨੇ 4-5 ਸਾਲ ਤੁਸੀਂ ਇੱਕ ਮਾਹੌਲ 'ਚ ਰੱਖ ਕੇ ਉਹਦੀ ਟ੍ਰੇਨਿੰਗ ਕੀਤੀ, ਸਡਨਲੀ ਤੁਸੀਂ ਉਹਨੂੰ ਇੱਕ ਸਟਰਕਚਰ 'ਚ ਭੇਜ ਦਿਓ, ਨਹੀਂ ਐਕਸੈਪਟ ਕਰੂਗਾ, ਹੈ ਨਾ। ਤੇ ਨਾ ਹੀ ਇਹ ਚੀਜ਼ ਸਕੂਲਾਂ ਵਾਲੇ ਸਮਝਦੇ ਨੇ ਕਿ ਬੱਚਾ ਜਿਹੜਾ ਹੋਮਲੀ ਇਨਵਾਇਰਨਮੈਂਟ 'ਚ ਰਿਹਾ ਹੋਇਆ ਉਹ ਇੱਕਦਮ ਨਏ ਸਟਰਕਚਰ ਦੇ ਵਿੱਚ ਆ ਸਕਦਾ ਤੇ ਨਹੀਂ ਐਕਸੈਪਟ ਕਰ ਸਕਦਾ ਉਹਨਾਂ ਚੀਜ਼ਾਂ ਨੂੰ। ਇੱਕ ਚੀਜ਼ ਗੁਰਦੀਪ ਜਿਹੜੀ ਸਭ ਤੋਂ ਜ਼ਿਆਦਾ ਬੁਰੀ ਹੈ ਨਾ, ਆਪਾਂ ਜਦੋਂ ਸਕੂਲ ਜਾਂਦੇ ਹੁੰਦੇ ਸੀ, ਆਪਾਂ ਵੀ ਪਬਲਿਕ ਸਕੂਲਾਂ 'ਚ ਪੜ੍ਹੇ ਆ, ਹਨਾ। ਕਦੀ ਤੁਹਾਨੂੰ ਕਿਸੇ ਨੇ ਕਿਹਾ ਸੀਗਾ ਕਿ ਤੂੰ ਆਹ ਬੋਲੀ ਕਿਉਂ ਬੋਲ ਰਿਹਾ? ਹੁਣ ਹਰ ਇੱਕ ਸਕੂਲ ਨੂੰ ਨਾ ਸਭ ਤੋਂ ਵੱਡੀ ਸਮੱਸਿਆ ਇਹੀ ਲੱਗਦੀ ਆ ਕਿ ਜਿਹੜੀ ਸਟੇਟ 'ਚ ਬੱਚਾ ਰਹਿ ਰਿਹਾ ਉਸ ਸਟੇਟ ਦੀ ਬੋਲੀ ਨਹੀਂ ਉਹ ਬੋਲੂਗਾ, ਹਨਾ। ਸਾਡੇ ਸਕੂਲ ਨੇ ਜਿਹੜੇ ਅਸਲ 'ਚ ਉਹ ਸਾਡੇ ਪੰਜਾਬ ਦੀ ਧਰਾਤਲ ਨੂੰ ਸਮਝ ਹੀ ਨਹੀਂ ਪਾ ਰਹੇ। ਅਸੀਂ ਕਿੰਨਾ ਅੜਬ ਬੋਲਦੇ ਹਾਂ, ਹਨਾ। ਮੇਰਾ ਪਿੰਡ ਲੁਧਿਆਣੇ ਜ਼ਿਲ੍ਹੇ 'ਚ ਆ, ਮੇਰੇ ਸਹੁਰੇ ਮੋਗੇ ਜ਼ਿਲ੍ਹੇ 'ਚ ਨੇ ਨਾ, ਦੋਨਾਂ ਦੀ ਬੋਲੀ ਦਾ ਬਹੁਤ ਜ਼ਿਆਦਾ ਫਰਕ ਹੈ। ਜਦੋਂ ਪਹਿਲੀ ਵਾਰ ਮੇਰੇ ਘਰਦਿਆਂ ਨੇ ਗੁਰਵਿੰਦਰ ਨਾਲ ਗੱਲ ਕੀਤੀ, ਉਹਨਾਂ ਨੂੰ ਲੱਗਿਆ ਵੀ ਇਹ ਤਾਂ ਬਹੁਤ ਹੀ ਰੁੱਖਾ ਬੋਲਦੇ ਆ। ਬਾਅਦ 'ਚ ਉਹਨਾਂ ਨੂੰ ਪਤਾ ਲੱਗਿਆ ਵੀ ਇਹਨਾਂ ਦੇ ਸਾਰੇ ਜੀਓ ਹੀ ਇੱਦਾਂ ਬੋਲਦੇ ਆ, ਹਨਾ। ਸਾਡੇ ਜਿਹੜੇ ਟੀਚਰ ਨੇ ਨਾ, ਉਹਨਾਂ ਨੂੰ ਇਹੀ ਲੱਗਦਾ ਕਿ ਨਿਆਣਾ ਜਦੋਂ ਸਕੂਲ ਦਾ ਗੇਟ ਐਂਟਰ ਕਰ ਗਿਆ, ਜਿੰਨਾ ਕੁਛ ਘਰ ਦਾ ਉਹਦੇ ਦਿਮਾਗ 'ਚ ਭਰਿਆ ਹੋਇਆ ਸੀ ਉਹ ਸਭ ਕੁਝ ਛੱਡ ਦੇਵੇ ਤੇ ਸਭ ਤੋਂ ਪਹਿਲੀ ਚੀਜ਼ ਉਹ ਬੋਲੀ ਛੱਡ ਦੇਵੇ, ਹਨਾ। ਹੁਣ ਸਾਡੇ ਨਿਆਣੇ ਕਿੰਨੇ ਕਨਫਿਊਜ਼ ਨੇ। ਉਹ ਸਕੂਲ 'ਚ ਹਿੰਦੀ ਬੋਲ ਰਹੇ ਨੇ, ਸਕੂਲ 'ਚ ਇੰਗਲਿਸ਼ ਬੋਲ ਰਹੇ ਨੇ, ਘਰੇ ਆ ਕੇ ਉਹ ਪੰਜਾਬੀ ਬੋਲਦੇ ਨੇ, ਹਨਾ। ਤੇ ਪੰਜਾਬੀ 'ਚ ਉਹਨਾਂ ਦੇ 'ਚ ਕਿੰਨੇ ਸ਼ਬਦ ਨੇ ਜਿਹੜੇ ਸਾਨੂੰ ਨਹੀਂ ਪਤਾ ਲੱਗਦਾ ਵੀ ਆਪਾਂ ਕਿੰਨੀ ਵਾਰ ਦਰੁਸਤ ਕਰਦੇ ਹਾਂ, ਜਿਹੜੇ ਹਿੰਦੀ ਤੇ ਅੰਗਰੇਜ਼ੀ ਦੇ ਰਲ ਚੁੱਕੇ ਨੇ, ਹਨਾ। ਹੁਣ ਮੈਂ ਤੁਹਾਨੂੰ, ਮੇਰੀ ਬੇਟੀ ਨੇ ਇਹ ਚੀਜ਼ ਨੂੰ ਫੇਸ ਕੀਤਾ ਪੂਰਾ 1 ਸਾਲ, ਹਨਾ। ਉਹਦੀ ਇੰਗਲਿਸ਼ ਇੰਨੀ ਵਧੀਆ, ਉਹ ਇੰਨੇ ਇੰਗਲਿਸ਼ ਨੋਵਲ ਪੜ੍ਹਦੀ ਆ, ਇੰਨੀਆਂ ਜ਼ਿਆਦਾ ਉਹ ਡਾਕੂਮੈਂਟਰੀਜ਼ ਦੇਖਦੀ ਆ। ਉਹਨੂੰ ਇੰਨਾ ਜ਼ਿਆਦਾ ਮਤਲਬ ਟੀਚਰ ਨੇ ਕਿਹਾ, ਇੱਕ ਟੀਚਰ ਨੇ, ਕਿ ਤੂੰ ਸਕੂਲ 'ਚ ਪੰਜਾਬੀ ਨਹੀਂ ਬੋਲੇਂਗੀ, ਹਨਾ। ਉਹ ਕਹਿੰਦੀ ਕਿ ਜਿਸ ਦਿਨ ਤੁਹਾਨੂੰ ਲੱਗਿਆ ਕਿ ਮੈਂ ਇਸ ਸਬਜੈਕਟ 'ਚ ਇੰਗਲਿਸ਼ 'ਚ ਮੈਂ ਵੀਕ ਹਾਂ, ਤੁਸੀਂ ਮੈਨੂੰ ਉਸ ਦਿਨ ਕਹਿ ਰਹੇ ਹੋ, ਪਰ ਮੈਂ ਵੈਸੇ ਪੰਜਾਬੀ ਹੀ ਬੋਲੂੰਗੀ, ਹਨਾ। ਤੇ ਉਹਦੇ ਨਾਲ ਸ਼ੁਰੂਆਤ ਹੋਈ ਵੀ ਉਹ ਇੱਕ ਦਿਨ ਸਟਾਫ ਰੂਮ 'ਚ ਗਈ, ਉਹਨੇ ਮੈਮ ਨੂੰ ਜਾ ਕੇ ਪੁੱਛਿਆ, ਮੈਮ ਮੇਰੀ ਕਾਪੀ ਕਿੱਥੇ ਆ? ਉਹ ਕਹਿੰਦੇ ਵੀ ਕਾਪੀ ਕੀ ਹੁੰਦੀ ਆ? ਉਹ ਕਹਿੰਦੀ ਮੇਰੀ ਕਾਪੀ। ਤੇ ਉਹ ਕਹਿੰਦੇ ਤੂੰ ਨੋਟਬੁੱਕ ਕਹਿ, ਹਨਾ। ਉਹ ਕਹਿੰਦੀ ਵੀ ਨੋਟਬੁੱਕ ਵੀ ਤਾਂ ਕਾਪੀ ਹੋਈ ਹੁੰਦੀ ਆ, ਹਨਾ। ਤੇ ਟੀਚਰ ਨੂੰ ਲੱਗਿਆ ਕਿ ਇਹਨੇ ਮੇਰੀ ਇਨਸਲਟ ਕੀਤੀ ਆ, ਤੇ ਉਹਨਾਂ ਨੇ ਕਿਹਾ ਕਿ ਅੱਜ ਤੋਂ ਬਾਅਦ ਹੋਰ ਬੱਚਾ ਕੋਈ ਵੀ ਬੋਲ ਸਕਦਾ, ਪਰ ਤੂੰ ਨਹੀਂ ਪੰਜਾਬੀ ਬੋਲ ਸਕਦੀ। ਤੇ ਮਤਲਬ ਜੇ ਤੁਸੀਂ ਬੱਚੇ ਨੂੰ ਇਹ ਗੱਲ ਕਹਿ ਰਹੇ ਹੋ ਨਾ, ਜਿੱਦ ਤੇ ਆ ਰਹੇ ਹੋ, ਤਾਂ ਮੈਨੂੰ ਲੱਗਦਾ ਨਿਆਣੇ ਸਾਡੇ ਨਾਲੋਂ ਵੀ ਜ਼ਿਆਦਾ ਜਿੱਦੀ ਹੁੰਦੇ ਨੇ। ਬਹੁਤ ਲੰਮਾ ਸਮਾਂ ਉਹਦੇ ਨਾਲ ਇਹ ਚੀਜ਼ ਚੱਲੀ, ਹੈ ਨਾ। ਕਈ ਟੀਚਰ ਇਹੋ ਜਿਹੇ ਵੀ ਸੀ ਜਿਹਨੂੰ ਉਹ ਬਹੁਤ ਹੀ ਪਸੰਦ ਇਸ ਲਈ ਸੀ ਵੀ ਉਹ ਆਪਦੀ ਬੋਲੀ ਬੋਲਦੀ ਸੀਗੀ। ਕਈ ਟੀਚਰਾਂ ਨੂੰ ਇਸ ਲਈ ਉਹ ਬੁਰੀ ਲੱਗਦੀ ਸੀ ਵੀ ਉਹ ਆਪਣੀ ਬੋਲੀ ਕਿਉਂ ਬੋਲਦੀ ਆ। ਤੇ ਅਸੀਂ ਕਿੰਨੇ ਕਨਫਿਊਜ਼ ਹੋਏ ਇਸ ਚੀਜ਼ 'ਚ। ਮੇਰੀ ਇੱਕ ਟੀਚਰ ਨਾਲ ਇੰਨੀ ਜ਼ਿਆਦਾ ਬਹਿਸ ਹੋਈ, ਮੈਂ ਉਹਨਾਂ ਨੂੰ ਇੱਥੋਂ ਤੱਕ ਪੁੱਛਿਆ ਕਿ ਤੁਸੀਂ ਆਪਣੇ ਨਾਂ ਦੇ ਪਿੱਛੇ ਕੀ ਲਾਉਂਦੇ ਹੋ? ਉਹ ਕਹਿੰਦੇ ਕੌਰ। ਮੈਂ ਕਿਹਾ ਫਿਰ ਤਾਂ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਮੇਰੇ ਬੱਚੇ ਨੂੰ ਇਹ ਗੱਲ ਕਹਿੰਦੇ ਹੋਏ, ਹੈ ਨਾ, ਕਿ ਤੂੰ ਆਪਣੀ ਬੋਲੀ ਛੱਡ ਦੇ। ਮੈਂ ਕਿਹਾ ਅਸੀਂ ਤੁਹਾਨੂੰ ਫੀਸ ਭਰ ਰਹੇ ਹਾਂ ਕਿ ਤੁਸੀਂ ਮੇਰੇ ਨਿਆਣੇ ਨੂੰ ਐਜੂਕੇਟ ਕਰਨਾ, ਅਸੀਂ ਇਸ ਲਈ ਨਹੀਂ ਭਰ ਰਹੇ ਕਿ ਜੋ ਅਸੀਂ ਸਿਖਾਇਆ ਤੁਸੀਂ ਉਹਦੇ ਦਿਮਾਗ 'ਚੋਂ ਸਾਫ਼ ਕਰਨਾ, ਜਿਹੜਾ ਕਿ ਮਕਸਦ ਅੱਜ ਦੀ ਐਜੂਕੇਸ਼ਨ ਦਾ। ਮੈਂ ਕਿਹਾ ਜੇ ਉਹਦੇ ਸੁਭਾਅ 'ਚ ਕੋਈ ਪ੍ਰੋਬਲਮ ਹੋਊਗੀ ਤੁਸੀਂ ਉਸ ਚੀਜ਼ ਦੀ ਕੰਪਲੇਨ ਕਰ ਸਕਦੇ ਹੋ। ਜੇ ਸਾਨੂੰ ਲੱਗੂਗਾ ਕਿ ਸਾਡਾ ਨਿਆਣਾ ਗਲਤ ਜਾ ਰਿਹਾ, ਅਸੀਂ ਉਹਨੂੰ ਜ਼ਰੂਰ ਸੁਧਾਰਾਂਗੇ। ਜੇ ਸਾਡੇ ਨਿਆਣੇ ਦੇ ਕਰੈਕਟਰ 'ਚ ਪ੍ਰੋਬਲਮ ਹੈ, ਤੁਸੀਂ ਤਾਂ ਸਾਨੂੰ, ਤੁਸੀਂ ਬੋਲੀ ਨੂੰ ਹੀ ਪ੍ਰੋਬਲਮ ਸਮਝ ਰਹੇ ਹੋ। ਮੈਂ ਕਿਹਾ, ਮੈਂ ਫਿਰ ਉਹਨਾਂ ਨੂੰ ਸਮਝਾਇਆ, ਮੈਂ ਕਿਹਾ ਮੇਰਾ ਇੱਕ ਬੱਚਾ ਨਹੀਂ, ਮੇਰਾ ਇੱਕ ਬੱਚਾ ਹੋਰ ਤੁਹਾਡੇ ਸਕੂਲ 'ਚ ਪੜ੍ਹਦਾ ਤੇ ਉਹ ਵੀ ਪੰਜਾਬੀ ਬੋਲੂਗਾ। ਤੇ ਜੇ ਤੁਹਾਨੂੰ ਇਸ ਚੀਜ਼ ਤੇ ਪ੍ਰੋਬਲਮ ਆ, ਤੁਸੀਂ ਮੈਨੂੰ ਲਿਖ ਕੇ ਭੇਜ ਦਿਓ ਕਿ ਸਾਨੂੰ ਨਿਆਣੇ ਦੇ ਬੋਲਣ 'ਚ ਦਿੱਕਤ ਹੈ।
ਮੈਂ ਕਿਹਾ ਤੁਸੀਂ ਪ੍ਰੋਸਪੈਕਟਸ ਤੇ ਲਿਖਦੇ ਹੋ ਕਿ ਨਿਆਣਾ ਸਕੂਲ ਜਾ ਕੇ ਆਪਦੀ ਬੋਲੀ ਨਹੀਂ ਬੋਲੂਗਾ? ਹਾਲਾਂਕਿ ਐਡਮਿਸ਼ਨ ਫਾਰਮ ਤੇ ਲਿਖਿਆ ਹੁੰਦਾ ਕਿ ਇਹਦੀ ਲੈਂਗੁਏਜ ਕਿਹੜੀ ਆ। ਜਦੋਂ ਤੁਸੀਂ ਲੈਂਗੁਏਜ ਲਿਖਾ ਰਹੇ ਹੋ, ਜਦੋਂ ਮਾਂ-ਬਾਪ ਉੱਥੇ ਭਰ ਕੇ ਆ ਰਿਹਾ ਕਿ ਇਹਦੀ ਫਰਸਟ ਲੈਂਗੁਏਜ ਪੰਜਾਬੀ ਆ, ਤਾਂ ਤੁਸੀਂ ਕਿਉਂ ਨਹੀਂ ਪੰਜਾਬੀ 'ਚ ਗੱਲ ਕਰਦੇ? ਤੇ ਸਾਡੇ ਨਿਆਣੇ ਦੇ ਦਿਮਾਗ 'ਚ ਤੁਸੀਂ ਪਹਿਲੇ ਦਿਨ ਹੀ ਪਾਤਾ ਕਿ ਜਿਹੜੀ ਬੋਲੀ ਤੇਰੇ ਘਰੇ ਬੋਲੀ ਜਾ ਰਹੀ ਆ ਉਹ ਸਕੂਲਾਂ 'ਚ ਬੋਲਣ ਦੇ ਲਾਇਕ ਨਹੀਂ ਹੈਗੀ, ਹਨਾ? ਜਿਵੇਂ ਤੂੰ ਘਰੇ ਖਾ ਰਿਹਾ ਉਹ ਤਰੀਕਾ ਸਕੂਲਾਂ 'ਚ ਖਾਣ ਦੇ ਲਾਇਕ ਨਹੀਂ ਹੈਗਾ। ਤੇ ਇਹਦਾ ਮਤਲਬ ਅਸੀਂ ਤਾਂ 4 ਸਾਲ ਗਲਤ ਹੀ ਸੀਗੇ, ਅਸੀਂ ਤਾਂ ਆਪਣੇ ਨਿਆਣੇ ਨੂੰ ਬੜਾ ਗਲਤ ਹੀ ਸਿਖਾ ਕੇ ਭੇਜਿਆ। ਮੈਨੂੰ ਲੱਗਦਾ ਅਧਿਆਪਕ ਨੂੰ ਵੀ ਨਿਆਣਾ ਪਿਆਰਾ ਹੁੰਦਾ, ਪਰ ਮਾਪਿਓ ਤੋਂ ਵੀ ਜ਼ਿਆਦਾ ਪਿਆਰਾ ਹੁੰਦਾ ਕਿ ਮਾਪਿਓ ਇੰਨੇ ਵਿਸਲੇ ਹੁੰਦੇ ਆ ਕਿ ਉਹ ਆਪਦੇ ਨਿਆਣੇ ਨੂੰ 4 ਸਾਲ ਗਲਤ ਹੀ ਚੀਜ਼ਾਂ ਸਿਖਾਈ ਗਏ। ਆਪਾਂ ਇਹ ਚੀਜ਼ਾਂ ਸਮਝਦੇ ਪੈਣੇ, ਪਰ ਮੈਨੂੰ ਇੱਥੇ ਉਦੋਂ ਬਹੁਤ ਅਫਸੋਸ ਹੁੰਦਾ ਕਿ ਜਦੋਂ ਮਾਂ-ਬਾਪ ਵੀ ਉਹੀ ਚੀਜ਼ਾਂ ਸੋਚਣ ਲੱਗ ਜਾਂਦੇ ਨੇ ਜਿਹੜਾ ਕਿ ਐਕੈਡੈਮਿਕ ਸਿਸਟਮ ਸੋਚ ਰਿਹਾ। ਉਹਨਾਂ ਨੂੰ ਵੀ ਲੱਗਦਾ ਕਿ ਸਾਡਾ ਨਿਆਣਾ ਪਪਟ ਹੀ ਹੋਣਾ ਚਾਹੀਦਾ। ਮਤਲਬ ਕਿਸੇ ਮਾਂ-ਬਾਪ ਨੂੰ ਇਸ ਚੀਜ਼ 'ਚ ਖੁਸ਼ੀ ਵੀ ਨਹੀਂ ਹੁੰਦੀ ਕਿ ਨਹੀਂ ਯਾਰ, ਅਗਰ ਮੇਰਾ ਨਿਆਣਾ ਇਸ ਚੀਜ਼ ਤੇ ਆਬਜੈਕਸ਼ਨ ਕਰਕੇ ਇਹ ਚੀਜ਼ ਕਰ ਰਿਹਾ ਤੇ ਇਹਦਾ ਮਤਲਬ ਉਹਦਾ ਆਪਦਾ ਦਿਮਾਗ ਚੱਲਦਾ, ਉਹ ਆਪਣੇ ਦਿਮਾਗ ਦੇ ਨਾਲ ਡਿਸੀਜਨ ਲੈ ਰਿਹਾ ਕਿ ਨਹੀਂ ਇੱਦਾਂ ਵੀ ਕੀਤਾ ਜਾ ਸਕਦਾ ਆ। ਆਪਾਂ ਨੂੰ ਉਹ ਚੀਜ਼ਾਂ ਸੋਹਣੀਆਂ ਲੱਗਦੀਆਂ ਨੇ ਕਿ ਹਾਂ 'ਚ ਹਾਂ, ਨਾ 'ਚ ਨਾ ਵਾਲੇ ਨਿਆਣੇ ਅੱਜ ਕੱਲ੍ਹ ਸਾਡੇ ਲਈ ਗੁੱਡ ਐਗਜ਼ਾਮਪਲ ਨੇਗੀਆਂ, ਹੈ ਨਾ? ਤਾਂ ਪੇਰੈਂਟਸ ਨੂੰ ਵੀ ਉਹੀ ਸੁਣ ਕੇ ਚੰਗਾ ਲੱਗਦਾ ਕਿ ਜਦੋਂ ਅਸੀਂ ਸਕੂਲ ਜਾਂਦੇ ਹਾਂ, ਜਾਂ ਟੀਚਰਸ ਨੂੰ ਵੀ ਉਹੀ ਚੰਗਾ ਲੱਗਦਾ ਕਿ ਜਦੋਂ ਬੱਚਾ ਸਾਡੇ ਕੋਲ ਆਉਂਦਾ ਤਾਂ ਉਹ ਇੱਕ ਪ੍ਰੋਪਰ ਗੁੱਡ ਐਗਜ਼ਾਮਪਲ ਵਾਲਾ ਸਾਡੇ ਕੋਲੇ ਬੱਚਾ ਆਵੇ। ਤੇ ਪੇਰੈਂਟਸ ਨੂੰ ਵੀ ਉਹੀ ਚੀਜ਼ਾਂ ਸੁਣਨ 'ਚ ਚੰਗੀਆਂ ਲੱਗਦੀਆਂ ਨੇ। ਨੀਲੇਸ਼ ਮਿਸਰਾ ਕਹਿੰਦੇ ਉਹ ਵੀ ਮੈਨੂੰ ਆਪਣੀ ਬੇਟੀ ਨੂੰ ਇੱਕ ਸਕੂਲ ਤੋਂ ਇਸ ਕਰਕੇ ਹਟਾਉਣਾ ਪਿਆ ਕਿ ਮੇਰੀ ਬੇਟੀ ਨੇ ਕਲਰਫੁਲ ਕੈਟਰਪਿਲਰ ਡਰਾ ਕੀਤਾ। ਟੀਚਰ ਨੂੰ ਇਸ ਗੱਲ ਤੇ ਆਬਜੈਕਸ਼ਨ ਸੀਗਾ ਕਿ ਇਹਨੇ ਕੈਟਰਪਿਲਰ ਕਲਰਫੁਲ ਕਿਉਂ ਡਰਾ ਕੀਤਾ। ਉਹ ਕਹਿੰਦੇ ਇਹਦੇ 'ਚ ਕੀ ਦਿੱਕਤ ਆ? ਕਹਿੰਦੇ ਨਹੀਂ, ਇਹਨੂੰ ਪਤਾ ਹੋਣਾ ਚਾਹੀਦਾ ਕਿ ਕੈਟਰਪਿਲਰ ਦਾ ਕਲਰ ਗ੍ਰੀਨ ਹੁੰਦਾ ਆ। ਉਹ ਕਹਿੰਦੇ ਕਿ ਉਹਦੀ ਇਮੈਜੀਨੇਸ਼ਨ ਆ, ਮੇਰੇ ਬੱਚੇ ਦੀ ਇਮੈਜੀਨੇਸ਼ਨ ਦੇ ਵਿੱਚ ਕੈਟਰਪਿਲਰ ਕਲਰਫੁਲ ਆ, ਹੈ ਨਾ? ਇੱਕ ਬਹੁਤ ਵਧੀਆ ਡਾਕੂਮੈਂਟਰੀ ਪਈ ਆ, ਮੈਨੂੰ ਗੁਰੂ ਇਕਬਾਲ ਭਾਜੀ ਉਹਨਾਂ ਨੇ ਸੁਜੈਸਟ ਕੀਤੀ ਸੀਗੀ ਕਿ ਹਾਊ ਸਕੂਲ ਕਿਲਸ ਦਾ ਕ੍ਰੀਏਟੀਵਿਟੀ ਆਫ ਅ ਚਾਈਲਡ, ਹੈ ਨਾ? ਉਹਦੇ 'ਚ ਇਹ ਕਹਿੰਦੇ ਕਿ ਅਸੀਂ ਕਿਸੇ ਵੀ ਨਿਆਣੇ ਦੀ ਕ੍ਰੀਏਟੀਵਿਟੀ ਨੂੰ ਅੰਬਰੇਸ ਹੀ ਨਹੀਂ ਕਰਦੇ ਹੈਗੇ। ਅਸੀਂ ਸੁਲਾਉਂਦੇ ਹੀ ਨਹੀਂ ਹੈਗੇ ਕਿ ਹੋ ਸਕਦਾ ਇਹਦੇ 'ਚ ਆਹ ਦਿੱਕਤ ਹੈਗੀ ਆ, ਪਰ ਇਸ ਚੀਜ਼ ਦੇ ਵਿੱਚ ਨਿਆਣਾ ਬਹੁਤ ਚੰਗਾ। ਇੱਦਾਂ ਤਾਂ ਹੋ ਹੀ ਨਹੀਂ ਸਕਦਾ ਕਿ ਕਿਸੇ ਨਿਆਣੇ ਦੇ ਵਿੱਚ ਕੋਈ ਕੁਆਲਿਟੀ ਨਾ ਹੋਵੇ, ਹੈ ਨਾ? ਪਰ ਅਸੀਂ ਉਹਦੀ ਕੁਆਲਿਟੀ ਨੂੰ ਨੈਗੇਟਿਵ ਕਰ ਇੰਨਾ ਦੱਬ ਦਿੰਦੇ ਆ ਕਿ ਨਾ ਤਾਂ ਉਹ ਪੇਰੈਂਟਸ ਨੂੰ ਦਿੰਦੀ ਆ ਤੇ ਨਾ ਹੀ ਉਹ ਸਕੂਲ ਵਾਲਿਆਂ ਨੂੰ ਦਿੰਦੀ ਆ ਕਿ ਨਿਆਣੇ 'ਚ ਵੀ ਯਾਰ ਕੁਛ ਚੰਗਾ ਹੈਗਾ, ਹੈ ਨਾ? ਕਈ ਵਾਰੀ ਆਪਾਂ ਕਹਿੰਦੇ ਕਿ ਟੀਚਰ ਜਿਹੜਾ ਹੁੰਦਾ ਕਿ ਜਿਵੇਂ ਤੁਸੀਂ ਕਿਹਾ ਕਿ ਨਿਆਣੇ ਦੀ ਜ਼ਿੰਦਗੀ ਬਣਾ ਵੀ ਸਕਦਾ, ਵਿਗਾੜ ਵੀ ਸਕਦਾ ਆ। ਮੇਰੀ ਭੈਣ ਦੇ ਸਹੁਰਾ ਸਾਹਿਬ ਨੇ ਰਿਟਾਇਰ ਹੋ ਚੁੱਕੇ ਨੇ ਉਹ, ਪਰ ਉਹਨਾਂ ਦੇ ਦਿਲ 'ਚੋਂ ਹਾਲੇ ਤੱਕ ਇਹ ਗੱਲ ਨਹੀਂ ਜਾਂਦੀ। ਕਹਿੰਦੇ ਕਿ ਮੇਰੇ ਜੇ ਫਲਾਣੇ ਟੀਚਰ ਨੇ ਮੈਨੂੰ ਥੋੜ੍ਹਾ ਜਿਹਾ ਸਮਝਿਆ ਹੁੰਦਾ, ਥੋੜ੍ਹਾ ਜਿਹਾ ਮੈਨੂੰ ਮੋਟੀਵੇਟ ਕੀਤਾ ਹੁੰਦਾ ਤਾਂ ਅੱਜ ਮੈਂ ਬਹੁਤ ਵਧੀਆ ਸਟੂਡੈਂਟ ਹੋਣਾ ਸੀ ਉਸ ਸਬਜੈਕਟ ਦਾ। ਕਹਿੰਦੇ ਕਹਿੰਦੇ ਮੈਨੂੰ ਥੋੜ੍ਹੇ ਪੜ੍ਹਨ 'ਚ ਦਿੱਕਤ ਆਉਂਦੀ ਸੀ, ਜਿਵੇਂ ਆਪਾਂ ਨਹੀਂ ਸਕੂਲ ਕਲਾਸ 'ਚ ਖੜ੍ਹ ਕੇ ਪੜ੍ਹਦੇ ਹਾਂ ਪਾਠ ਨੂੰ, ਹੈ ਨਾ? ਲੈਸਨ ਪੜ੍ਹਦੇ ਹੁੰਦੇ ਸੀਗੇ ਤੇ ਜਿਵੇਂ ਕਈ ਨਿਆਣੇ ਫਟਾਫਟ ਪੜ੍ਹ ਦਿੰਦੇ ਨੇ, ਕਈ ਨਿਆਣੇ ਚੀਜ਼ਾਂ ਜੋੜ ਕੇ ਪੜ੍ਹਦੇ ਨੇ। ਕਹਿੰਦੇ ਮੈਨੂੰ ਥੋੜ੍ਹੀ ਜਿਹੀ ਦਿੱਕਤ ਸੀਗੀ ਬਸ ਪੜ੍ਹਨ 'ਚ। ਕਹਿੰਦੇ ਮੇਰੇ ਟੀਚਰ ਨੇ ਮੈਨੂੰ ਮੋਟੀਵੇਟ ਹੀ ਨਹੀਂ ਕੀਤਾ, ਉਹਨਾਂ ਨੇ ਮੈਨੂੰ ਕਦੇ ਪੜ੍ਹਨ ਦਾ ਮੌਕਾ ਹੀ ਨਹੀਂ ਦਿੱਤਾ। ਉਹ ਜਦੋਂ ਮੈਂ ਖੜਾ ਹੋਣਾ ਵੀ ਮੈਂ ਪੜ੍ਹਦਾ, ਉਹਨੇ ਕਹਿਣਾ ਨਹੀਂ ਤੂੰ ਬਹਿ ਜਾ, ਤੂੰ ਚਿਰ ਲਾਏਂਗਾ, ਨਾ? ਮਤਲਬ ਉਹ ਦੇਖੋ ਬੰਦੇ ਦੀ ਸਾਰੀ ਉਮਰ ਲੰਘ ਗਈ, ਉਹ 65 ਸਾਲ ਦੇ ਤਾਂ ਮੈਨੂੰ ਲੱਗਦਾ ਹੋਣਗੇ, ਹੈ ਨਾ? ਤੇ 65-70 ਦੇ ਵਿਚਾਲੇ ਹੋਣਗੇ। ਉਹ ਅੰਕਲ ਹਲੇ ਵੀ ਇਸ ਚੀਜ਼ ਦਾ ਮਤਲਬ ਗੁੱਸਾ ਕਰਦੇ ਨੇ ਕਿ ਮੈਨੂੰ ਚੱਜ ਦਾ ਟੀਚਰ ਨਹੀਂ ਮਿਲਿਆ, ਹੈ ਨਾ? ਇਹਦਾ ਮਤਲਬ ਇਹ ਥੋੜ੍ਹੀ ਆ ਹੁਣ ਉਹ ਆਰਮੀ ਰਿਟਾਇਰਡ ਨੇਗੇ। ਮਤਲਬ ਜਿਹੜੇ ਬੰਦਿਆਂ ਨੂੰ ਅੱਜ ਦੀ ਉਮਰ 'ਚ ਜਾ ਕੇ ਸਾਨੂੰ ਉੱਥੇ ਫੋਨ ਚਾਹੀਦਾ ਹੁੰਦਾ, ਮੈਪ ਚਾਹੀਦਾ ਹੁੰਦਾ ਉਹਨਾਂ ਨੂੰ ਲੋਕੇਸ਼ਨ ਲੱਭਣ ਲਈ, ਐਂਡ ਉਹ ਇੰਨੇ ਇੰਟੈਲੀਜੈਂਟ ਨੇ, ਉਹ ਭਾਜੀ ਉਹਨਾਂ ਨੂੰ ਲਾਈਨ ਮਤਲਬ ਪੇਪਰ ਤੇ ਡਰਾ ਕਰਕੇ ਦੇ ਦਿੰਦੇ ਨੇ ਲੈਂਡਮਾਰਕ ਸਾਰੇ, ਤੇ ਉਹ ਸਾਰੀ ਜਗ੍ਹਾ ਘੁੰਮੇ ਆਉਂਦੇ ਨੇ। ਇਹਦਾ ਮਤਲਬ ਇਹ ਥੋੜ੍ਹੀ ਆ ਵੀ ਜੇ ਨਿਆਣਾ ਕਿਸੇ ਇੱਕ ਚੀਜ਼ 'ਚ ਸਹੀ ਨਹੀਂ ਹੈਗਾ ਤਾਂ ਉਹ ਕਿਸੇ ਵੀ ਚੀਜ਼ 'ਚ ਸਹੀ ਨਹੀਂ ਹੈਗਾ, ਹੈ ਨਾ? ਆਪਾਂ ਨਿਆਣੇ ਦੀ ਆਪਦੀ ਸੋਚ ਨੂੰ ਸਮਝਦੇ ਨਹੀਂ। ਹੁਣ ਕਈ ਵਾਰੀ ਅਨੰਤ ਨੂੰ ਮੈਂ ਸਵੇਰੇ ਉੱਠ ਕੇ ਪੁੱਛੂੰਗੀ ਨਾ ਤੈਨੂੰ ਕੋਈ ਸੁਪਨਾ ਆਇਆ ਸੀਗਾ, ਕਿਉਂਕਿ ਮੰਮਾ ਅੱਜ ਮੈਨੂੰ ਬੇਬੀ ਪਿੰਕ ਸੁਪਨਾ ਆਇਆ ਸੀਗਾ। ਮੈਂ ਹੁਣ ਇਹਨੂੰ ਇਹ ਥੋੜ੍ਹੀ ਕਹੂੰਗੀ ਕਿ ਬੇਬੀ ਪਿੰਕ ਸੁਪਨਾ ਹੀ ਨਹੀਂ ਆਉਂਦਾ। ਸਹੀ, ਬਿਲਕੁਲ। ਐਟਲੀਸਟ ਉਹਦੇ ਦਿਮਾਗ 'ਚ ਕੋਈ ਇਮੈਜੀਨੇਸ਼ਨ ਤਾਂ ਬਣ ਰਹੀ ਹੈ। ਤੇ ਸਕੂਲਾਂ ਵਾਲਿਆਂ ਨੂੰ ਬੱਚੇ ਦੀ ਇਮੈਜੀਨੇਸ਼ਨ ਤੋਂ ਵੀ ਦਿੱਕਤ ਆ ਅੱਜ ਕੱਲ੍ਹ। ਉਹਨਾਂ ਨੂੰ ਇਹ ਲੱਗਦਾ ਕਿ ਬੱਚੇ ਦੀ ਇਮੈਜੀਨੇਸ਼ਨ ਹੋ ਹੀ ਨਹੀਂ ਸਕਦੀ। ਆਪਾਂ ਕਿੰਨੇ ਇਮੈਜਨਰੀ ਵਰਲਡ 'ਚ ਘੁੰਮਦੇ ਹੁੰਦੇ ਸੀ ਭੈਣੇ, ਖੇਤਾਂ 'ਚ ਜਾ ਕੇ ਆਪਾਂ ਨੂੰ ਇਹ ਲੱਗਦਾ ਹੁੰਦਾ ਸੀ ਕੁਛ ਟ੍ਰੈਜਰ ਆਏ। ਨਿੱਕੇ ਨਿੱਕੇ ਚੀਜ਼ਾਂ ਆਪਾਂ ਲੱਭਦੇ ਹੁੰਦੇ ਸੀ, ਭੂੰਡੀਆਂ ਹੱਥਾਂ 'ਤੇ ਚੜਾ ਕੇ ਐਂ ਲੱਗੀ ਜਾਣਾ ਵੀ ਅਸੀਂ ਕਿਸੇ ਜੰਗਲ 'ਚ ਆ ਗਏ। ਆਪਣੀ ਇਮੈਜੀਨੇਸ਼ਨ ਕਿੰਨੀ ਜ਼ਿਆਦਾ ਸਟਰੋਂਗ ਆ, ਹੈ ਨਾ? ਇਸੇ ਲਈ ਕਹਿੰਦੇ ਨੇ ਕਿ ਜਿਹੜਾ ਟੀਵੀ ਆ ਉਹ ਇਡੀਅਟ ਬਾਕਸ ਆ, ਜਿਹੜਾ ਰੇਡੀਓ ਆ ਉਹ ਤੁਹਾਡੀ ਇਮੈਜੀਨੇਸ਼ਨ ਨੂੰ ਡਿਵੈਲਪ ਕਰਦਾ ਆ। ਕਿਉਂਕਿ ਰੇਡੀਓ ਤੁਹਾਨੂੰ ਪਿਕਚਰਸ ਨਹੀਂ ਦਿੰਦਾ, ਤੁਸੀਂ ਇਮੇਜਿਨ ਕਰਦੇ ਹੋ। ਰੇਡੀਓ ਸਿਰਫ ਤੁਹਾਨੂੰ ਵਰਡਸ ਦਿੰਦਾ ਆ, ਤੇ ਤੁਹਾਡਾ ਦਿਮਾਗ ਉਹਨਾਂ ਵਰਡਸ ਨੂੰ ਆਪਣੇ ਆਪ ਪਿਕਚਰਸ ਦਿੰਦਾ ਆ, ਤੁਹਾਡੀ ਇਮੈਜੀਨੇਸ਼ਨ ਨੂੰ ਵਧਾਉਂਦਾ ਆ। ਤੇ ਮਤਲਬ ਸਕੂਲ ਸਿਸਟਮ ਕਹਿੰਦੇ ਨੇ ਕਿ ਨਿਆਣੇ ਦੀ ਇਮੈਜੀਨੇਸ਼ਨ ਹੋਣੀ ਹੀ ਨਹੀਂ ਚਾਹੀਦੀ।
ਕੋਈ ਵੀ ਨਿਆਣਾ ਅਗਰ ਇਮੈਜਨਰੀ ਆ ਥੋੜਾ ਜਿਹਾ ਤਾਂ ਉਹਨਾਂ ਨੂੰ ਉਹ ਅਬਨੋਰਮਲ ਚਾਈਲਡ ਲੱਗਦਾ ਹੈ, ਜਿਹੜਾ ਕਿ ਮੈਨੂੰ ਲੱਗਦਾ ਕਿ ਬਿਲਕੁਲ ਸਹੀ ਨਹੀਂ ਆ। ਤੁਸੀਂ ਇੱਕ ਨਿਆਣੇ ਨੂੰ ਬਾਕੀ ਨਿਆਣਿਆਂ ਨਾਲੋਂ ਜੇ ਥੋੜਾ ਜਿਹਾ ਡਿਫਰੈਂਟ ਆ ਨਾ, ਤੇ ਤੁਸੀਂ ਉਹਨੂੰ ਇੰਨਾ ਨੈਗੇਟਿਵ ਕਰ ਰਹੇ ਹੋ, ਤੁਹਾਨੂੰ ਪਤਾ ਨਹੀਂ ਕਿ ਤੁਸੀਂ ਉਹਦੀ ਲਾਈਫ ਨੂੰ ਕਿੰਨਾ ਜ਼ਿਆਦਾ ਸਪੋਇਲ ਕਰਦੇ ਹੋ, ਹੈ ਨਾ। ਆਇਨਸਟਾਈਨ ਦੀ ਜਦੋਂ ਆਪਾਂ ਐਗਜ਼ਾਮਪਲ ਦੇਖਦੇ ਹਾਂ ਤਾਂ ਸਕੂਲ ਟੀਚਰ ਨੇ ਉਹਨਾਂ ਨੂੰ ਇੱਕ ਲੈਟਰ ਲਿਖਿਆ ਸੀਗਾ ਕਿ ਅਸੀਂ ਤੁਹਾਡੇ ਬੱਚੇ ਨੂੰ ਪੜ੍ਹਾ ਨਹੀਂ ਸਕਦੇ ਤੇ ਇਹ ਸਾਡੇ ਸਿਸਟਮ ਦੇ ਵਿੱਚ ਫਿੱਟ ਨਹੀਂ ਹੁੰਦਾ। ਤਾਂ ਉਹਦੀ ਮਦਰ ਨੇ ਆਪਣੇ ਬੱਚੇ ਲਈ ਉਹ ਲੈਟਰ ਇਸ ਤਰੀਕੇ ਨਾਲ ਪੜ੍ਹਿਆ ਸੀ। ਉਹ ਕਹਿੰਦੇ ਕਿ ਉਹਨਾਂ ਨੇ ਪੁੱਛਿਆ ਕਿ ਕੀ ਲਿਖਿਆ ਲੈਟਰ ਦੇ ਵਿੱਚ, ਉਹ ਕਹਿੰਦੇ ਕਿ ਉਹਨਾਂ ਨੇ ਲਿਖਿਆ ਕਿ ਸਾਡਾ ਸਕੂਲ ਇੰਨਾ ਜ਼ਿਆਦਾ ਕੈਪੇਬਲ ਨਹੀਂ ਹੈਗਾ ਕਿ ਤੁਹਾਡੇ ਬੱਚੇ ਨੂੰ ਪੜ੍ਹਾ ਸਕੇ, ਕਿਉਂਕਿ ਇਹ ਬਹੁਤ ਬ੍ਰਿਲੀਅੰਟ ਚਾਈਲਡ ਆ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਇਹਨਾਂ ਨੂੰ ਘਰੇ ਪੜ੍ਹਾਵੋ। ਤੇ ਉਹਨਾਂ ਨੂੰ ਕੌਣ ਨਹੀਂ ਜਾਣਦਾ ਹੈਗਾ, ਰਵਿੰਦਰਨਾਥ ਟੈਗੋਰ ਸਕੂਲ ਨਹੀਂ ਗਏ ਹੈਗੇ। ਰੀਸੈਂਟਲੀ ਸਤਿਗੁਰੂ ਉਹਨਾਂ ਦੀ ਇੱਕ ਮੈਂ ਇੰਟਰਵਿਊ ਸੁਣੀ ਸੀ ਤਾਂ ਇੱਕ ਹੋਸਟ ਉਹਨਾਂ ਨੂੰ ਕਹਿੰਦੇ, ਮੈਂ ਇੱਕ ਵਾਰੀ ਅੱਗੇ ਵੀ ਦੱਸੀ ਸੀ ਕਿ ਵੀ ਮੈਂ ਸੋਚਿਆ ਨਹੀਂ ਸੀਗਾ ਕਿ ਤੁਸੀਂ ਇੰਨੇ ਜ਼ਿਆਦਾ ਮਤਲਬ ਹਾਸੇ ਮਜ਼ਾਕ ਵਾਲੇ ਇਨਸਾਨ ਹੋ ਸਕਦੇ ਹੋ। ਕਹਿੰਦੇ ਸਕੂਲ ਨਾ ਜਾਣ ਦਾ ਇੱਕ ਇਹ ਫਾਇਦਾ, ਮੈਨੂੰ ਅਨਪੜ੍ਹ ਹੋਣ ਦਾ ਕਹਿੰਦੇ ਇੱਕ ਇਹ ਫਾਇਦਾ ਆ। ਮੈਨੂੰ ਤਾਂ ਵੈਸੇ ਵੀ ਲੱਗਦਾ ਕਿ ਆਪਾਂ ਨਾ ਸਾਡੀ ਮਜਬੂਰੀ ਆ ਕਿ ਅਸੀਂ ਨਿਆਣਿਆਂ ਨੂੰ ਇਹਨਾਂ ਸਕੂਲਾਂ 'ਚ ਭੇਜ ਰਹੇ ਹਾਂ, ਹਨਾ। ਮੈਨੂੰ ਤਾਂ ਵੈਸੇ ਵੀ ਲੱਗਦਾ ਕਿ ਕਦੀ ਕਦੀ ਨਾ ਸਕੂਲਾਂ ਵਾਲਿਆਂ ਨੂੰ ਵੀ ਸਾਨੂੰ ਸ਼ੀਸ਼ਾ ਦਿਖਾਉਣਾ ਚਾਹੀਦਾ ਕਿ ਅਸੀਂ ਬਿਲਕੁਲ ਨਾਰਮਲ ਸਕੂਲਾਂ 'ਚ ਪੜ੍ਹੇ ਸੀ, ਜਿਨ੍ਹਾਂ ਦੇ ਮਾਪਿਓ ਨੇ ਬਿਲਕੁਲ ਸਾਡੀ ਪੜ੍ਹਾਈ ਤੇ ਇੰਨੀ ਤਵੱਜੋ ਨਹੀਂ ਦਿੱਤੀ, ਨਾ ਸਾਡੇ ਟੀਚਰਸ ਨੇ ਸਾਨੂੰ ਕਦੀ ਕਿਹਾ ਕਿ ਤੇਰੀ ਮਤਲਬ ਹਰ ਚੀਜ਼ 'ਚ ਤੂੰ ਇੱਦਾਂ ਵਧੀਆ ਹੋਣਾ ਹੀ ਚਾਹੀਦਾ, ਹਨਾ। ਅਸੀਂ ਅੱਜ ਵੀ ਸਾਡੇ ਵੱਡਿਆਂ ਸਾਹਮਣੇ ਬੋਲਦੇ ਨਹੀਂ ਹੈਗੇ, ਅਸੀਂ ਅੱਜ ਵੀ ਘਰੇ ਆਏ ਗਏ ਨੂੰ ਪਹਿਲਾਂ ਜਾ ਕੇ ਮਿਲਦੇ ਹਾਂ, ਹੱਥ ਜੋੜ ਕੇ ਮਿਲਦੇ ਹਾਂ ਨਾ। ਕਿੰਨੇ ਗੁਣ ਨੇ ਜਿਹੜੇ ਸਾਡੇ ਬੱਚਿਆਂ 'ਚ ਸਾਡੇ ਮੁਕਾਬਲੇ ਹੈ ਨਹੀਂ ਗੇ। ਉਹ ਕਿਉਂ ਨਹੀਂ ਹੈਗੇ? ਸਾਡੀ ਇਸ ਐਜੂਕੇਸ਼ਨ ਨੇ ਖਤਮ ਕੀਤੇ ਆ। ਸੰਧੂ ਸਾਹਿਬ ਆਪ ਕਹਿੰਦੇ ਹੁੰਦੇ ਆ, ਕਹਿੰਦੇ ਮੈਂ ਸਰਕਾਰੀ ਸਕੂਲ 'ਚ ਪੜ੍ਹਾਉਣਾ, ਸਰਕਾਰੀ ਸਕੂਲ 'ਚ ਕਹਿੰਦੇ ਨਿਆਣੇ ਤੁਹਾਡੇ ਅੱਗੇ ਵੀ ਜੀ ਲਾਉਣਗੇ ਤੇ ਪਿੱਛੇ ਵੀ ਜੀ ਲਾਉਣਗੇ, ਹਨਾ। ਕਹਿੰਦੇ ਤੁਸੀਂ ਕਲਾਸ 'ਚ ਜਾ ਕੇ ਬਾਅਦ 'ਚੋਂ ਬੈਠਦੇ ਹੋ, ਪਹਿਲਾਂ ਉਹਨਾਂ ਨੇ ਤੁਹਾਨੂੰ ਪੁੱਛਣਾ ਸਰ ਪਾਣੀ ਪੀਓਗੇ। ਤੇ ਸਾਡੇ ਜਿਹੜੇ ਬੱਚੇ ਜਿਹੜੇ ਇਹਨਾਂ ਸਕੂਲਾਂ 'ਚ ਪੜ੍ਹ ਰਹੇ ਨੇ ਜਿੱਥੇ ਅਸੀਂ ਲੱਖਾਂ ਦੀ ਫੀਸ ਪੇ ਕਰ ਰਹੇ ਹਾਂ, ਉਹਨਾਂ ਨੂੰ ਇਹ ਵੀ ਜ਼ਰੂਰੀ ਨਹੀਂ ਲੱਗਦਾ ਹੁੰਦਾ ਕਿ ਬਾਹਰ ਜੇ ਕਿ ਮੇਰੀ ਮਾਸੀ ਚਾਚੀ ਆਈ ਆ ਮੈਂ ਉਹਨੂੰ ਕਮਰੇ 'ਚੋਂ ਬਾਹਰ ਨਿਕਲ ਕੇ ਮਿਲਣਾ ਤੱਕ ਵੀ ਆ, ਹਨਾ। ਤੇ ਸਕੂਲਾਂ ਵਾਲਿਆਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਇੱਕ ਸਿੱਖਿਆ ਦੇ ਬਦਲੇ ਤੁਸੀਂ ਸਾਡੇ ਨਿਆਣਿਆਂ ਤੋਂ ਖੋਇਆ ਕਿੰਨਾ ਕੁਝ ਆ। ਉਹ ਚੀਜ਼ਾਂ ਅਸੀਂ ਆਪਣੇ ਨਿਆਣਿਆਂ ਨੂੰ ਸਿਖਾ ਰਹੇ ਹਾਂ ਘਰੇ, ਜਦ ਕਿ ਸਿਖਾਉਣਾ ਸਾਡਾ ਫਰਜ਼ ਵੀ ਆ। ਪਰ ਜਿੰਨਾ ਕੁਝ ਅਸੀਂ ਸਿਖਾ ਕੇ ਭੇਜ ਰਹੇ ਹਾਂ ਤੁਸੀਂ ਤਾਂ ਉਹਨੂੰ ਵੀ ਖਤਮ ਕਰ ਰਹੇ ਹੋ। ਤੁਹਾਨੂੰ ਇਹ ਲੱਗਦਾ ਹੈ ਕਿ ਪੜ੍ਹਾਈ ਤੋਂ ਇਲਾਵਾ ਨਿਆਣੇ ਦੀ ਜ਼ਿੰਦਗੀ ਦਾ ਹੋਰ ਕੋਈ ਪਾਰਟ ਹੀ ਨਹੀਂ ਹੋਣਾ ਚਾਹੀਦਾ, ਹਨਾ। ਨਿਆਣੇ ਕੋਲ ਕੋਈ ਵੱਖਰਾ ਸ਼ੌਂਕ ਹੀ ਨਹੀਂ ਹੋਣਾ ਚਾਹੀਦਾ। ਕੋਈ ਟੀਚਰ ਨਹੀਂ ਦੇਖਦਾ ਕਿ ਜੇ ਕੋਈ ਨਿਆਣਾ ਗੇਮ 'ਚ ਚੰਗਾ ਤਾਂ ਇਹ ਉਹਦੀ ਕੁਆਲਿਟੀ ਆ। ਮੈਂ ਅੱਜ ਵੀ ਦੇਖਿਆ ਕਿ ਸੰਧੂ ਸਾਹਿਬ ਨੂੰ ਸਕੂਲੋਂ ਇਸੇ ਲਈ 1000 ਫੋਨ ਆਉਂਦਾ ਕਿ ਤੁਹਾਡੇ ਜਿਹੜੇ ਬੱਚੇ ਗੇਮ ਕਰਦੇ ਉਹ ਕਲਾਸ ਨਹੀਂ ਲਾ ਰਹੇ, ਹਨਾ। ਮਤਲਬ ਉਹ ਨੋਟਿਸ ਨਹੀਂ ਕਰਦੇ ਕਿ ਉਹ ਬੱਚੇ ਨੈਸ਼ਨਲ 'ਚੋਂ ਜਾਂ ਸਟੇਟ 'ਚੋਂ ਗੋਲਡ ਮੈਡਲਿਸਟ ਨੇ, ਜਿਨ੍ਹਾਂ ਬਾਰੇ ਅਸੀਂ ਗੱਲ ਕਰ ਰਹੇ ਹਾਂ, ਹਨਾ। ਜੇ ਬੱਚਾ ਕਿਸੇ ਇੱਕ ਚੀਜ਼ ਨੂੰ ਇੰਨੀ ਡੈਡੀਕੇਸ਼ਨ ਨਾਲ ਕਰ ਰਿਹਾ ਤਾਂ ਮੈਨੂੰ ਲੱਗਦਾ ਦੂਜੀ ਕਮੀ ਨੂੰ ਨਜ਼ਰਅੰਦਾਜ਼ ਕਰ ਦੇਣਾ ਚਾਹੀਦਾ। ਪਰ ਸਾਡੇ 'ਚ ਨਹੀਂ ਹੈਗੀਆਂ। ਅਸੀਂ ਤਾਂ ਹਰ ਚੀਜ਼ 'ਚ ਬੱਚੇ ਨੂੰ ਮਤਲਬ ਐ ਪਰਫੈਕਟ ਬਣਾਉਣ 'ਤੇ ਲੱਗੇ ਹੋਏ ਹਾਂ ਕਿ ਤੇਰਾ ਮੈਥ ਵੀ 100% ਹੋਵੇ, ਤੇਰੀ ਪੰਜਾਬੀ ਵੀ 100%, ਤੇਰੀ ਹਿੰਦੀ ਵੀ 100। ਸਾਨੂੰ ਕਿਸੇ ਨੇ ਕਦੀ ਪੁੱਛਿਆ ਸੀ ਕਿ ਤੇਰੇ ਸਾਰਿਆਂ 'ਚ 100% ਨੰਬਰ ਆਉਂਦੇ ਆ? ਸਾਨੂੰ ਕਦੀ ਨਹੀਂ ਕਿਸੇ ਨੇ ਪੁੱਛਿਆ ਸੀ। ਕਿ ਅੱਜ ਅਸੀਂ ਆਪਣੇ ਘਰ ਨਹੀਂ ਸੰਭਾਲ ਰਹੇ, ਕਿ ਅਸੀਂ ਨੌਕਰੀਆਂ ਨਹੀਂ ਕਰ ਰਹੇ, ਅਸੀਂ ਸਭ ਕੁਝ ਕਰ ਰਹੇ ਹਾਂ। ਜਿਵੇਂ ਤੁਸੀਂ ਵੀ ਮੈਨੂੰ ਸ਼ਾਇਦ ਇੱਕ ਗੱਲ ਦੱਸੀ ਸੀ, ਮੈਨੂੰ ਯਾਦ ਆ ਰਹੀ ਹੈ ਕਿ ਕਿਸੇ ਨੇ ਕਿਹਾ ਸੀਗਾ ਕਿ ਆਹ ਸਕੂਲ ਚੰਡੀਗੜ੍ਹ ਦਾ ਸਭ ਤੋਂ ਬੈਸਟ ਸਕੂਲ ਆ। ਮੈਨੂੰ ਜਾਂ ਤੁਸੀਂ ਦੱਸੀ ਜਾਂ ਕਿਸੇ ਹੋਰ ਨੇ ਮੈਨੂੰ, ਪਰ ਅੱਜ ਤੱਕ ਇਹ ਗੱਲ ਆ। ਤੇ ਫਿਰ ਜਿਹਨੂੰ ਉਹ ਦੱਸ ਰਹੇ ਸੀ ਕਿ ਬੈਸਟ ਸਕੂਲ ਆ, ਉਹਨਾਂ ਨੇ ਪੁੱਛਿਆ ਸੀ ਕਿ ਇਹਦੇ 'ਚੋਂ IAS ਤੇ IPS ਕਿੰਨੇ ਨਿਕਲੇ? ਉਹ ਕਹਿੰਦੇ ਵੀ ਹਾਲੇ ਤੱਕ ਤਾਂ ਕੋਈ ਨਹੀਂ। ਕਹਿੰਦੇ ਫਿਰ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਇਹ ਬੈਸਟ ਆ, ਹਨਾ। ਤੇ ਅਸੀਂ ਪਤਾ ਨਹੀਂ ਕਿਵੇਂ ਅਸੀਂ ਸਮਝ ਲੈਂਦੇ ਹਾਂ ਕਿ ਫਲਾਣੇ ਸਕੂਲ 'ਚ ਪੜ੍ਹਨ ਨਾਲ ਪਤਾ ਨਹੀਂ ਮੇਰੇ ਨਿਆਣੇ ਨੇ ਕਿੱਡਾ ਕੁ ਵੱਡਾ ਮਤਲਬ ਜ਼ਿੰਦਗੀ 'ਚ ਕਾਮਯਾਬ ਹੋ ਜਾਣਾ ਜਾਂ ਅਫਸਰ ਬਣ ਜਾਣਾ, ਹਨਾ। ਅਸੀਂ ਕਦੀ ਨਹੀਂ ਨੋਟਿਸ ਕਰਦੇ ਕਿ ਇਸ ਸਕੂਲ ਨੇ ਮੇਰੇ ਨਿਆਣੇ ਤੋਂ ਕੀ ਖੋਹ ਲਿਆ। ਬਹੁਤ ਕੁਝ ਖੋਹ ਲਿਆ ਨਿਆਣੇ ਤੋਂ। ਜਿਹੜਾ ਸਕੂਲ ਤੁਹਾਡੀ ਬੋਲੀ ਖੋਹ ਰਿਹਾ, ਤੁਹਾਡੇ ਕਲਚਰ ਦੀਆਂ ਆਦਤਾਂ ਤੁਹਾਡੇ ਤੋਂ ਖੋਹ ਰਿਹਾ, ਹਨਾ। ਹਾਂ, ਤੁਹਾਡੀ ਸੋਚ ਖੋਲੀ। ਮੈਨੂੰ ਲੱਗਦਾ ਫਿਰ ਉਹ ਤੁਹਾਨੂੰ ਜਿੰਨੀ ਮਰਜ਼ੀ ਵਧੀਆ ਸਿੱਖਿਆ ਦੇ ਦੇਵੇ, ਉਸ ਸਿੱਖਿਆ ਦਾ ਕੋਈ ਮਤਲਬ ਨਹੀਂ ਰਹਿੰਦਾ। ਮੈਨੂੰ ਨਾ ਭੈਣੇ ਇੰਗਲਿਸ਼ ਦੀਆਂ ਪੋਇਮਸ ਨਹੀਂ ਸੀ ਸਮਝ ਆਉਂਦੀਆਂ ਹੁੰਦੀਆਂ। ਹਾਲਾਂਕਿ ਹੁਣ ਵੀ ਮੈਂ ਜਿਵੇਂ ਕਹਾਂ ਤਾਂ ਮੈਨੂੰ ਕਵਿਤਾਵਾਂ ਬਹੁਤ ਘੱਟ ਸਮਝ ਆਉਂਦੀਆਂ ਨੇ। ਤਾਂ ਮੈਨੂੰ ਗ੍ਰੈਜੂਏਸ਼ਨ 'ਚ ਜਾ ਕੇ ਇੰਗਲਿਸ਼ ਦੇ ਇੱਕ ਇੱਦਾਂ ਦੇ ਟੀਚਰ ਮਿਲੇ ਜਿਨ੍ਹਾਂ ਨੇ ਮੈਨੂੰ ਪੋਇਮਸ ਚੰਗੀਆਂ ਲੱਗਣ ਲਾਤੀਆਂ। ਮੈਨੂੰ ਲੱਗਦਾ ਕਿ ਜੇ ਉਹ ਮੈਂ 2-4 ਸਾਲ ਹੋਰ ਉਸ ਟੀਚਰ ਕੋਲੇ ਪੜ੍ਹ ਜਾਂਦੀ, ਜਾਂ ਕਿਉਂਕਿ ਤੁਹਾਨੂੰ ਇੱਕ ਕਲਾਸ 'ਚ ਇੱਕੋ ਹੀ ਟੀਚਰ ਆਉਂਦਾ ਹੈ ਅਤੇ ਦੂਜੀ ਕਲਾਸ 'ਚ ਜਾ ਕੇ ਤੁਹਾਡਾ ਟੀਚਰ ਬਦਲ ਜਾਂਦਾ ਹੈ ਨਾ। ਉਹ ਮੈਂ ਕਹਿੰਦੀ ਹਾਂ ਇੰਗਲਿਸ਼ ਪੋਇਮਸ ਨੂੰ ਇੰਨੇ ਤਰੀਕੇ ਨਾਲ ਪੜ੍ਹਾਉਂਦੇ ਹੁੰਦੇ ਸੀਗੇ ਜਿਹੜੇ ਕਿ ਅੱਜ ਛੋਟੇ ਬੱਚੇ ਤੋਂ ਸਾਨੂੰ ਇਹ ਦਿੱਕਤ ਹੈ ਕਿ ਆਪਣੀ ਇਮੈਜੀਨੇਸ਼ਨ ਵਰਲਡ ਆ ਇਹਦਾ। ਤਾਂ ਉਹ ਸਾਨੂੰ ਕਹਿੰਦੇ ਸੀ ਕਿ ਇਮੈਜਿਨ ਕਰੋ। ਉਹ ਸਾਨੂੰ ਸਿਖਾਉਂਦੇ ਸੀ ਟੀਚਰ ਗ੍ਰੈਜੂਏਸ਼ਨ 'ਚ ਆ ਕੇ ਕਿ ਇਸ ਚੀਜ਼ ਨੂੰ ਇਮੈਜਿਨ ਕਰੋ। ਜਦੋਂ ਉਹਨਾਂ ਨੇ ਪੜ੍ਹਨਾ ਕਿ ਉਹ ਇੱਦਾਂ ਆ, ਉਹ ਲਵਰ ਆ ਰਿਹਾ ਜਾਂ ਕੁਛ ਵੀ ਆ, ਜਾਂ ਮਤਲਬ ਹੋਰ ਕੋਈ ਆਪਣੇ
ਦੇਸ਼ ਭਗਤੀ ਦੀ ਕੋਈ ਵੀ ਕਵਿਤਾ ਹੁੰਦੀ ਸੀਗੀ ਜਾਂ ਰਿਵਿਲੀਅਨ ਕੋਈ ਪੋਇਟਰੀ ਹੁੰਦੀ ਸੀਗੀ ਤਾਂ ਸਾਨੂੰ ਇਮੇਜਿਨ ਕਰਨ ਨੂੰ ਕਹਿੰਦੇ ਹੁੰਦੇ ਸੀਗੇ। ਮੈਨੂੰ ਯਾਦ ਹੈ ਵੀ ਇੱਕ ਵਾਰੀ ਉਹ ਪੜ੍ਹਾ ਰਹੇ ਸੀ ਤਾਂ ਉਹ ਕਹਿੰਦੇ ਸੀ ਕਿ ਤੁਸੀਂ ਇਮੇਜਿਨ ਕਰੋ। ਸਾਰੇ ਨਿਆਣੇ ਸ਼ਾਂਤ ਹੋ ਗਏ, ਅੱਗੇ ਪੜ੍ਹਾਉਣ ਲੱਗੇ, ਉਹਨਾਂ ਨੇ ਦੇਖਿਆ ਵੀ ਨਿਆਣੇ ਹਾਲੇ ਤੱਕ ਇਮੇਜਿਨੇਸ਼ਨ 'ਚ ਹੀ ਨੇ। ਤਾਂ ਉਹ ਬੜਾ ਹੱਸੇ, ਤਾਂ ਉਹਨਾਂ ਨੇ ਮਤਲਬ ਚੁਟਕੀ ਮਾਰ ਕੇ ਸਾਨੂੰ ਸਾਰਿਆਂ ਨੂੰ ਅਟੈਂਸ਼ਨ 'ਚ ਲਿਆਂਦਾ ਨਾ ਕਿ ਬਸ ਬਹੁਤ ਹੋ ਗਿਆ, ਹੁਣ ਮੁੜ ਆਓ। ਉਹ ਚੀਜ਼ਾਂ ਮੈਨੂੰ ਲੱਗਦਾ ਕਿ ਮੈਨੂੰ ਹਾਲੇ ਤੱਕ ਉਹ ਟੀਚਰ ਯਾਦ ਆ ਕਿ ਯਾਰ ਮੈਨੂੰ ਇੰਗਲਿਸ਼ ਦਾ ਕੋਈ ਇੱਦਾਂ ਦਾ ਪ੍ਰੋਫੈਸਰ ਮਿਲਿਆ ਸੀਗਾ ਜਿਹਨੇ ਮੈਨੂੰ ਇੰਗਲਿਸ਼ ਪੋਇਮਾਂ ਦੇ ਨਾਲ ਪਿਆਰ ਕਰਨ ਲਾਤਾ ਸੀ, ਜਾਂ ਜਿਹਨੇ ਮੈਨੂੰ ਇੰਗਲਿਸ਼ ਪੋਇਮਾਂ ਥੋੜ੍ਹੀਆਂ ਸਮਝ ਆਉਣ ਲਾਤੀਆਂ ਸੀਗੀਆਂ, ਹੈ ਨਾ। ਜਾਂ ਪੰਜਾਬੀ ਦਾ ਕੋਈ ਇੱਦਾਂ ਦਾ ਟੀਚਰ ਮਿਲਿਆ ਜਿਹਨੇ ਮੈਨੂੰ ਦੱਸਿਆ ਕਿ ਪੰਜਾਬੀ ਸਿਰਫ ਸਿਹਾਰੀਆਂ ਬਿਹਾਰੀਆਂ ਲਾਉਣ ਨਾਲ ਹੀ ਕੋਈ ਕਲਾਸ ਨਹੀਂ ਹੁੰਦੀ। ਪੰਜਾਬੀ ਇੱਕ ਫੀਲ ਕਰਨ ਵਾਲੀ ਲੈਂਗੁਏਜ ਆ ਨਾ। ਜਿੰਨੀ ਦੇਰ ਤੱਕ ਤੁਸੀਂ ਲੈਂਗੁਏਜ ਨੂੰ ਫੀਲ ਨਹੀਂ ਕਰਦੇ, ਉਹਨੂੰ ਪਿਆਰ ਨਹੀਂ ਕਰਦੇ, ਮਹਿਸੂਸ ਨਹੀਂ ਕਰਦੇ, ਤੁਹਾਨੂੰ ਕੋਈ ਵੀ ਲੈਂਗੁਏਜ ਆਉਂਦੀ ਨਹੀਂ ਆ ਉਨੀ ਦੇਰ ਤੱਕ। ਅਸੀਂ ਨਿਆਣਿਆਂ ਨੂੰ ਨਾ ਪੜ੍ਹਾਈ ਦੇ ਨਾਲ ਪਿਆਰ ਕਰਨਾ ਨਹੀਂ ਸਿਖਾਉਂਦੇ ਹੈਗੇ। ਅਸੀਂ ਨਿਆਣਿਆਂ ਨੂੰ ਇਹ ਸਿਖਾ ਦਿੰਦੇ ਹਾਂ ਕਿ ਪੜ੍ਹਾਈ ਜ਼ਬਰਦਸਤੀ ਆ, ਹੈ ਨਾ। ਜਿਵੇਂ ਭਾਜੀ ਉਹਨਾਂ ਨੇ ਇੱਕ ਦਿਨ ਗੱਲ ਕਰ ਰਹੀ ਸੀਗੀ ਤਾਂ ਉਹ ਕਹਿੰਦੇ ਕਿ ਮੈਨੂੰ ਇੱਕੋ ਹੀ ਟੀਚਰ ਆਪਣੀ ਲਾਈਫ ਦਾ ਯਾਦ ਆ ਜਿਹੜਾ ਕਿ ਸਾਨੂੰ ਮਾਸਟਰ ਕਲਾਸ 'ਚ ਵੀ ਕਹਿ ਦਿੰਦਾ ਸੀ ਵੀ ਜੇ ਤੇਰਾ ਪਿਛਲੇ ਦੋਸਤ ਵੱਲ ਮੂੰਹ ਕਰਕੇ ਬਹਿਣ ਨੂੰ ਜੀ ਕਰਦਾ ਨਾ, ਉੱਧਰ ਨੂੰ ਮੂੰਹ ਕਰਕੇ ਬਹਿ ਕੇ ਪੜ੍ਹ ਲਾ। ਕਹਿੰਦੇ ਅਸੀਂ ਉਹਨਾਂ ਨੂੰ ਕਹਿਣਾ ਕਿ ਬਾਕੀ ਟੀਚਰ ਤਾਂ ਸਾਰੇ ਕਹਿੰਦੇ ਨੇ ਵੀ ਆ ਕੇ ਕਲਾਸ 'ਚ ਸਿੱਧੇ ਹੋ ਕੇ ਬੈਠੋ, ਉਹ ਕਹਿੰਦੇ ਮੈਂ ਤੁਹਾਨੂੰ ਇੱਥੇ ਬੈਠਣਾ ਥੋੜ੍ਹੀ ਸਿਖਾਉਣ ਆਈ ਹਾਂ, ਮੈਂ ਤੁਹਾਨੂੰ ਸਿਰਫ ਪੜ੍ਹਾਉਣ ਆਈ ਹਾਂ। ਮੈਂ ਚਾਹੁੰਦੀ ਹਾਂ ਵੀ ਜੇ ਪੁੱਠੇ ਹੋ ਕੇ ਵੀ ਤੁਹਾਡੇ ਦਿਮਾਗ 'ਚ ਉਹ ਚੀਜ਼ ਪੈਂਦੀ ਹੈ ਤਾਂ ਤੁਸੀਂ ਪੁੱਠੇ ਹੋ ਕੇ ਵੀ ਸੁਣ ਸਕਦੇ ਹੋ, ਹੈ ਨਾ। ਹਾਲਾਂਕਿ ਚਲੋ ਡਿਸਿਪਲਿਨ ਜ਼ਰੂਰੀ ਆ ਸਕੂਲ ਦਾ ਸਿਖਾਉਣਾ, ਇਹ ਸਕੂਲ ਦਾ ਇੱਕ ਪਾਰਟ ਹੁੰਦਾ ਆ। ਪਰ ਜੇ ਪੜ੍ਹਾਈ ਨੂੰ ਅਸੀਂ ਥੋੜ੍ਹੇ ਜਿਹੇ ਦਿਲਚਸਪ ਤਰੀਕੇ ਦੇ ਨਾਲ ਜਾਂ ਢੰਗ ਦੇ ਨਾਲ ਕਰਵਾ ਸਕਦੇ ਹਾਂ ਤਾਂ ਅਸੀਂ ਉਵੇਂ ਕਿਉਂ ਨਹੀਂ ਕਰਵਾ ਰਹੇ ਹੈਗੇ। ਐਂਡ ਦੂਸਰਾ ਵੀ, ਜੇ ਸਾਰੇ ਨਿਆਣਿਆਂ 'ਚ ਇੱਕ ਨਿਆਣਾ ਥੋੜ੍ਹਾ ਜਿਹਾ ਅਲੱਗ ਬਿਹੇਵੀਅਰ ਵਾਲਾ ਆ, ਥੋੜ੍ਹੀ ਅਲੱਗ ਸੁਰਤ ਵਾਲਾ ਆ, ਤਾਂ ਅਸੀਂ ਇਹ ਕਿਉਂ ਨਹੀਂ ਸਮਝਦੇ ਹੈਗੇ ਕਿ ਯਾਰ ਇਹ ਡਿਫਰੈਂਟ ਚਾਈਲਡ ਆ, ਸਾਨੂੰ ਇਹਦੇ 'ਤੇ ਉਸ ਤਰੀਕੇ ਦੇ ਨਾਲ ਅਟੈਂਸ਼ਨ ਦੇਣੀ ਪਊਗੀ, ਇਹਨੂੰ ਉਸ ਤਰੀਕੇ ਨਾਲ ਪੜ੍ਹਾਉਣਾ ਪਊਗਾ। ਮੇਰੀ ਭੈਣ ਉੱਧਰ ਪ੍ਰਾਇਮਰੀ ਸਕੂਲ ਦੇ ਵਿੱਚ ਅਸਿਸਟੈਂਟ ਆ। ਉਹ ਕਹਿੰਦੇ ਕਈ ਨਿਆਣਿਆਂ ਦਾ ਫੁੱਲ ਸਕੂਲ ਹੁੰਦਾ ਪਰ ਸਾਨੂੰ ਸਾਰੇ ਨਿਆਣਿਆਂ ਦਾ ਬਿਹੇਵੀਅਰ ਮੈਨੇਜਮੈਂਟ ਕਰਨਾ ਪੈਂਦਾ ਹੈ। ਕਹਿੰਦੇ ਉਸ ਦੇ ਅਕੋਰਡਿੰਗ ਫਿਰ ਇੱਕ ਲਿਸਟ ਬਣਦੀ ਹੈ, ਇਹ ਬੱਚੇ ਨੂੰ ਕਿੰਨੇ ਟਾਈਮ ਜ਼ਰੂਰਤ ਆ ਸਕੂਲ ਦੀ। ਕਹਿੰਦੇ ਕੁਝ ਬੱਚੇ ਨੇ ਵੀ ਉਸ ਕਲਾਸ ਆ ਜਿਹੜੀ ਫੁੱਲ ਟਾਈਮ ਕਲਾਸ ਹੁੰਦੀ ਆ ਪਰ ਉਹਨਾਂ ਦੇ ਸਿਰਫ 2 ਹੀ ਘੰਟੇ ਹੁੰਦੇ ਨੇ ਸਕੂਲ ਦੇ, ਕਿਉਂਕਿ ਸਾਨੂੰ ਲੱਗਦਾ ਕਿ ਇਸ ਬੱਚੇ ਨੂੰ 2 ਘੰਟੇ ਹੀ ਚਾਹੀਦੇ ਨੇ, ਇਸ ਤੋਂ ਬਾਅਦ ਇਹਨੂੰ ਘਰ ਦਾ ਇਨਵਾਇਰਨਮੈਂਟ ਚਾਹੀਦਾ ਆ ਨਾ। ਆਪਣੇ ਪੰਜਾਬ ਦੇ ਮੈਨੂੰ ਲੱਗਦਾ ਐਜੂਕੇਸ਼ਨ ਸਿਸਟਮ ਦੇ ਵਿੱਚ ਇਹ ਮੈਨੂੰ ਥੋੜ੍ਹੀ ਜਿਹੀ ਗੜਬੜ ਲੱਗਦੀ ਹੁੰਦੀ ਕਿ ਜਦੋਂ ਅਸੀਂ ਸਾਰੇ ਨਿਆਣਿਆਂ ਨੂੰ ਇੱਕੋ ਜਿਹੇ ਤਰੀਕੇ ਨਾਲ ਪੜ੍ਹਾਉਣਾ ਸ਼ੁਰੂ ਕਰ ਦਿੰਦੇ ਹਾਂ, ਸਮਝਣਾ ਸ਼ੁਰੂ ਕਰ ਦਿੰਦੇ ਹਾਂ। ਆਪਣੀ ਵਾਰੀ ਮੈਂ ਨਹੀਂ ਕਹਿੰਦੀ ਕਿ ਬਹੁਤ ਅਲੱਗ ਸਿਸਟਮ ਸੀਗਾ, ਪਰ ਫਿਰ ਵੀ ਇਹ ਚੀਜ਼ਾਂ ਥੋੜ੍ਹੀਆਂ ਸੀਗੀਆਂ। ਘੱਟੋ ਘੱਟ ਆਪਣਾ ਮੂੰਹ ਦੇ ਕੇ ਟੀਚਰ ਪੁੱਛ ਲੈਂਦੇ ਹੁੰਦੇ ਸੀ ਕੀ ਹੋ ਗਿਆ, ਘਰੇ ਲੜ ਕੇ ਆਏ ਹੋ, ਜਾਂ ਘਰੋਂ ਗਾਲਾਂ ਪਈਆਂ ਹੋਈਆਂ ਨੇ ਅੱਜ, ਹੈ ਨਾ। ਕਈ ਵਾਰ ਫਿਰ ਤੁਹਾਨੂੰ ਪੂਰਾ ਦਿਨ ਕਲਾਸ 'ਚ ਕੁਛ ਨਹੀਂ ਸੀ ਕਹਿੰਦੇ ਹੁੰਦੇ ਕਿਉਂਕਿ ਉਹਨਾਂ ਨੂੰ ਮੂੰਹ ਦੇਖ ਕੇ ਪਤਾ ਲੱਗ ਜਾਂਦਾ ਸੀ ਵੀ ਨਿਆਣੇ ਦਾ ਮੂਡ ਨਹੀਂ ਠੀਕ ਹੈਗਾ। ਗਿਰਦੀ ਮੈਂ ਇਹ ਤਜਰਬਾ ਮੈਂ ਕੀਤਾ ਹੁਣ, ਹੈ ਨਾ। ਜਿਵੇਂ ਮੈਂ ਜਿਹੜੀ 10ਵੀਂ ਜਮਾਤ ਨੂੰ ਪੜ੍ਹਾਉਣੀ ਆ, ਹੈ ਨਾ, ਉੱਥੇ ਨਾ ਮੈਂ ਇੱਕ ਦਿਨ ਉਹ 'ਚ ਸਾਰੇ ਚੈਪਟਰ ਨੇ, ਸਾਰੇ ਲੇਖਕ ਨੇ, ਮਤਲਬ ਹੈ ਨਾ, ਬਹੁਤ ਫੇਮਸ ਲੇਖਕਾਂ ਦੀਆਂ ਉਹਨਾਂ ਨੂੰ ਕਹਾਣੀਆਂ ਨੇ। ਮੈਂ ਇੱਕ ਦਿਨ ਉਹਨਾਂ ਨੂੰ ਬਲਵੰਤ ਗਾਰਗੀ ਬਾਰੇ ਪੜ੍ਹਾ ਰਹੀ ਸੀ। ਪਹਿਲਾਂ ਮੈਂ ਉਹਨਾਂ ਨੂੰ ਗੂਗਲ 'ਤੇ ਮਤਲਬ ਦਿਖਾਈ ਫੋਟੋ ਕਿ ਇਹ ਬਲਵੰਤ ਗਾਰਗੀ ਨੇ, ਹੈ ਨਾ। ਫਿਰ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਇਹਨਾਂ 'ਤੇ ਲਿਖਿਆ ਹੋਇਆ, ਤੁਸੀਂ ਉਹ ਸੁਣੋ 10 ਮਿੰਟ ਬੈਠ ਕੇ। ਮੈਂ ਉਹਨਾਂ ਨੂੰ ਸਾਰਾ ਫੋਨ 'ਤੇ ਸੁਣਾਇਆ। ਅਤੇ ਇੱਦਾਂ ਹੀ ਅਜੀਤ ਕੌਰ ਹੁਣਾਂ ਬਾਰੇ ਸੀਗਾ, ਇੱਕ ਚੈਪਟਰ ਦਲੀਪ ਕੌਰ ਟਿਵਾਣਾ ਹੁਣਾਂ ਬਾਰੇ ਸੀਗਾ ਨਾ, ਅਤੇ ਮੈਂ ਉਹਨਾਂ ਨੂੰ ਸਾਰਾ ਦਿਖਾਇਆ। ਅਤੇ ਮੈਂ ਦੂਜੇ ਤੀਜੇ ਦਿਨ ਪੁੱਛਿਆ ਇੱਕ ਨਿਆਣੇ ਨੂੰ, ਮੈਂ ਕਿਹਾ ਬਲਵੰਤ ਗਾਰਗੀ ਕੌਣ ਸੀ? ਕਹਿੰਦਾ ਜਿਹੜਾ ਜੀਨੀ ਨੂੰ ਮੁਹੱਬਤ ਕਰਦਾ ਸੀ, ਹੈ ਨਾ। ਮਤਲਬ ਨਿਆਣੇ ਨੇ ਕਿੰਨੇ ਅਲੱਗ ਢੰਗ ਨਾਲ ਪੜ੍ਹਿਆ ਉਸ ਚੀਜ਼ ਨੂੰ, ਹੈ ਨਾ। ਅਤੇ ਇੱਕ ਦਿਨ ਮੈਂ ਕੁੜੀਆਂ ਦੇ ਬਾਰੇ ਗੱਲ ਕੀਤੀ ਉਹਨਾਂ ਨੂੰ, ਮੈਂ ਕਿਹਾ ਤੁਸੀਂ ਕੁੜੀਆਂ ਨੂੰ ਇੱਦਾਂ ਅੰਡਰ ਐਸਟੀਮੇਟ ਨਾ ਕਰਿਓ ਲਾਈਫ 'ਚ ਕਦੇ ਵੀ। ਤਾਂ ਮੈਂ ਉਹਨਾਂ ਨੂੰ ਉਹ ਫਿਲਮ ਦਿਖਾਈ ਕਲਾਸ 'ਚ, ਮਾਈ ਪਿਓਰ ਲੈਂਡ, ਹੈ ਨਾ। ਅਤੇ ਅੱਧੀ ਬੱਚਿਆਂ ਨੇ ਦੇਖੀ, ਅੱਧੀ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਘਰੇ ਜਾ ਕੇ ਦੇਖਿਓ। ਤਾਂ ਨਿਆਣੇ ਮੈਨੂੰ ਕਹਿੰਦੇ ਕਿ ਸਾਨੂੰ ਤਾਂ ਕਦੀ ਕਿਸੇ ਟੀਚਰ ਨੇ ਫੋਨ ਨਹੀਂ ਦਿਖਾਇਆ ਕਲਾਸ 'ਚ। ਮੈਂ ਕਿਹਾ ਜਿਹੜੀ ਚੀਜ਼ ਤੁਸੀਂ ਦੇਖ ਕੇ ਸਿੱਖ ਰਹੇ ਹੋ ਨਾ, ਇਹ ਤੁਹਾਡੇ ਲਈ ਹਾਨੀਕਾਰਕ ਨਹੀਂ ਹੈਗੀ, ਤੁਸੀਂ ਦੇਖ ਸਕਦੇ ਹੋ ਇਹਨੂੰ। ਅਤੇ ਇੱਦਾਂ ਦੀਆਂ ਮੈਂ ਬਹੁਤ ਚੀਜ਼ਾਂ ਉਹਨਾਂ ਨਾਲ ਕੀਤੀਆਂ। ਬੱਚਿਆਂ ਨੂੰ ਇਹ ਨਹੀਂ ਸੀ ਪਤਾ ਕਿ ਸਾਨੀਆ ਮਿਰਜ਼ਾ ਕੌਣ ਆ, ਹੈ ਨਾ, ਸ਼ੋਏਬ ਅਖਤਰ ਕੌਣ ਆ। ਮੈਂ ਉਹਨਾਂ ਨੂੰ ਸਾਰੀਆਂ ਫੋਟੋਆਂ ਕੱਢ ਦਿਖਾਈਆਂ। ਇੱਕ ਦਿਨ ਮੈਂ ਉਹਨਾਂ ਨੂੰ ਪੁੱਛਿਆ ਤੁਹਾਡੇ ਐਜੂਕੇਸ਼ਨ ਮਿਨਿਸਟਰ ਕੌਣ ਨੇ? ਉਦੋਂ ਹਰਮੀਤ ਮਤਲਬ ਸੀਗੇ, ਹੈ ਨਾ, ਅਤੇ ਉਹ ਆਪਣੇ ਮੀਤ ਹੇਅਰ। ਅਤੇ ਮੈਂ ਉਹਨਾਂ ਨੂੰ ਫੋਟੋ ਦਿਖਾਈ, ਮੈਂ ਨਾਲ ਉਹਨਾਂ ਨੂੰ ਦੱਸਿਆ, ਮੈਂ ਕਿਹਾ ਵੀ ਇਹ ਹਾਲੇ ਬੈਚਲਰ ਨੇ ਅਤੇ ਬਹੁਤ ਸਮਾਰਟ ਨੇ, ਹੈ ਨਾ। ਅਤੇ ਬੜਾ ਬੱਚੇ ਨੇ ਧਿਆਨ ਨਾਲ ਉਸ ਚੀਜ਼ ਨੂੰ ਦੇਖਿਆ। ਮੈਨੂੰ ਲੱਗਦਾ ਕਿ ਜੇ ਸੱਚੀ ਪੜ੍ਹਾਉਣ ਦੇ ਇਹੀ ਤਰੀਕੇ ਹੋਣ, ਨਿਆਣੇ ਉਸ ਚੀਜ਼ ਨੂੰ ਕਦੇ ਨਹੀਂ ਭੁੱਲ ਸਕਦੇ ਕਿ ਸਾਨੂੰ ਕਿਸੇ ਨੇ ਦੱਸੀ ਸੀਗੀ, ਹੈ ਨਾ। ਮੇਰੇ ਇੱਕ ਟੀਚਰ ਸੀ ਸੁਖਦੇਵ ਸਰ, ਉਹਨਾਂ ਨੇ ਮੈਨੂੰ ਪਹਿਲੀ ਵਾਰੀ ਇੱਕ ਮੇਰਾ ਲਿਖਿਆ ਲੇਖ ਪੜ੍ਹ ਕੇ ਕਿਹਾ ਸੀ ਤੂੰ ਜ਼ਿੰਦਗੀ 'ਚ ਲੇਖਕ
ਸ਼ਿਕਸ਼ਕ ਬਣੇਗੀ। ਸ਼ਾਇਦ ਮੈਂ ਬਣਦੀ ਵੀ ਨਾ, ਸ਼ਾਇਦ ਮੈਨੂੰ ਲਿਖਣਾ ਵੀ ਨਾ ਆਉਂਦਾ, ਪਰ ਮੈਨੂੰ ਉਹਨਾਂ ਦੀ ਗੱਲ ਸੁਣ ਕੇ ਲੱਗਿਆ ਕਿ ਮੈਂ ਲਿਖ ਸਕਦੀ ਹਾਂ। ਤੇ ਉਹੀ ਕਰੈਕਟਰ ਨੇ ਜਿਹੜੇ ਤੁਸੀਂ ਆਪਣੀ ਜ਼ਿੰਦਗੀ 'ਚ ਕਦੀ ਮਨਫੀ ਨਹੀਂ ਕਰ ਸਕਦੇ। ਹੋਰ ਤੁਹਾਨੂੰ ਡੰਡੇ ਮਾਰ ਕੇ ਮੈਥ ਕਿਹਨੇ ਪੜ੍ਹਾਇਆ, ਇੰਗਲਿਸ਼ ਕਿਹਨੇ ਪੜ੍ਹਾਈ, ਤੁਹਾਨੂੰ ਅੱਜ ਤੱਕ ਚੇਤਾ ਨਹੀਂ। ਅੱਜ ਤੱਕ ਚੇਤਾ ਨਹੀਂ। ਮੈਨੂੰ ਇਹ ਵੀ ਯਾਦ ਹੈ ਕਿ 5ਵੀਂ ਤੱਕ ਮੈਨੂੰ ਆਪਣਾ ਹੋਮਵਰਕ ਕਰਨਾ ਵੀ ਨਹੀਂ ਸੀ ਚੰਗਾ ਲੱਗਦਾ। ਇੱਕ ਵਾਰੀ ਮੈਨੂੰ ਯਾਦ ਆ ਵੀ ਛੁੱਟੀਆਂ ਤੋਂ ਬਾਅਦ ਅਸੀਂ ਸਕੂਲ ਗਏ, ਮੈਂ ਵਿਚਾਲੇ ਬੈਠੀ ਹਾਂ, ਇੱਧਰ ਸਾਡਾ ਕਜ਼ਨ ਬੈਠਾ, ਇੱਧਰ ਮੇਰਾ ਭਰਾ ਬੈਠਾ ਨਾ, ਉਹ ਮੈਨੂੰ ਕਹਿ ਰਹੇ ਨੇ ਵੀ ਹੁਣ ਤੂੰ ਕੰਮ ਨਹੀਂ ਕਰ ਗਈ, ਤੇਰੇ ਹੁਣ ਪੈਣ ਗਿਆ। ਇੱਕ ਜਣਾ ਮੇਰੀਆਂ ਹਿੰਦੀ ਦੀਆਂ ਲਿਖਾਈਆਂ ਕਰ ਰਿਹਾ ਬੈਠ ਗਿਆ, ਇੱਕ ਜਣਾ ਮੇਰਾ ਡਰਾਇੰਗ ਦਾ ਕੰਮ ਕਰ ਰਿਹਾ। ਹਾਲਾਂਕਿ ਉਸ ਕਲਾਸ 'ਚ ਮੈਂ 3rd ਪੋਜੀਸ਼ਨ 'ਤੇ ਸੀ, ਹੈ ਨਾ। ਇਹ ਜ਼ਰੂਰੀ ਨਹੀਂ ਹੈਗਾ ਵੀ ਜੇ ਨਿਆਣਾ ਮਤਲਬ ਇੱਥੇ ਨਹੀਂ ਪਰਫਾਰਮ ਕਰ ਰਿਹਾ ਤਾਂ ਉਹਦਾ ਦਿਮਾਗ ਹੀ ਨਹੀਂ ਚੱਲ ਰਿਹਾ ਹੈਗਾ, ਹੈ ਨਾ। ਇਹਨਾਂ ਚੀਜ਼ਾਂ ਮੈਨੂੰ ਲੱਗਦਾ ਕਿ ਜੱਜਮੈਂਟ ਦੇ ਜਾਂ ਆਬਜ਼ਰਵੇਸ਼ਨ ਦੇ ਤਰੀਕੇ ਥੋੜ੍ਹੇ ਜਿਹੇ ਅਲੱਗ ਹੋਣੇ ਚਾਹੀਦੇ ਨੇ। ਤਾਂ ਮਤਲਬ ਮੈਂ ਜਦੋਂ ਉਹਨਾਂ ਦਿਨਾਂ ਨੂੰ ਯਾਦ ਕਰਦੀ ਹਾਂ ਵੀ ਹੋ ਸਕਦਾ ਕਿ ਜਦੋਂ ਮੈਂ ਉਵੇਂ ਕਲਾਸ 'ਚ ਬਿਹੇਵ ਕਰਦੀ ਸੀਗੀ ਕਿ ਤਾਂ ਹੋ ਸਕਦਾ ਕਿਸੇ ਨੂੰ ਲੱਗਿਆ ਹੋਵੇ ਵੀ ਇਹਨੇ ਲਾਈਫ 'ਚ ਕੁਛ ਨਹੀਂ ਬਣਨਾ, ਹੈ ਨਾ। ਤਾਂ ਕੀ ਆਪਾਂ ਜ਼ਿੰਦਗੀ 'ਚ ਕੁਛ ਨਹੀਂ ਕਰ ਰਹੇ ਹੈਗੇ? ਆਪਾਂ ਬਹੁਤ ਕੁਛ ਕਰ ਰਹੇ। ਮੈਂ ਕਹਿੰਦੀ ਕੋਈ ਇਨਸਾਨ ਇੱਦਾਂ ਦਾ ਨਹੀਂ ਹੈਗਾ ਕਿ ਜਿਹੜਾ ਆਪਣੀ ਲਾਈਫ ਦੇ ਵਿੱਚ ਕੋਈ ਗੁਣ ਨਾ ਰੱਖਦਾ ਹੋਵੇ ਜਾਂ ਆਪਣੀ ਜ਼ਿੰਦਗੀ ਦੇ ਵਿੱਚ ਕੁਛ ਕਰ ਨਾ ਰਿਹਾ ਹੋਵੇ, ਹੈ ਨਾ। ਬਸ ਇਹ ਹੈ ਕਿ ਆਪਾਂ ਆਪਣੇ ਰਾਹ ਲੱਭ ਲਏ, ਕਿਉਂਕਿ ਆਪਣਾ ਦਿਮਾਗ ਚੱਲ ਰਿਹਾ ਸੀ, ਆਪਣੀ ਸੋਚ ਦੇ ਨਾਲ ਆਪਾਂ ਚੱਲ ਰਹੇ ਸੀਗੇ। ਹੁਣ ਜੇ ਅੱਜ ਤੁਸੀਂ ਸਕੂਲਾਂ ਦੇ ਵਿੱਚ ਲਿਜਾ ਕੇ ਨਿਆਣੇ ਦੀ ਸੋਚ ਨੂੰ ਹੀ ਖਤਮ ਕਰ ਦੋਗੇ ਤਾਂ ਤੁਸੀਂ ਇੱਕ ਅਨਸਕਸੈਸਫੁਲ ਬੱਚਾ ਸਕੂਲ ਦੇ ਵਿੱਚੋਂ ਪੜ੍ਹਾ ਕੇ ਬਾਹਰ ਕੱਢ ਰਹੇ ਹੋ, ਹੈ ਨਾ। ਉਹਦੇ ਐਕੈਡੈਮਿਕਲੀ ਸਟਰੋਂਗ ਹੋਣਾ ਹੀ ਕਾਫੀ ਨਹੀਂ ਹੁੰਦਾ, ਉਹਨੂੰ ਸੋਸ਼ਲ ਨੌਲੇਜ ਵੀ ਹੋਣੀ ਚਾਹੀਦੀ ਆ। ਉਹਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਲਾਈਫ 'ਚ ਜੇ ਮੇਰੇ ਨਾਲ ਕੋਈ ਟ੍ਰੈਜਡੀ ਹੁੰਦੀ ਆ, ਮੈਂ ਕਿਤੇ ਲਾਈਫ 'ਚ ਕਿਤੇ ਫਸ ਜਾਣਾ, ਸਟਕ ਹੋ ਜਾਣਾ ਹੈ, ਤਾਂ ਮੈਂ ਉੱਥੋਂ ਨਿਕਲਣਾ ਕਿਵੇਂ ਆ। ਇਹ ਚੀਜ਼ਾਂ ਮੈਨੂੰ ਲੱਗਦਾ ਕਿ ਨਿਆਣੇ ਦੀਆਂ ਆਪਣੀ ਸੋਚ ਨਾਲ ਹੀ ਬਿਲਡ ਹੁੰਦੀਆਂ ਨੇ। ਸੋ ਨਿਆਣੇ ਦੀ ਆਪਣੀ ਸੋਚ ਨੂੰ ਖਤਮ ਕਦੇ ਨਹੀਂ ਕਰਨਾ ਚਾਹੀਦਾ, ਚਾਹੇ ਉਹ ਪੇਰੈਂਟਸ ਨੇ, ਚਾਹੇ ਉਹ ਟੀਚਰਸ ਨੇ, ਹੈ ਨਾ। ਇਸ ਚੀਜ਼ ਨੂੰ ਹਮੇਸ਼ਾ ਸਮਝੋ ਕਿ ਸਾਡੇ ਬੱਚੇ ਦੇ ਵਿੱਚ ਬਾਕੀਆਂ ਨਾਲੋਂ ਅਲੱਗ ਚੀਜ਼ਾਂ ਨੇ, ਗੁਣ ਇਹਦੇ ਅਲੱਗ ਨੇ, ਇਹਦੇ ਔਗਣ ਵੀ ਅਲੱਗ ਨੇ। ਕੋਈ ਵੀ ਨਿਆਣਾ, ਜਿਵੇਂ ਤੁਸੀਂ ਕਿਹਾ ਕਿ 2 ਭੈਣ ਭਰਾ ਵੀ ਸੇਮ ਨਹੀਂ ਹੁੰਦੇ, ਬਿਲਕੁਲ, ਹੈ ਨਾ। ਹੁਣ ਤੁਹਾਡੇ 2 ਬੱਚੇ ਨੇ, ਦੋਵਾਂ ਦਾ ਆਪਸ ਦੇ ਵਿੱਚ ਕਿੰਨਾ ਫਰਕ ਹੋ ਸਕਦਾ ਸੁਭਾਅ ਦਾ, ਤਾਂ ਕਲਾਸ ਦੇ 30 ਨਿਆਣੇ ਆਪਸ ਦੇ ਵਿੱਚ ਕਿਵੇਂ ਸੇਮ ਹੋ ਸਕਦੇ ਨੇ, ਹੈ ਨਾ। ਕੋਈ ਤਾਂ ਵਿੱਚੋਂ ਅਲੱਗ ਹੋਊਗਾ। ਸਹੀ ਗੱਲ ਹੈ ਨਾ। ਸੋ ਮੈਨੂੰ ਲੱਗਦਾ ਕਿ ਐਜੂਕੇਸ਼ਨ ਸਿਸਟਮ ਦੇ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਕਰਨ ਵਾਲੀਆਂ ਨੇ। ਆਪਣੇ ਮਾਂ-ਬਾਪ ਦਾ ਤੇ ਆਪਣੇ ਟੀਚਰਸ ਦਾ ਰਿਲੇਸ਼ਨਸ਼ਿਪ ਬਹੁਤ ਚੰਗਾ ਸੀ। ਅੱਜ ਕੱਲ੍ਹ ਮਾਂ-ਬਾਪ ਤੇ ਟੀਚਰ ਦੀ ਕਨੈਕਟੀਵਿਟੀ ਹੋਈ ਹੈ ਨਹੀਂ ਗੀ, ਹੈ ਨਾ। ਤੁਸੀਂ ਆਪਣੇ ਨਿਆਣੇ ਨੂੰ ਸਕੂਲ ਲਿਜਾਉਂਦੇ ਹੋ, ਛੱਡਿਓ ਨੇ, ਲਿਜਾਉਂਦੇ ਹੋ, ਛੱਡਿਓ। ਈਵਨ ਗ੍ਰੀਟਿੰਗਸ ਤੱਕ ਵੀ ਨਹੀਂ ਐਕਸਚੇਂਜ ਹੁੰਦੀਆਂ, ਤੇ PTM ਦੇ ਉੱਪਰ ਹੀ ਸਾਰੀਆਂ ਚੀਜ਼ਾਂ ਡਿਸਕਸ ਹੁੰਦੀਆਂ ਨੇ। ਉਹ ਮਹੀਨੇ 2 ਮਹੀਨੇ ਬਾਅਦ ਜਾ ਕੇ ਚੀਜ਼ਾਂ ਡਿਸਕਸ ਹੁੰਦੀਆਂ ਨੇ, ਤੁਹਾਨੂੰ ਪਤਾ ਹੀ ਨਹੀਂ ਲੱਗਦਾ ਤੁਹਾਡਾ ਨਿਆਣਾ ਕਰ ਕੀ ਰਿਹਾ ਸਕੂਲ ਦੇ ਵਿੱਚ, ਹੈ ਨਾ। ਸੋ ਉਹਦੇ ਨਾਲੋਂ ਬੈਟਰ ਹੈ ਕਿ ਆਪਾਂ ਇੱਕ ਹੈਲਦੀ ਬੌਂਡ ਰਿਲੇਸ਼ਨਸ਼ਿਪ ਹੋਣਾ ਚਾਹੀਦਾ ਵਾ ਟੀਚਰਸ ਦਾ ਬੱਚਿਆਂ ਨਾਲ, ਅਤੇ ਪੇਰੈਂਟਸ ਦਾ ਟੀਚਰਸ ਦੇ ਨਾਲ। ਜਾਂ ਪੇਰੈਂਟਸ ਨੂੰ ਵੀ ਇਹੀ ਚੀਜ਼ਾਂ ਨਹੀਂ ਸਮਝਣੀਆਂ ਚਾਹੀਦੀਆਂ ਕਿ ਸਾਰਾ ਕੁਝ ਸਿਖਾਉਣ ਦੀ ਜ਼ਿੰਮੇਵਾਰੀ ਹੀ ਤੁਹਾਡੇ ਟੀਚਰ ਦੀ ਹੁੰਦੀ ਆ, ਜਾਂ ਅੱਜ ਸਾਡੇ ਬੱਚੇ ਨੂੰ ਟੀਚਰ ਨੇ ਕਲਾਸ 'ਚ ਕਲਾਸ ਵਰਕ ਕਿਉਂ ਨਹੀਂ ਕਰਵਾਇਆ ਹੈਗਾ। ਸਾਨੂੰ ਉਹਨਾਂ ਚੀਜ਼ਾਂ ਤੱਕ ਮਤਲਬ ਇਹ ਹੋਣਾ ਚਾਹੀਦਾ ਕਿ ਸਿਰਫ ਬੱਚਾ ਸਾਡਾ ਸਕੂਲ ਜਾ ਰਿਹਾ, ਪਤਾ ਕਿ ਉਹ ਪੜ੍ਹ ਕੇ ਆ ਰਿਹਾ ਵਾ। ਕਈ ਵਾਰੀ ਪੇਰੈਂਟਸ ਵੀ ਇੰਨੀ ਕੁ ਗੱਲ ਤੇ ਇਤਰਾਜ਼ ਕਰ ਦਿੰਦੇ ਨੇ ਵੀ ਅੱਜ ਇਹਨੂੰ ਕਲਾਸ ਵਰਕ ਹੀ ਨਹੀਂ ਕਰਾਇਆ ਹੋਇਆ, ਅੱਜ ਇਹਨੂੰ ਟੀਚਰ ਨੇ ਕਲਾਸ 'ਚ ਪੜ੍ਹਾਇਆ ਹੀ ਨਹੀਂ ਹੈਗਾ। ਸਹੀ ਗੱਲ। ਹੋ ਸਕਦਾ ਹੈ ਕਿ ਉਹਨੇ ਓਬਜ਼ਰਵ ਕੀਤਾ ਹੋ ਕਿ ਅੱਜ ਨਿਆਣਿਆਂ ਦਾ ਮੂਡ ਨਹੀਂ ਹੈਗਾ ਪੜ੍ਹਨ ਦਾ। ਜਿਵੇਂ ਆਪਣੇ ਟੀਚਰ ਕਈ ਵਾਰ ਕਹਿ ਦਿੰਦੇ ਹੁੰਦੇ ਸੀ, ਜੀ ਨਹੀਂ ਕਰਦਾ ਤਾਂ ਸੌਂ ਜਾਓ ਫਿਰ, ਹੈ ਨਾ। ਕਈ ਵਾਰ ਜਦੋਂ ਗਰਮੀਆਂ ਦਾ ਮੌਸਮ ਹੁੰਦਾ ਸੀ, ਹੋ ਸਕਦਾ ਉਹਨੇ ਓਬਜ਼ਰਵ ਕੀਤਾ ਹੋਵੇ ਕਿ ਬੱਚੇ ਅੱਜ ਪੜ੍ਹਨ ਦੇ ਮੂਡ 'ਚ ਨਹੀਂ ਹੈਗੇ, ਹੋ ਸਕਦਾ ਉਹਨੇ ਨਾ ਪੜ੍ਹਾਇਆ ਹੋਵੇ। ਸੋ ਛੋਟੀਆਂ-ਛੋਟੀਆਂ ਚੀਜ਼ਾਂ ਨੇਗੀਆਂ ਜਿਹੜੀਆਂ ਕਿ ਮੇਜਰ ਡਿਫਰੈਂਸ ਲੈ ਕੇ ਆਉਂਦੀਆਂ ਨੇ ਕਿਸੇ ਵੀ ਬੱਚੇ ਦੀ ਜ਼ਿੰਦਗੀ 'ਚ, ਤੇ ਉਹਨਾਂ ਨੂੰ ਮੈਨੂੰ ਲੱਗਦਾ ਕਿ ਸਾਨੂੰ ਥੋੜਾ ਧਿਆਨ ਦੇ ਨਾਲ ਸਮਝਣਾ ਚਾਹੀਦਾ। ਸੋ ਚਲਿਏ ਸੋ ਅੱਜ ਦੇ ਪ੍ਰੋਗਰਾਮ ਗੱਲ ਤੇ ਗੱਲ 'ਚ ਇੰਨਾ ਹੀ। ਮੈਨੂੰ ਗੁਰਦੀਪ ਨੂੰ, ਭੈਣ ਰੁਪਿੰਦਰ ਨੂੰ ਫਿਲਹਾਲ ਦੇ ਲਈ ਇਜਾਜ਼ਤ ਦੇ ਦਿਓ। ਆਪਾਂ ਫਿਰ ਮਿਲਦੇ ਹਾਂ। ਸਤਿ ਸ਼੍ਰੀ ਅਕਾਲ।